श्याम वर्ण आभरण खचित सब नील मणि माला स्वर्ण किंकनी जाल बधे बानैत गजोतम पति प्रभाव जुत वीर सिंध सावंत नरोत्तम ਇਹ ਛਵੀ ਹੰਕਾਰ ਨਾਮਾ ਸੁਭਟ ਅਤੀ ਬਲਿਸ਼ਟ ਤਹ ਮਾਨੀਐ ਚੇ ਜਗਤ ਜੀਵ ਜੀਤ ਸਭੈ ਆਪ ਅਜਿਤ ਤਹ ਜਾਨੀਐ ਛਪੈ ਛੰਦ। ਅਸਲ ਦੇ ਵਿੱਚ ਇੱਥੇ ਲਿਆ ਕੇ ਨਕਸ਼ਾ ਪਾਰਸਨਾਥ ਤੇ ਖੜਾ ਹੋ ਗਿਆ। ਇਹ ਪਾਰਸਨਾਥ ਦਾ ਹੀ ਕੋਈ ਵੀ ਰਾਜਾ ਜਦੋਂ ਸਾਰੇ ਸੰਸਾਰ ਨੂੰ ਜਿੱਤ ਲੈਂਦਾ ਉਹਦੇ 'ਚ ਹੰਕਾਰ ਹੋ ਜਾਣਾ ਕੁਦਰਤੀ ਗੱਲ ਹੈ। ਸੰਸਾਰ ਨੂੰ ਜਿੱਤਣੇ ਉਹ ਤੁਰਦਾ ਪਹਿਲਾਂ ਹੰਕਾਰ ਹੁੰਦਾ ਹੀ ਹੈ। ਜੇ ਹੰਕਾਰ ਨਹੀਂ ਉਹਨੇ ਸੰਸਾਰ ਜਿੱਤ ਕੇ ਲੈਣਾ ਕੀ ਹੈ। ਹੰਕਾਰ ਇਹ ਕਹਿੰਦਾ ਵੀ ਚੱਲ ਗਾਹਾਂ ਤੇ ਗਾਹਾਂ ਚਿੱਤੀ ਜਾਈਏ। ਭੁੱਖ ਹੈ ਨਾ ਉਹਦੇ ਵਿੱਚ, ਭੁੱਖਿਆ ਭੁੱਖ ਨਾ ਉਤਰੇ। ਭੁੱਖ ਤਾਂ ਉਤਰਦੀ ਨਹੀਂ। ਭੁੱਖ ਅਜੋਂ ਵੀ ਨਹੀਂ ਉਤਰੀ ਕਿਸੇ ਹੋਰ ਨੂੰ ਜਿੱਤਣਾ ਚਾਹੁੰਦਾ ਜਿਹਦਾ ਪਤਾ ਵੀ ਹੈ ਨਹੀਂ। ਕਿਸੇ ਨੂੰ ਨਹੀਂ ਪਤਾ ਵੀ ਕੋਈ ਕਿਤੇ ਹੈ, ਉਹਦਾ ਕੋਈ ਦੱਸ ਨਹੀਂ ਰਿਹਾ ਡਰ। ਉਹ ਵੀ ਜੋ ਹੈ ਵੀ ਕੋਈ ਰਹਿ ਤਾਂ ਨਹੀਂ ਗਿਆ ਜਿੱਤਣ ਤੇ ਅਜੇ। ਇਹ ਅਵਸਥਾ ਇੱਕ ਰਾਜੇ ਦੀ ਹੈ। ਉਹ ਰਾਜੇ ਦਾ ਨਕਸ਼ਾ ਕਿਹਾ ਜਾ ਹੋਊਗਾ। ਛਪੈ ਛੰਦ ਗਲਤ ਦੁਰਦ ਮਦ ਚੜਿਓ ਕਾੜ ਕਰਵਾਰ ਭਿਅੰਕਰ। ਜਿਵੇਂ ਇੱਕ ਹਾਥੀ ਨੂੰ ਬਹੁਤਾ ਨਸ਼ਾ ਪਿਲਾ ਦਿੰਦੇ ਨੇ ਸ਼ਰਾਬ, ਉਹ ਨਸ਼ੇ 'ਚ ਗਲਤ ਹੋ ਜਾਂਦਾ, ਗਰਕ ਹੋ ਜਾਂਦਾ ਨਸ਼ੇ 'ਚ। ਕੁਛ ਵੀ ਸੁੱਧ ਬੁੱਧ ਉਹਨੂੰ ਆਪਣੇ ਭਰਾ ਦੀ ਵੀ ਨਹੀਂ ਰਹਿੰਦੀ। ਉਹ ਕਿਸੇ ਦਾ ਆਰਡਰ ਵੀ ਨਹੀਂ ਮੰਨਦਾ। ਮੁਹੱਬਤ ਦੇ ਕੰਟਰੋਲ 'ਚ ਨਹੀਂ ਰਹਿੰਦਾ। ਉਹ ਆਪਣੀ ਮਰਜ਼ੀ ਨਾਲੇ ਜਾਂਦਾ ਜਿੱਧਰ ਮੂੰਹ ਹੋ ਜਾਵੇ। ਗਲਤ ਦੁਰਦ ਹੁੰਦਾ ਹਾਥੀ। ਜਿਵੇਂ ਕੋਈ ਹਾਥੀ ਨਸ਼ੇ ਦੇ ਵਿੱਚ ਮਦ ਦੇ ਵਿੱਚ ਗਲਤ ਹੋ ਜਾਵੇ, ਚੱਲ ਕਾੜ ਕਰਵਾਰ ਭਿਅੰਕਰ। ਜੋ ਆਦਮੀ ਦੀ ਅਵਸਥਾ ਜੇ ਐਸੀ ਹੋ ਜਾਵੇ ਔਰ ਤਲਵਾਰ ਹੱਥ 'ਚ ਹੋਵੇ, ਉਹਨੂੰ ਲਵੇ ਕੱਢ ਭਿਅੰਕਰ ਰੂਪ ਧਾਰਨ ਕਰ ਲਵੇ, ਗੁੱਸੇ 'ਚ ਆ ਜਾਵੇ, ਕ੍ਰੋਧ 'ਚ ਆ ਜਾਵੇ, ਸਾਰਿਆਂ ਨੂੰ ਫਤਿਹ ਕਰਨ ਦੀ, ਸਾਰੀ ਦੁਨੀਆ ਨੂੰ ਆਪਣੇ ਅਧੀਨ ਕਰਨ ਦੀ ਉਹਦੀ ਬਿਰਤੀ ਬਣ ਜਾਵੇ, ਉਹਦਾ ਖਿਆਲ ਹੋ ਜਾਵੇ, ਉਹਦੀ ਮਰਜ਼ੀ ਹੋ ਜਾਵੇ, ਉਹਦਾ ਭਿਅੰਕਰ ਰੂਪ ਹੁੰਦਾ। ਫਿਰ ਜਿਹੜਾ ਆਓ ਹੈ ਇਲਮ ਨੂੰ ਤੇ ਨਹੀਂ ਮਾਰਿਆ ਜਾਊਗਾ ਬਸ। ਸਿਆਮ ਵਰਨ ਆਭਰਨ ਖਚਿਤ ਸਭ ਨੀਲ ਮਣਨ ਬਾਰ। ਉਹ ਅਸਲ ਦੇ ਵਿੱਚ ਸਿਆਮ ਵਰਨ ਹੁੰਦਾ ਹੈ। ਮਨ ਕਰਕੇ ਅਗਿਆਨਤਾ ਹੁੰਦੀ ਉਹਦੇ ਵਿੱਚ। ਸਿਆਮ ਵਰਨ ਬਾਹਰਲਾ ਨਹੀਂ ਹੈ, ਵਰਨ ਅੰਦਰਲਾ ਹੈ। ਅੰਦਰਲਾ ਉਹਦਾ ਹਨੇਰਾ ਹੀ ਹੁੰਦਾ ਅੰਦਰ। ਗਿਆਨ ਵਾਲੀ ਗੱਲ ਨਹੀਂ ਹੈ ਇਹਦੇ ਵਿੱਚ, ਕੋਈ ਗਿਆਨਵਾਨ ਨਹੀਂ ਹੁੰਦਾ। ਆਭਰਨ ਖਚਿਤ, ਹਾਂ ਸਿਆਮ ਵਰਨ ਖਚਿਤ ਕਾਹਦੇ ਨਾਲ ਹੋਇਆ ਹੋਇਆ, ਕੀ ਜੜਿਆ ਕੀ ਹੋਇਆ ਉੱਤੇ। ਆਭਰਨ ਖਚਿਤ ਸਭ ਨੀਲ ਮਣਨ ਬਾਰ। ਨੀਲੇ ਜਿਹੜੇ ਰੰਗ ਦੇ ਹੁੰਦੇ ਨੇ ਨਾ, ਲਾਲ ਹੀਰੇ, ਉਹਦੇ ਨਾਲ ਆਨ ਜੜਿਆ ਪਿਆ ਅੰਦਰ, ਨੀਲੇ ਰੰਗ ਦੇ ਨਾਲ। ਚਿੱਟੇ ਰੰਗ ਦੇ ਨਹੀਂ ਹੈ, ਨੀਲੇ ਰੰਗ ਦੇ ਨੇ ਅੰਦਰ ਗੁਣ। ਉਹਦੇ ਕੋਲ ਜਿੰਨੇ ਖਿਆਲ ਨੇ ਨੀਲੇ ਰੰਗ ਦੇ ਨੇ, ਚਿੱਟੇ ਰੰਗ ਦੇ ਨਹੀਂ ਹੈ। ਕਾਲਾ ਵੀ ਨਹੀਂ ਹੈਗਾ, ਕਾਲਾ ਵੀ ਨਹੀਂ ਹੈ, ਨੀਲਾ। ਰੋਸ਼ਨੀ ਤਾਂ ਨੀਲੇ 'ਚ ਵੀ ਆਉਂਦੀ ਹੈ। ਰੋਸ਼ਨੀ ਨੀਲੇ ਜਿਹੜਾ ਹੁੰਦਾ ਉਹ 'ਚੋਂ ਵੀ ਆਉਂਦੀ ਹੈ। ਜਿਹੜੇ ਹੀਰੇ ਲਾਲ ਹੁੰਦੇ ਨੇ, ਨੀਲੇ, ਰੋਸ਼ਨੀ ਉਹ 'ਚੋਂ ਵੀ ਆਉਂਦੀ ਹੈ। ਪਰ ਕਾਲੀ ਰੋਸ਼ਨੀ ਨਹੀਂ ਹੁੰਦੀ। ਫਰਕ ਹੈ ਉਹਦੇ ਨੂੰ। ਉਹ ਨੀਲੇ ਜਿਹੜੇ ਹੋਏ ਨੇ ਸਾਰੇ, ਉਹਦੇ ਕੋਲ ਗੁਣ ਨੇ ਜਿਹੜੇ। ਕਾਲੇ ਨੂੰ ਅਗਿਆਨਤਾ ਵੀ ਨਹੀਂ ਹੈ। ਜੇ ਅਗਿਆਨਤਾ ਹੋਵੇ ਦੁਨੀਆ ਨੂੰ ਨਹੀਂ ਜਿੱਤ ਸਕਦਾ। ਦੁਨੀਆ ਨੂੰ ਨਹੀਂ ਜਿੱਤ ਸਕਦਾ ਸਾਰੀ ਨੂੰ। ਜੇ ਸਮਝ ਨਾ ਹੋਵੇ, ਬੁੱਧੀ ਨਾ ਹੋਵੇ, ਜਿੱਤ ਨਹੀਂ ਸਕਦਾ। ਪਰ ਉਹਨੂੰ ਗਾਹਾਂ ਲਾਈਟ ਨੀਲੀ 'ਚ ਗਾਹਾਂ ਚੀਜ਼ ਕਲੀਅਰ ਨਹੀਂ ਦਿੰਦੀ ਹੁੰਦੀ, ਉਹਦਾ ਰੰਗ ਸਹੀ ਨਹੀਂ ਦਿੰਦਾ ਹੁੰਦਾ।
जे नीली लाइट मारिए जिहड़ी गां दी चीज़ है उसदा रंग भी बदल जाता है। नीली रोशनी च जिहड़ी चीज़ ते पऊ उसदा रंग तुहानूं सही नहीं दिंदा। आदमी की सही पछाण नहीं है उन्होंने। दूए आदमी के गुणों की पछाण भी अपनी दृष्टि के हिसाब न करता। अपनी रोशनी पैंदी है नीली। जे अपनी ऐनक का रंग नीला होवे तो आपां नूं दूए चीज़ का रंग सही नहीं दिखता। अपने शीशे ने असर पाने ना उत्ते। स्वर्ण किंकनी जाल बदे बाण ऐत गजो तम। बड़े बड़े मस्त हाथियां ते जिहड़े कुछ हाथियां दे भी सुभाਅ हुंदे ने, बलदां दे भी सुभाਅ हुंदे ने, आदमियां दे भी सुभाਅ हुंदे ने। कुछ हाथी कमज़ोर मतलब दिल दे हुंदे ने, बंदूक की आवाज़ सुन के भज जांदे ने जंग चों। सारे हाथी नहीं मतलब इक्को जिहे नहीं हुंदे, सारे कुत्ते नहीं इक्को जिहे हुंदे, सारे आदमी नहीं इक्को जिहे हुंदे। डरपोक भी हुंदे ने हाथी इन्हां च, पर कुछ हाथी डरपोक नहीं हुंदे। जंग दे काबल उही हुंदे ने। वधिया चंगे हाथी ही इहां ते चढ़ के लड़दे ने राजे। सिक्ख्या उन्हां नूं ही दिंदे ने जिहड़े दलेर होण। गजोतम वधिया जिहड़े हाथी ने, हाथियां ने हाथियां नाल भी लड़ना हुंदा गां जाके, घोड़ियां ने घोड़ियां नाल भी लड़ना हुंदा जाके। जब जंग नूं जांदे ने हाथी हाथी नाल लड़दा, घोड़ा घोड़े नाल लड़दा, उत्ते बैठा बैठे वाले नाल सवार सवार नाल लड़दा। इहो जी लड़ाई हुंदी सी पहलां। ਉਹ ਹਾਥੀਆਂ ਤੇ सोने ਦੀਆਂ ਪਾ ਕੇ ਨਾ ਜੰਜੀਰਾਂ, ਜਾਲ ਬੱਧੇ, ਜਾਲ सोने ਦਾ ਜਾਲ ਪਾ ਕੇ, ਕਿਉਂਕਿ ਰਾਜਾ ਵੀ सोने ਦਾ ਪਾ ਲਵੇ ਚਾਹੇ ਲੋਹੇ ਦਾ ਪਾ ਲਵੇ। ਲੋਹੇ ਦਾ ਤਾਂ ਸਾਰੇ ਹਾਥੀਆਂ ਦੇ ਹੀ ਪਾਉਂਦੇ ਨੇ, ਪਰ ਰਾਜੇ ਵਾਲੇ ਹਾਥੀ ਤੇ सोने ਦਾ ਜਾਲ ਪਾਇਆ ਹੁੰਦਾ ਹੈ। ਰਾਜਾ ਜੋ ਹੈ ਉਹ ਫਿਰ ਰਾਜੇ ਦੀ ਨਿਸ਼ਾਨੀ ਇਹੀ ਹੁੰਦੀ ਹੈ। ਹੁਣ ਤਖਤੇ ਤਾਊਸ ਦੇ ਉੱਤੇ ਹੀਰੇ ਜੜੇ ਹੋਏ ਸੀ, ਜਿਹੜਾ ਕੋਹਿਨੂਰ ਹੀਰਾ ਤਖਤੇ ਤਾਊਸ ਤੇ ਜੜਿਆ ਹੋਇਆ ਸੀ। ਮੁਗਲਾਂ ਦੇ ਰਾਜ 'ਚ ਜਿਹੜਾ ਤਖਤ ਸੀ ਉਹ ਤੇ ਸੀ ਜੜਿਆ ਹੋਇਆ। ਰਾਜਾ ਨਾ ਹੋਏ ਕੀਮਤੀ ਹੀਰੇ ਹੀ ਜੜੂਗਾ ਉਹ, ਕਿਉਂ ਘਟੀਆ ਕਿਉਂ ਜੜੂਗਾ? ਸਾਰੀ ਕੀਮਤੀ ਚੀਜ਼ਾਂ ਰਾਜਿਆਂ ਕੋਲ ਹੁੰਦੀਆਂ ਨੇ। ਨਿਸ਼ਾਨੀ ਉਹਦੇ ਬੜਪਣ ਦੀ ਨਿਸ਼ਾਨੀ ਹੈ, ਹੋਰ ਕੀ ਹੈ? ਉਹ ਬਾਹਰੋਂ ਜ਼ਾਹਿਰ ਕਰਦਾ ਆਪਣਾ ਬੜਪਣ, ਅੰਦਰ ਅਕਲ ਚਾਹੇ ਘੱਟ ਹੋਵੇ। ਜਿਹੜੇ ਗਿਆਨਵਾਨ ਨੇ ਉਹ ਬੜਪਣ ਬਾਹਰੋਂ ਨਹੀਂ ਜ਼ਾਹਿਰ ਕਰਦੇ, ਉਹਨਾਂ ਦੀ ਅਕਲ ਦਾ ਬੜਪਣ ਹੁੰਦਾ। ਬਾਹਰੋਂ ਜ਼ਾਹਿਰ ਕਰਨ ਦੀ ਉਹਨੂੰ ਲੋੜ ਨਹੀਂ ਹੁੰਦੀ। ਜਿਹਨੇ ਬਾਹਰੋਂ ਜ਼ਾਹਿਰ ਕਰਦੇ ਨੇ ਉਹ ਬੜਪਣ ਬਹੁਤ ਥੋੜ੍ਹੀ ਦੇਰ ਰਹਿੰਦਾ, ਉਹਦੀ ਉਮਰ ਥੋੜ੍ਹੀ ਹੁੰਦੀ ਹੈ। ਮਾਇਆ ਦੀ ਮਾਇਆ 'ਚ ਬੜਪਣ ਉਹਦੀ ਉਮਰ ਜ਼ਿਆਦਾ ਨਹੀਂ ਹੁੰਦੀ। ਭਗਤਾਂ ਨੇ ਬੜਪਣ ਜ਼ਾਹਿਰ ਨਹੀਂ ਕੀਤਾ, ਉਹਨਾਂ ਦਾ ਬੜਪਣ ਹੁਣ ਵੀ ਚੱਲੀ ਜਾਂਦਾ। ਧਰੂ ਪ੍ਰਹਲਾਦ ਦਾ ਹੁਣ ਤੇ ਚੱਲੀ ਜਾਂਦਾ, ਕੋਈ ਕਿਸੇ ਨੂੰ ਪਤਾ ਹੀ ਨਹੀਂ ਕਦ ਹੋਏ ਨੇ ਕਦ ਨਹੀਂ ਹੋਏ। ਜੇ ਕੋਈ ਕਹਿ ਦੇਵੇ ਕਿਹੜੇ ਸੰਨ 'ਚ ਹੋਈ, ਕੋਈ ਪਤਾ ਨਹੀਂ। ਸੁਣੀ ਸੁਣਾਈ ਹੋਈ ਗੱਲ ਹੈ, ਉਹ ਗੱਲ ਚੱਲਦੀ ਹੈ। ਰਾਮਚੰਦਰ ਦੀ ਗੱਲ ਚੱਲਦੀ ਹੈ, ਸੁਣੀ ਸੁਣਾਈ ਹੋਈ ਹੈ, ਪਤਾ ਨਹੀਂ ਕਰਦੀ ਹੈ। ਇਹ ਤਾਂ ਚੱਲਦੀਆਂ ਰਹਿੰਦੀਆਂ ਨੇ ਗੱਲਾਂ, ਉਹਨਾਂ ਲੋਕਾਂ ਦੀਆਂ ਚੱਲਦੀਆਂ ਨੇ ਜਿਨ੍ਹਾਂ ਦੇ ਗਿਆਨ ਤੇ ਅਛਾਈਆਂ ਦੇ ਭਲਾਈ ਦੇ ਜ਼ੋਰ 'ਤੇ ਰਾਜ ਕੀਤਾ, ਜਿਨ੍ਹਾਂ ਨੇ ਅਛਾਈ ਦਾ ਪੰਜਾ ਲਾਇਆ ਦੁਨੀਆ ਦੇ ਉੱਤੇ। ਪੰਜੇ ਲਾਉਣ ਦਾ ਮਤਲਬ ਇਹੀ ਹੁੰਦਾ ਅਛਾਈ ਦਾ ਨਿਸ਼ਾਨ ਛੱਡਿਆ, ਜਿਨ੍ਹਾਂ ਨੇ ਆਪਣਾ ਭਲਾਈ ਦਾ ਨਿਸ਼ਾਨ ਛੱਡਿਆ, ਉਹਨਾਂ ਦੀ ਬੜੇ ਹਮੇਸ਼ਾ ਰਹਿੰਦੀ ਹੈ। ਸਵਰਨ ਕਿੰਕਣੀ ਜਾਲ ਬੱਧੇ ਬਾਣੈਤ ਗਜੋਤਮ। ਗਜੋਤਮ ਜਿਹੜੇ ਹਾਥੀ ਨੇ, ਮਸਤ ਹਾਥੀਆਂ ਦੇ ਉੱਤੇ ਸੋਨੇ ਦੇ ਜਾਲ ਪਾਏ ਹੋਏ ਨੇ। ਸੋਨੇ ਦੀਆਂ ਕੁੰਡੇ ਮਿਲਾ ਕੇ ਜਾਲੀ ਬਣਾ ਕੇ, ਤਾਂ ਕਿ ਉਹਦੇ ਕੋਈ ਹਾਥੀ ਦੇ ਜਾਂ ਹਥਿਆਰ ਲੱਗਦਾ ਨਾ, ਹਾਥੀ ਦੇ ਵੀ ਲੱਗ ਜਾਂਦਾ ਨਾ, ਉਹ ਉਹਦੇ ਲੱਗੇ ਨਾ, ਖੁੱਬੇ ਨਾ, ਉਹਦੇ ਤੀਰ ਲੱਗ ਗਿਆ। ਕੋਈ ਕਿਸੇ ਨੇ ਕੋਈ ਅੱਗੇ ਤੀਰ ਵਰਛੇ ਹੀ ਹੁੰਦੇ ਸੀ, ਵਰਛਾ ਮਾਰੇ ਉਹ ਫਿਰ ਜਾਲੀ ਉਹਨੂੰ ਲੱਗਣ ਨਹੀਂ ਦਿੰਦੀ ਉਹਦੇ ਤੇ। ਅਤੀ ਪ੍ਰਭਾਵ ਜੁਤ ਵੀਰ ਸਿੱਧ ਸਾਵੰਤ ਨਰੋਤਮ। ਅਤੀ ਪ੍ਰਭਾਵ ਪੈਂਦਾ, ਜਿਹੜਾ ਦੇਖਦਾ ਦੇਖੂਗਾ ਰਾਜੇ ਨੂੰ। ਹੁਣ ਸੋਨੇ ਦਾ ਪਾਖੜਾ, ਸੋਨੇ ਦਾ ਜਾਲ ਹਾਥੀ ਦੇ ਪਾਇਆ ਹੋਇਆ, ਪ੍ਰਭਾਵਸ਼ਾਲੀ ਹੈ। ਹਰੇਕ ਦੇਖੂਗਾ ਰਾਜੇ ਤੇ ਪ੍ਰਭਾਵਸ਼ਾਲੀ। ਆਲੇ ਦੁਆਲੇ ਵੀਰ ਜਿਹੜੇ ਨੇ, ਬਹਾਦਰ ਨੇ, ਉਹ ਵੀ ਇਕਜੁੱਟ ਨੇ ਸਾਰੇ। ਉਹਨਾਂ 'ਚ ਆਪਸ ਵਿੱਚ ਇਹ ਨਹੀਂ ਹੈਗਾ ਵੀ ਫਟੇ ਹੋਏ ਨੇ, ਇਹ ਰਾਜੇ ਦਾ ਕੋਈ ਮਤਲਬ ਹੈ ਅੰਦਰੋਂ ਮੈਲ ਹੈ। ਇੱਕ ਦੂਏ 'ਚ ਏਕਤਾ ਹੈ ਸਾਰਿਆਂ ਦੇ ਵਿੱਚ। ਜਿਹੜੇ ਫੌਜ ਦੇ ਜਿਹੜੇ ਜਵਾਨ ਨੇ ਆਲੇ ਦੁਆਲੇ, ਉਹ ਵੀ ਏਕਤਾ ਹੈ ਸਾਰਿਆਂ 'ਚ। ਸਾਵੰਤ ਨਰੋਤਮ, ਹਾਂ, ਜਿਹੜੇ ਉਹਦੇ ਸਾਵੰਤ ਨੇ,
ਸਾਵੰਤ ਹੁੰਦੇ ਨੇ ਜਿਹੜੇ ਵਜ਼ੀਰ ਨੇ, ਸਾਵੰਤ ਸਲਾਹਕਾਰ ਨੇ, ਸਲਾਹਕਾਰ ਉਹ ਵੀ ਨਰੋਤਮ ਨੇ, ਉੱਤਮ ਨਰ ਨੇ, ਸਿਆਣੇ ਨੇ, ਬਹੁਤ ਅਤ ਸਿਆਣੇ ਬੰਦੇ ਰੱਖੇ ਹੋਏ ਨੇ ਉਹਨੇ। ਆਪਣੇ ਸਲਾਹਕਾਰ ਬਹੁਤ ਸਿਆਣੇ ਬੰਦੇ ਰੱਖੇ ਨੇ, ਪਾਗਲ ਨਹੀਂ ਰੱਖੇ ਹੋਏ। ਹਾਂ, ਇਹ ਛਵੀ ਹੰਕਾਰ ਨਾਮਾ ਸੁਭਟ ਅਤੀ ਬਲਿਸ਼ਟ ਤਹਿ ਮਾਨੀ ਹੈ। ਬਸ ਜਿਹੜਾ ਹੰਕਾਰ ਹੈ ਨਾ ਉਹਦੀ ਇਹ ਹੁੰਦੀ ਹੈ। ਜਿੱਥੇ ਹੰਕਾਰ ਪ੍ਰਧਾਨ ਹੋਵੇ ਜਦੋਂ ਰਾਜ ਦੇ ਵਿੱਚ, ਉਦੋਂ ਸਾਰੀ ਕਰੀਮ ਵਾਹਲ ਦੇਖੋ ਨਾ, ਹੁਣ ਸਾਰੀ ਕਰੀਮ ਹੀ ਲੈ ਕੇ ਆਉਂਦੇ ਨੇ ਜਿੰਨੇ ਅਫਸਰ ਨੇ, ਸਾਰੇ ਅਕਲਮੰਦ ਲੈ ਕੇ ਆਉਂਦੇ ਨੇ। ਕੰਪੀਟੀਸ਼ਨ ਹੁੰਦੇ ਨੇ, ਕਰੀਮ ਬਾਹਰ ਕੱਢ ਕੇ ਉਹਨਾਂ ਨੂੰ ਨੌਕਰੀਆਂ ਵੱਡੀਆਂ ਦੇ ਦਿੰਦੇ ਨੇ, ਤਾਂ ਸਰਕਾਰ ਚੱਲਦੀ ਹੈ। ਉਹ ਹੰਕਾਰ ਦੇ ਰਾਜ ਦੀ ਨਿਸ਼ਾਨੀ ਹੈ। ਇਹ ਹੰਕਾਰ ਦੀ ਨਿਸ਼ਾਨੀ ਹੈ। ਬੈਠਾ ਕੋਈ ਹੋਵੇ, ਹੰਕਾਰ ਪ੍ਰਧਾਨ ਹੈ ਉਦਣ, ਜਦੋਂ ਆਹ ਪੋਜੀਸ਼ਨ ਹੋਵੇ ਹੰਕਾਰ ਪ੍ਰਧਾਨ ਹੈ ਉੱਥੇ। ਇਹ ਛਵੀ ਹੰਕਾਰਨਾਮਾ ਸੁਭਟ। ਹਾਂ, ਹੰਕਾਰਨਾਮਾ ਸੁਭਟ ਹੈ। ਹੰਕਾਰਨਾਮਾ ਇੱਕ ਸੂਰਬੀਰ ਹੈ, ਕੋਈ ਵੀ ਹੋਵੇ, ਚਾਹੇ ਹੰਕਾਰ ਦੇ ਰਾਜ ਦੀ ਨਿਸ਼ਾਨੀ ਹੁੰਦੀ ਹੈ। ਲੋਕਾਂ ਦੇ ਦਿਮਾਗ ਤੇ ਰਾਜ ਕਰਦਾ ਹੈ ਹੰਕਾਰ, ਡਾਂਗ ਨਾਲ, ਬੰਦੂਕ ਨਾਲ, ਭੈ ਨਾਲ। ਪਰ ਉਹ ਜਿਹੜਾ ਦੂਆ ਰਾਜ ਹੈ ਇਹ ਅਵਿਵੇਕ ਹੈ। ਗਾਹਾਂ ਗਾਹਾਂ ਇਹੀ ਅਵਿਵੇਕ ਹੈ ਹੰਕਾਰੀ। ਹੰਕਾਰ ਦਾ ਦੂਆ ਨਾ ਹੀ ਅਵਿਵੇਕ ਹੈ। ਯਾਨੀ ਜਿਹੜਾ ਆਦਮੀ ਹੰਕਾਰੀ ਹੈ ਉਹ ਅਵਿਵੇਕੀ ਹੈ, ਉਹ ਅਵਿਵੇਕ ਹੈ, ਵਿਵੇਕ ਤੋਂ ਰਹਿਤ ਹੈ। ਮਰਜ਼ੀ ਆਪਣੀ ਕਰਦਾ ਹੈ, ਆਪਣੀ ਮਰਜ਼ੀ ਕਰਨੇ ਵਾਲਾ ਵਿਵੇਕ ਹੈ। ਗੁਰ ਕੇ ਭਾਣੇ ਚੱਲਣੇ ਵਾਲਾ ਵਿਵੇਕ ਹੈ। ਗੁਰ ਕਾ ਭਾਣਾ ਵਿਵੇਕ ਹੈ, ਮਨ ਕਾ ਭਾਣਾ ਅਵਿਵੇਕ ਹੈ। ਇਹ ਮਨ ਕੇ ਭਾਣੇ ਸਰਕਾਰਾਂ ਆਪਣੀ ਆਪਣੀ ਮਰਜ਼ੀ ਉਹ ਕਰਦੀਆਂ ਨੇ, ਅਫਸਰ ਆਪਣੀ ਆਪਣੀ ਮਰਜ਼ੀ ਉਹ ਕਰਦੇ ਨੇ। ਕਹਿੰਦੇ ਨੇ ਵਿਵੇਕ ਨਾਲ ਚੱਲਣਾ ਚਾਹੀਦਾ ਹੈ। ਕੋਰਟਾਂ ਦੇ ਵਿੱਚ ਜ਼ਰੂਰ ਹੈ ਗੱਲ ਕਿ ਆਪਣੇ ਵਿਵੇਕ ਤੇ ਫੈਸਲਾ ਦਿਓ। ਕੋਰਟਾਂ 'ਚ ਵਿਵੇਕ ਨੂੰ ਪ੍ਰਧਾਨ ਰੱਖਿਆ ਹੋਇਆ। ਫੌਜ ਵਿੱਚ ਵਿਵੇਕ ਪ੍ਰਧਾਨ ਨਹੀਂ ਹੈ। ਉੱਥੇ ਵਿਵੇਕ ਦਾ ਕੋਈ ਕੰਮ ਨਹੀਂ। ਇੱਥੇ ਵਿਵੇਕ ਦਾ ਕੰਮ ਤਾਂ ਚਾਹੀਦਾ ਮਿਨਿਸਟਰਾਂ ਕੋਲ ਵੀ, ਪਰ ਵਿਵੇਕ ਦੀ ਗੱਲ ਨਹੀਂ ਹੋ ਰਹੀ ਉੱਥੇ ਹੰਕਾਰ ਦੀ ਗੱਲ ਹੋ ਰਹੀ ਹੈ। ਜ਼ਿਆਦਾ ਕਾਨੂੰਨ ਦੀ ਗੱਲ ਹੋਵੇ, ਕਾਨੂੰਨ ਵੀ ਮਰਜ਼ੀ ਨਾਲੇ ਬਣਾਏ ਹੋਏ ਨੇ। ਜੇ ਵਿਵੇਕ ਦਾ ਕਾਨੂੰਨ ਹੋਵੇ, ਸਾਰੀ ਵਰਲਡ ਦਾ ਕਾਨੂੰਨ ਇੱਕੋ ਹੀ ਹੋਵੇ। ਵਿਵੇਕ ਦੇ ਤਹਿਤ ਕਾਨੂੰਨ ਹੋਵੇ, ਸਾਰੀ ਵਰਲਡ ਦਾ ਇੱਕੋ ਹੀ ਹੋਵੇ। ਹਾਂਜੀ, ਅਤੀ ਬਲਿਸ਼ਟ ਤਹਿ ਮਾਨੀ ਹੈ। ਅਤੀ ਬਲਿਸ਼ਟ, ਅਤੀ ਬਲਵਾਨ ਹੁੰਦਾ ਹੈ ਉਹ ਰਾਜ। ਉਸ ਵੇਲੇ ਸਿਰ ਚੁੱਕਣੇ ਨਹੀਂ ਦਿੰਦਾ ਕਿਸੇ ਨੂੰ। ਜਿਹੜਾ ਸਿਰ ਚੁੱਕਦਾ ਹੈ ਉਸੇ ਦਾ ਸਿਰ ਕੱਟ ਦਿੱਤਾ ਜਾਂਦਾ, ਕੁਚਲ ਦਿੱਤਾ ਜਾਂਦਾ। ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਖਤਮ ਕਰ ਦਿੱਤੀ ਜਾਂਦੀ ਹੈ। ਇੱਥੇ ਤਾਂ ਚਲੋ ਆਪਣੇ ਦਾ ਫੇਰ ਵੀ ਬਹੁਤ ਫਰਕ ਹੈ। ਵੋਟਾਂ ਦਾ ਰਾਜ ਹੈ, ਡੈਮੋਕ੍ਰੇਸੀ ਹੈ, ਇੱਦਾਂ ਹੋ ਨਹੀਂ ਸਕਦਾ ਇੰਨਾ ਕੁਛ। ਪਰ ਜਿੱਥੇ ਤਾਨਾਸ਼ਾਹੀ ਰਾਜ ਹੈ, ਚਾਈਨਾ ਦੇ ਵਿੱਚ ਵੀ ਤਾਨਾਸ਼ਾਹੀ ਰਾਜ ਵਰਗਾ ਹੀ ਹੈ। ਕਹਿਣ ਨੂੰ ਡੈਮੋਕ੍ਰੇਸੀ ਹੈ, ਦੂਈ ਪਾਰਟੀ ਪੈਦਾ ਨਹੀਂ ਹੋਣ ਦੇਣੀ। ਜਦ ਉੱਥੇ ਹੰਕਾਰ ਦਾ ਹੀ ਰਾਜ ਹੈ। ਜਿਹ ਜਗਤ ਜੀਵ ਜੀਤ ਸਭੈ ਆਪ ਅਜਿਤ ਤਹਿ ਜਾਨੀ ਹੈ। ਉਹਨੇ ਸਾਰੇ ਇਹ ਹੰਕਾਰ ਹੈ ਜਿਹੜਾ ਨਾ, ਹੰਕਾਰ ਨੇ ਦੁਨੀਆ ਦੇ ਸਾਰੇ ਜੀਵ ਜਿੱਤੇ ਹੋਏ ਨੇ। ਸਾਰੇ ਜੀਵ ਜਿੱਤੇ ਨੇ ਹੰਕਾਰ ਨੇ ਦੁਨੀਆ ਦੇ। ਆਪ ਅਜਿੱਤ ਬਣਿਆ ਹੋਇਆ, ਇਹਨੂੰ ਨਹੀਂ ਕੋਈ ਜਿੱਤ ਸਕਦਾ। ਆਪ ਅਜਿੱਤ ਤਹਿ ਜਾਨੀ ਹੈ। ਜੇ ਸਾਰੇ ਜਿੱਤ ਲਏ ਉਹਨੂੰ ਜਿੱਤ ਮੰਨ ਲਓ, ਜਿੱਤੇ ਮੰਨਣਾ ਪਊਗਾ। ਹੰਕਾਰ ਨੂੰ ਨਹੀਂ ਕਿਸੇ ਨੇ ਜਿੱਤਿਆ, ਜੀਵ ਨੇ ਨਹੀਂ ਜਿੱਤਿਆ ਕਿਸੇ ਨੇ ਹੰਕਾਰ ਨੂੰ। ਗੱਲ ਜੀਵ ਦੀ ਚੱਲੀ ਹੈ। ਜੀਵ ਉਹ ਹੈ ਜਿਹੜਾ ਬ੍ਰੇਨ 'ਚ ਕੰਮ ਕਰਦਾ। ਅਕਲ ਦੇ ਜ਼ੋਰ ਨਾਲ ਨਹੀਂ ਹੰਕਾਰ ਜਿੱਤ ਹੁੰਦਾ। ਹੰਕਾਰ ਨੂੰ ਜਿਤਾਉਣ ਵਾਸਤੇ ਗੁਰੂ ਦੀ ਲੋੜ ਹੈ, ਵਿਵੇਕ ਦੀ ਲੋੜ ਹੈ। ਉਹਨੂੰ ਫਿਰ ਕਿਸੇ ਹੋਰ ਸਪੈਸ਼ਲ ਅਕਲ ਦੀ ਲੋੜ ਹੈ ਜਿਹੜੀ ਦੁਨੀਆ ਤੋਂ ਬਾਹਰ ਹੈ। ਦੁਨੀਆ ਤੋਂ ਪਰਿਓਂ ਅਕਲ ਆਊਗੀ। ਦੁਨੀਆ ਦੇ ਵਿੱਚ ਐਸੀ ਅਕਲ ਨਹੀਂ ਜਿਹੜੀ ਹੰਕਾਰ ਨੂੰ ਜਿੱਤ ਲਵੇ। ਦੁਨੀਆ ਦਾ ਪਦਾਇਸ਼ ਹੈ ਹੰਕਾਰ ਦੀ ਹੈ। ਹੰਕਾਰ ਦੀ ਪਦਾਇਸ਼ ਹੈ ਦੁਨੀਆ। ਇਹਨੂੰ ਕਿਵੇਂ, ਹੰਕਾਰ ਨੂੰ ਕਿਵੇਂ ਜਿੱਤ ਲੂ ਕੋਈ? ਦੁਨੀਆ ਦਾ ਆਦਮੀ ਨਹੀਂ ਕੋਈ ਜਿੱਤ ਸਕਦਾ। ਦੁਨੀਆ 'ਚ ਕੋਈ ਐਸੀ ਅਕਲ ਨਹੀਂ ਜਿਹੜੀ ਹੰਕਾਰ ਦੇ ਖਿਲਾਫ ਇਸਤੇਮਾਲ ਹੋਵੇ। ਦੁਨੀਆ 'ਚ ਹੰਕਾਰ ਪ੍ਰਧਾਨ ਹੈ। ਸੱਚਖੰਡ ਦੇ ਵਿੱਚ ਨਾਮ ਪ੍ਰਧਾਨ ਹੈ। ਹੋਮੈ ਨਾਵੈ ਨਾਲ ਵਿਰੋਧ ਹੈ।
ਉਹ ਜਿਹਦਾ ਨਾਮ ਨਾਲ ਵਿਰੋਧ ਹੈ ਉਹਨੂੰ ਜਿੱਤ ਕੌਣ ਲਊ? ਉਹਨੂੰ ਕੌਣ ਜਿੱਤੂ? ਨਾਮ ਦਾ ਆਸਰਾ ਲੈ ਕੇ ਹੰਕਾਰ ਤੋਂ ਬਚ ਸਕਦੇ ਹੋ ਤੁਸੀਂ। ਜਿੱਤੂ ਨਾਮ ਹੈ ਉਹਨੂੰ ਤੁਸੀਂ ਨਹੀਂ ਜਿੱਤ ਸਕਦੇ। ਜੇ ਸਿੰਘ ਖਰਗੋਸ਼ ਸ਼ੇਰ ਦੀ ਸ਼ਰਨ ਚਲਾ ਗਿਆ, ਇਹ ਹਿਰਨ ਸ਼ੇਰ ਦੀ ਸ਼ਰਨ 'ਚ ਚਲਿਆ ਗਿਆ, ਸ਼ੇਰ ਨੇ ਕਹਿਤਾ ਤੂੰ ਆ ਜਾ ਮੇਰੇ ਕੋਲ, ਮੈਂ ਤੈਨੂੰ ਕੁਝ ਨਹੀਂ ਕਹਿੰਦਾ। ਗਿੱਦੜ ਬਘਿਆੜਾਂ ਤੇ ਤਾਂ ਹੀ ਬਚ ਸਕਦਾ ਉਹ। ਸ਼ੇਰ ਨੂੰ ਛੱਡ ਕੇ ਪਰੇ ਹੋ ਜਾਵੇ ਫਿਰ ਦੇਖ ਲਵੇ। ਉਹ ਡਰ ਸ਼ੇਰ ਦਾ, ਉਹਦਾ ਨਹੀਂ ਕੋਈ ਡਰ ਉਹਨਾਂ ਨੂੰ। ਫਿਰ ਵੀ ਉਹ ਤਾਂ ਉਹੋ ਜਿਹਾ ਹੀ ਹੈ। ਮਿਰਗ ਤਾਂ ਮਿਰਗ ਹੀ ਹੈ ਸ਼ੇਰ ਦੀ ਸ਼ਰਨ ਜਾ ਕੇ ਵੀ। ਫਿਰ ਮਿਰਗ ਨੇ ਜਿੱਤਿਆ। ਨਹੀਂ ਡਰ ਸ਼ੇਰ ਦਾ, ਉਹਨੂੰ ਮਿਰਗ ਦਾ ਨਹੀਂ ਡਰ ਹੈ ਕੋਈ ਵੀ। ਸਿੰਘ ਸ਼ਰਨ ਕੱਥ ਜਾਈਏ, ਹਾਂ ਜੇ ਜੰਬਕ ਰਸ ਹੈ। ਜੰਬਕ ਉੱਥੇ ਨਹੀਂ ਖਾ ਸਕਦਾ ਤੁਹਾਨੂੰ ਗਿੱਦੜ। ਫਿਰ ਜਿੱਤਿਆ ਤਾਂ ਸ਼ੇਰ ਨੇ ਜਿੱਤਿਆ ਹੋਇਆ। ਉਹ ਡਰ ਸ਼ੇਰ ਦਾ, ਆਪਣਾ ਤਾਂ ਕੋਈ ਡਰ ਨਹੀਂ ਹੈ। ਜਿੰਨਾ ਚਿਰ ਉੱਥੇ ਆ ਉਹਦੇ ਨਾਲ ਲੱਗੇ ਹੋਏ ਆ। ਜਿੰਨਾ ਚਿਰ ਦਾਣਾ ਕਿੱਲੀ ਨਾਲ ਖੜਾ, ਚੱਕੀ ਦੀ ਨਾਲ ਬਚਿਆ ਹੋਇਆ, ਜਾਂ ਕਿੱਲੀ ਤੋਂ ਬਾਹਰ ਗਿਆ ਰਗੜਿਆ ਜਾਣ। ਜਦ ਆਟਾ ਬਣ ਜਾਣ, ਕਿੱਲੀ ਤੋਂ ਪਰੇ ਜਾਂਦੀ ਸਾਰੇ ਆਟਾ। ਉਹ ਕਿੱਲੀ ਦੇ ਨਾਲ ਖੜਾ ਕਰਕੇ ਬਚਿਆ ਹੋਇਆ। ਉਹ ਚੱਕੀ ਦੇ ਪੁੱਲ ਪੱਥਰ ਨਾਲ ਨਹੀਂ ਕਹਿਣਾ ਹੋ ਗਿਆ ਵੀ ਪੱਥਰ ਉਹਨੂੰ ਪੀ ਨਹੀਂ ਸਕਦਾ। ਪੱਥਰ ਉਹਨੂੰ ਪੀ ਦੂਗਾ ਜੇ ਪੱਥਰ ਦੇ ਨੇੜੇ ਜਾਊਗਾ। ਬਹੁਤੇ ਨੇੜੇ ਨਹੀਂ ਜਾਣਾ। ਇਸ ਕਰਕੇ ਕਿਹਾ ਵੀ ਉਹ ਅਜਿੱਤ ਹੈ ਰਾਜਾ। ਹੁਣ ਉਹ ਦੱਸਣ ਲੱਗਿਆ ਵੀ ਇਹ ਹੰਕਾਰ ਹੈ ਕੀ। ਪਿੱਛੋਂ ਕੁਝ ਹੋਰ ਪੜ੍ਹਦੇ ਆਏ ਆ। ਇਹ ਪੜ੍ਹਾਈ ਕੁਛ ਹੋਰ ਹੈ। ਹੁਣ ਇਹ ਹੋਰ ਪੜ੍ਹਾਈ ਹੈ ਦੂਏ ਪਾਸੇ ਤੋਂ। ਹਾਂ ਹੰਕਾਰ ਅਜਿੱਤ ਕਿਉਂ ਹੈ? ਹਾਂ ਜਗਤ ਜੀਵ ਜੀਤ ਸਭ ਹੈ, ਆਪ ਅਜਿਤ ਤਹਿ ਜਾਨੀ ਹੈ। ਸੰਸਾਰ ਅਜਿਤ ਮੰਨਦਾ ਉਹਨੂੰ ਹੰਕਾਰ ਨੂੰ। ਹੰਕਾਰ ਦਾ ਪਤਾ ਹੀ ਨਹੀਂ ਕਿਸੇ ਨੂੰ ਹੈਗਾ ਵੀ ਹੰਕਾਰ ਹੈ। ਹੰਕਾਰ ਦਾ ਰੜਕਦਾ ਹੀ ਨਹੀਂ ਕਿਸੇ ਨੂੰ। ਹੰਕਾਰ ਦਾ ਕੰਡਾ ਜ਼ਰੂਰ ਰੜਕਦਾ। ਤਿੰਨ ਅੰਤਰ ਹੋਮੇ ਕੰਡਾ ਹੈ। ਉਹ ਕੰਡਾ ਹੰਕਾਰ ਦਾ ਕੀ ਹੁੰਦਾ? ਹੰਕਾਰ ਦਾ ਕੰਡਾ ਚਿੰਤਾ। ਕਹਿੰਦੇ ਹੰਕਾਰ ਨਹੀਂ ਰੜਕਣਾ ਤੁਹਾਨੂੰ ਕਦੇ ਵੀ, ਚਿੰਤਾ ਰੜਕੂਗੀ। ਜਿੱਦਣ ਚਿੰਤਾ ਨਾ ਰਹੀ ਸਮਝੋ ਹੰਕਾਰ ਹੈ ਨਹੀਂ। ਚਿੰਤਾ ਕਿਹਦੀ ਹੈ? ਹੰਕਾਰ ਤੋਂ ਹੀ ਚਿੰਤਾ ਤੁਹਾਨੂੰ। ਹੰਕਾਰ ਦੀ ਉਹ ਚਿੰਤਾ, ਹੰਕਾਰ ਰੜਕਦਾ। ਗਿੱਦੜਾਂ 'ਚ ਰਹਿੰਦਾ, ਬਘਿਆੜਾਂ 'ਚ ਰਹਿੰਦਾ। ਮਿਰਗ ਬਘਿਆੜਾਂ ਗਿੱਦੜਾਂ ਦੀ ਚਿੰਤਾ ਵੀ ਖਾ ਜਾਣਗੇ। ਚਿੰਤਾ ਤਾਂ ਉਹਦੀ ਹੋਈ ਹੈ। ਜਿੱਦਣ ਇਹਨਾਂ ਦੀ ਸੰਗਤ ਛੱਡਤੀ ਚਿੰਤਾ ਮਿਟ ਜੂ। ਜਿੱਦਣ ਹੰਕਾਰ ਦੀ ਸੰਗਤ ਛੱਡਤੀ। ਹੰਕਾਰ ਗਿੱਦੜ ਬਘਿਆੜੇ ਆ। ਸ਼ੇਰ ਤਾਂ ਨਾਮ ਹੈ, ਸ਼ੇਰ ਨਾਮ ਹੈ। ਉਹ ਨਹੀਂ ਖਾਂਦਾ। ਸਿੰਘ ਦੀ ਸ਼ੇਰ ਦੀ ਸਵਾਰੀ ਉਹ ਚੰਡੀ ਹੈ। ਚੰਡੀ ਕਿਹਦੀ? ਉਸੇ ਸ਼ੇਰ ਦੀ ਸਵਾਰੀ ਹੈ। ਉਹ ਖਾਂਦਾ ਨਹੀਂ, ਉਹ ਬਚਾਉਣ ਵਾਲਾ ਸ਼ੇਰ ਹੈ। ਬਸ ਇੰਨਾ ਹੀ ਫਰਕ ਹੈ। ਉਹ ਸ਼ੇਰ ਬਚਾਉਣ ਵਾਲਾ, ਇਹ ਸ਼ੇਰ ਖਾਣ ਵਾਲਾ। ਸਾਡੇ ਸ਼ੇਰ ਖਾਣ ਵਾਲੇ ਨੇ, ਉਹ ਬਚਾਉਣ ਵਾਲਾ ਸ਼ੇਰ ਹੈ। ਹਾਂ ਛਪੈ ਛੰਦ ਸੇਤ ਹਸਤ ਆਰੂੜ ਢੁਰਤ ਚਹੂ ਔਰ ਚਵਰ ਬਾਰ। ਸੇਤ ਹਸਤ। ਹੁਣ ਇੱਕ ਹੋਰ ਹੈ। ਇਹਦਾ ਕਾਲਾ ਸੀ ਰੂਪ ਹੰਕਾਰ ਦਾ, ਨੀਲਾ ਥੋੜਾ ਜਿਹਾ। ਨਾ ਕਾਲਾ ਸੀ ਨਾ ਚਿੱਟਾ ਸੀ, ਨੀਲਾ ਰੂਪ ਸੀ ਗਿਆਨ ਦਾ। ਇਹਦਾ ਚਿੱਟਾ ਰੂਪ ਹੈ। ਸੇਤ ਹਸਤ ਅਰੂੜ ਢੁਰਤ। ਹਾਂ ਇਹ ਚਿੱਟਾ ਹੈ। ਚਾਨਣਾ ਕਰੂ ਤੁਸੀਂ ਮੰਨ ਲਓਗੇ ਵੀ ਹਾਂ ਇਹੀ ਧਰਮ ਹੈ। ਧਰਮ ਨੂੰ ਮੰਨੀ ਬੈਠੇ ਨੇ ਲੋਕ ਵੀ ਠੀਕ ਹੈ। ਅਰਬਾਂ ਖਰਬਾਂ ਰੁਪਏ ਦੇ ਚੜਾਵੇ ਚੜ੍ਹਦੇ ਨੇ। ਮੰਨਦੇ ਨੇ ਵੀ ਸਾਨੂੰ ਸੁਰਗ ਮਿਲ ਜੂਗਾ। ਮੰਨਦੇ ਨੇ ਸਾਨੂੰ ਇੱਥੋਂ ਸੁੱਖ ਪੂਰੀ ਹੋਈ ਹੈ ਸਾਡੀ। ਸ਼ੰਕਾ ਕੋਈ ਨਹੀਂ ਹੈ ਕਿਸੇ ਨੂੰ। ਸ਼ੰਕਾ ਕੋਈ ਨਹੀਂ, ਸੇਤ ਹੈ। ਫਿਰ ਜਿੱਥੇ ਸ਼ੰਕਾ ਨਹੀਂ, ਸੇਤ ਹੈ। ਸੇਤ ਹਸਤ ਅਰੂੜ ਢੁਰਤ। ਅਰੂੜ ਸਿਰ ਤੇ ਚੌੜ ਝੁਲਦੇ ਨੇ। ਗਿਆਨ ਦੀਆਂ ਗੱਲਾਂ ਕਰਦਾ, ਗਿਆਨ ਦੀਆਂ ਗੱਲਾਂ ਕਰਦਾ ਹੈ। ਦੁਨੀਆ ਉਮੜ ਕੇ ਆਉਂਦੀ ਹੈ, ਪਬਲਿਕ ਆ ਰਹੀ ਹੈ। ਮਿਲੂਗਾ ਕੀ? ਫਤਿਹਗੜ੍ਹ ਸਾਹਿਬ ਦੁਨੀਆ ਜਾਊਗੀ ਚਾਰੇ ਪਾਸਿਆਂ ਤੇ। ਕੀ ਮਿਲੂਗਾ? ਜਿਹੜਾ ਕੁਝ ਮਿਲੂਗਾ ਲੋਕ ਉਹਨੂੰ ਗਿਆਨ ਮੰਨਦੇ ਨੇ, ਭਾਵੇਂ ਉਹ ਗਿਆਨ ਨਹੀਂ ਹੈ। ਚਹੂ ਔਰ ਚਬਰਵਾਰ। ਚਹੂ ਔਰ ਤੇ ਚਬਰ।
ਚਾਹੋਂ ਹੋਰ ਤੇ ਚੌਰ ਚੱਲਦੇ ਹੀ ਜਾਂਦੇ ਨੇ। ਜਦ ਸ਼ਰਧਾ ਨਾਲ ਲੋਕ ਜਾਂਦੇ ਨੇ, ਚੌਰ ਸ਼ਰਧਾ ਦੇ ਚੌਰ ਹੁੰਦਾ। ਔਰ ਚੌਰ ਕਿਹੜਾ ਸਿਰ ਤੇ, ਜਿਹੜਾ ਸ਼ਰਧਾ ਰੱਖ ਕੇ ਜਾਂਦਾ ਉਹ ਚੌਰ ਕਰਦਾ ਹੀ ਜਾਂਦਾ ਇੱਕ ਕਿਸਮ ਦਾ। ਜਿਹੜਾ ਸੁਰਤ ਸ਼ਰਧਾ ਰੱਖ ਕੇ ਜਾਂਦੀ ਹੈ, ਲੋਕ ਜਾਂਦੇ ਹੀ ਨੇ, ਨੈਣਾ ਦੇਵੀ ਜਾਂਦੇ ਨੇ, ਤੀਰਥਾਂ ਦੇ ਜਾਂਦੇ ਨੇ, ਸ਼ਰਧਾ ਰੱਖ ਕੇ ਜਾਂਦੇ ਨੇ। ਉਹ ਚੌਰ ਸ਼ਰਧਾ ਦਾ ਹੀ ਕਰਦੇ ਜਾਂਦੇ ਨੇ। ਹੋਰ ਚੌਰ ਕਿਹੜਾ ਹੱਥ 'ਚ ਹੁੰਦਾ? ਜੇ ਹੱਥ 'ਚ ਚੌਰ ਹੋਵੇ, ਦਿਲ 'ਚ ਕਪਟ ਹੋਵੇ, ਫਿਰ ਕਾਹਦਾ ਚੌਰ ਹੈ? ਚਾਰੇ ਪਾਸੇ ਤੋਂ ਲੋਕ ਸ਼ਰਧਾ ਨਾਲ ਉਹਨੂੰ ਦੇਖਦੇ ਨੇ, ਸ਼ਰਧਾ ਦੀ ਨਿਗਾਹ ਨਾਲੇ ਦੇਖਦੇ ਨੇ। ਸਵਰਨ ਕੀਕਣੀ ਬਤੇ ਨਿਰਖ ਮੋਹਤ ਨਾਰੀ ਨਾਰ। ਸਵਰਨ ਕੰਗਣੀ ਇਹਦੇ ਵੀ ਬੰਨੇ ਨੇ ਸਿਰ ਤੇ, ਸੋਨਾ ਸੋਨਾ ਪਾਇਆ ਹੈ। ਹੁਣ ਹੁੰਦਾ ਨਹੀਂ, ਦੇਵੀ ਦੇਵਤਿਆਂ ਦੇ ਸੋਨੇ ਦੇ ਗਹਿਣੇ ਪਾਏ ਹੋਏ ਨੇ ਆਪਣੇ ਅੱਗੇ। ਆਪਣੇ ਜਿਹੜੇ ਹੁੰਦੇ ਨੇ ਪਹਿਲਾਂ ਇਹ ਵੀ ਕੰਨਾਂ ਦੇ ਵਿੱਚ ਮੁੰਦਰਾਂ ਪਾਉਂਦੇ ਤੇ ਸੋਨੇ ਦੀਆਂ, ਜੋਗੀ ਉੱਪਰ ਲਾਲ ਜੜਾਓ। ਹਾਂ, ਹੁਣ ਦੇਵੀ ਦੇਵਤਿਆਂ ਦੇ ਪਾਉਣ ਲੱਗ ਗਏ। ਨਿਰਖ ਮੋਹਤ ਨਾਰੀ ਨਾਰ। ਦੇਖ ਕੇ ਸਾਰੇ ਨਾਰੀ ਨਾਰ ਮੋਹਦੇ ਨੇ, ਮੋਹੇ ਜਾਂਦੇ ਨੇ। ਹੁਣ ਦੇਵੀ ਦੇਵਤਿਆਂ ਦੇ ਕਿੰਨੇ ਮੁਕਟ ਪਾਉਂਦੇ ਨੇ ਲੋਕ, ਕਿੰਨਾ ਕਿੰਨਾ ਚੜਾਉਂਦੇ ਨੇ। ਕਰੋੜਾਂ ਕਈ ਕਰੋੜ ਰੁਪਈਏ ਦੇ ਹੁਣ ਉਹ ਗਹਿਣੇ, ਪਤਾ ਨਹੀਂ ਕਿਹੜੀ ਦੇਵੀ ਦਾ ਸੀ, ਉੱਥੇ ਪਿੱਛੇ ਆਇਆ, ਉਹਨਾਂ ਨੇ ਬਣਾਇਆ ਸੀ ਉਹਦੇ ਪਾਉਣ ਨੂੰ ਨੱਥ, ਪਤਾ ਨਹੀਂ ਹਾਰ, ਕੋਈ ਚੀਜ਼ ਇਹੋ ਜਿਹੀ ਬਣਾਈ ਸੀ। ਸ਼ਰਧਾ ਰੱਖਦੇ ਨੇ ਲੋਕ। ਸਾੜੀ ਬਣਾਈ ਸੀ, ਸਾੜੀ ਪਤਾ ਨਹੀਂ ਕਿੰਨੇ ਕਰੋੜ ਦੀ, ਹੀਰੇ ਜੜ ਕੇ, ਜਰੀ ਜੜ ਕੇ ਬਣਾਉਂਦੇ ਨੇ। ਜੇ ਉਹਨਾਂ ਦਾ ਭਰੋਸਾ ਤਾਂ ਹੀ ਬਣਾਉਂਦੇ ਨੇ। ਸੁਭਰ ਸਹਿਥੀ ਪਾਨ ਪ੍ਰਭਾ ਕਰਮ ਅਸੀ ਧਾਵਤ। ਕੀ ਸੁਭਰ ਸਹਿਥੀ ਪਾਨ ਪ੍ਰਭਾ? ਅੱਛਾ, ਸੁਭਰ ਸਹਿਥੀ। ਹਾਂ, ਸਹਿਤੀ ਹੱਥ ਦੇ ਵਿੱਚ ਜਿਹੜੀ ਤਲਵਾਰ ਹੈ ਉਹਦੇ, ਸਹਿਤੀ ਹੈ। ਸਹਿਤੀ ਹੁੰਦੀ ਹੈ ਸਹਾਇਤਾ ਕਰਨ ਵਾਲੀ। ਐਸੀ ਬੋਲੀ ਬੋਲਦਾ ਵੀ ਤੁਹਾਡੀ ਬਾਂਹ ਫੜ ਕੇ ਤੁਹਾਨੂੰ ਭਵਸਾਗਰ ਤੋਂ ਉਤਾਰ ਦੇਣਾ। ਐਸੀ ਬੁੱਧੀ ਹੈ ਦੀ ਗੱਲ, ਐਸੀ ਅਕਲ ਦੀ ਗੱਲ, ਐਸੀ ਸਿੱਖਿਆ ਉਹਦੀ। ਸਿੱਖਿਆ ਹੀ ਤਲਵਾਰ ਹੁੰਦੀ ਹੈ। ਗਿਆਨ ਖੜਗ ਸਿੱਖਿਆ ਹੀ ਹੁੰਦੀ ਹੈ। ਉਹਦੀ ਸਿੱਖਿਆ ਸਹਿਤੀ ਹੈ, ਸਹਾਇਤਾ ਕਰਨ ਵਾਲੀ ਹੈ, ਸਭ ਦੀ ਬਾਂਹ ਫੜਨ ਵਾਲੀ ਹੈ। ਜਿੰਨੇ ਜਾਂਦੇ ਨੇ ਉੱਥੇ, ਕਿਸੇ ਦਾ ਕੋਈ ਸਵਾਲ ਹੈ, ਕਿਸੇ ਦਾ ਕੋਈ ਸਵਾਲ ਹੈ, ਕਿਸੇ ਦੀ ਕੋਈ ਇੱਛਾ ਹੈ, ਕਿਸੇ ਦੀ ਕੋਈ ਇੱਛਾ ਹੈ। ਸੁੱਖਾਂ ਪੂਰੀਆਂ ਕਰਨ ਵਾਲੀ ਹੈ, ਸਾਰੀਆਂ ਹੀ ਸੁੱਖਾਂ ਪੂਰੀਆਂ ਕਰਨ ਵਾਲੀ ਹੈ। ਕਿਸੇ ਦੀ ਕੋਈ ਸੁੱਖ ਹੋਵੇ ਇਹ ਜਾਣੀ ਉੱਥੇ ਹੈ ਵੀ ਇੱਥੇ ਸਭ ਸੁੱਖਾਂ ਪੂਰੀਆਂ ਹੁੰਦੀਆਂ ਨੇ ਜੀ। ਪਾਨ ਪ੍ਰਭਾ। ਹਾਂ, ਪਾਨ ਪ੍ਰਭਾ ਵੀ ਹੱਥ ਜਿਹਦੇ ਸਿਰ ਤੇ ਰੱਖਦਾ ਉਹਦੀ ਸੁੱਖ ਪੂਰੀ ਹੋ ਗਈ। ਪਾਨ ਹੱਥ ਨੂੰ ਕਹਿੰਦੇ ਨੇ ਨਾ, ਵੀ ਇਹਦੇ ਹੱਥ 'ਚ ਹੈ ਸਭ ਕੁਛ। ਕਰਮ ਅਸੀਂ ਧਾਵਤ, ਉਹਦੇ ਹੱਥ 'ਚ ਹੈ ਸਭ ਕੁਛ। ਆਪਾਂ ਕਹਿੰਦੇ ਆ ਨਾ, ਉਹਦੇ ਵਿੱਚ ਆਇਆ ਨਾ, ਸਭ ਨਿਦਾਨ ਦਸ ਅਸ਼ਟ ਸਿਧਾਨ, ਠਾਕਰ ਕਰ ਤਲ ਧਰਿਆ। ਉਹਦਾ ਠਾਕਰ ਹੋਰ ਕੋਈ ਹੈ, ਇਹਨਾਂ ਨੇ ਇੱਥੇ ਬਣਾ ਲਏ। ਇਹਦੇ ਹੱਥ 'ਚ ਹੈ ਸਭ ਕੁਛ ਭਾਈ। ਸ਼ਿਵ ਦੇ ਹੱਥ 'ਚ ਹੈ ਸਭ ਕੁਛ, ਮੰਨੀ ਬੈਠੇ ਨੇ। ਕੋਈ ਆਪਣੀ ਦੇਵੀ ਨੂੰ, ਲక్ష్ਮੀ ਨੂੰ ਮੰਨਦਾ, ਉਹਦੇ ਹੱਥ 'ਚੋਂ ਮੋਤੀ ਹੀਰੇ ਝੜਦੇ ਨੇ। ਮਨੌਤ ਹੈ ਕਿਸੇ ਦੀ ਕੋਈ ਹੈ, ਕਿਸੇ ਦੀ ਕੋਈ ਹੈ। ਉਹ ਲੋਕ ਅੰਦਰੋਂ ਮੰਨਦੇ ਨੇ, ਸਾਰੇ ਅੰਦਰੋਂ ਮੰਨੀ ਬੈਠੇ ਨੇ। ਸ਼ੰਕਾ 'ਚ ਨਹੀਂ ਮੰਨਦੇ ਉਹ, ਆਪਣੇ ਜਾਣੇ ਦਾ ਪੂਰਾ ਕਲੀਅਰ ਉਹਨਾਂ ਨੂੰ ਹੈਗਾ ਵੀ ਇੱਥੇ ਕੋਈ ਕਈ ਸੁੱਖਾਂ ਪੂਰੀਆਂ ਵੀ ਹੋ ਜਾਂਦੀਆਂ, ਕਈਆਂ ਦੀਆਂ ਹੋ ਕਿਉਂ ਜਾਂਦੀਆਂ ਨੇ, ਕਿਉਂ ਨਹੀਂ, ਇਹ ਤਾਂ ਅਲੱਗ ਗੱਲ ਹੈ। ਜਿਹਨਾਂ ਦੀਆਂ ਪੂਰੀਆਂ ਕਿਉਂ ਹੁੰਦੀਆਂ ਨਹੀਂ, ਉਹ ਕਿਉਂ ਨਹੀਂ ਹੁੰਦੀਆਂ, ਇੱਥੋਂ ਪਤਾ ਲੱਗਦਾ ਨਾ। ਸਾਰਿਆਂ ਦੀਆਂ ਪੂਰੀਆਂ ਨਹੀਂ ਹੁੰਦੀਆਂ, ਉਹ ਤਾਂ ਇੱਕ ਅਲੱਗ ਵਿਸ਼ਾ ਹੋ ਗਿਆ। ਪਰ ਜਿਨ੍ਹਾਂ ਦੀਆਂ ਪੂਰੀਆਂ ਹੋ ਜਾਂਦੀਆਂ ਨੇ, ਨਹੀਂ ਪੂਰੀਆਂ ਦੇ ਉਹ ਕਹਿੰਦੇ ਸਾਡੇ 'ਚ ਕੋਈ ਕਮੀ ਹੋਊ। ਉੱਥੇ ਨਹੀਂ ਕਮੀ ਕੋਈ, ਸਾਡੇ 'ਚ ਕਮੀ ਹੋ, ਇਹਦੀ ਨਾਲ ਦੀ ਪੂਰੀ ਹੋ ਗਈ, ਸਾਡੀ ਕਿਉਂ ਨਹੀਂ ਹੋਈ? ਇਹਦੇ ਅੰਦਰ ਭਗਤੀ ਸੀ, ਸ਼ਰਧਾ ਪੂਰੀ ਸੀ, ਸਾਡੇ ਸ਼ਰਧਾ 'ਚ ਕਮੀ ਸੀ। ਆਪਣੇ 'ਚ ਕਮੀ ਮੰਨਦਾ, ਉਹ 'ਚ ਕਮੀ ਫਿਰ ਨਹੀਂ ਮੰਨਦਾ। ਹਾਂ, ਨਿਰਖਾ ਦੀਪਤੀ ਦਾਮਨੀ ਪ੍ਰਭਾ ਹੀਰੇ ਪਛਤਾਵਤ। ਦੀਪਤੀ ਆ ਜਿਹੜਾ ਸੂਰਜ ਹੈ ਨਾ, ਸੂਰਜ ਨੂੰ ਵੀ ਇੰਨਾ ਲੋਕ ਨਹੀਂ ਉਹਦੀ ਚਾਨਣ ਮੰਨਦੇ ਜਿੰਨੀ ਉਹਨੂੰ ਮੰਨਦੇ ਨੇ ਵੀ ਹਾਂ ਇਹ ਸੱਚ ਹੈ। ਉਹਦਾ ਚਾਨਣ ਦਿਨ ਰਾਤ ਰਹਿਣਾ। ਦਿਨ ਸੂਰਜ ਦਾ ਰਾਤ ਨੂੰ ਦਿੰਦਾ ਹੀ ਨਹੀਂ। ਸੂਰਜ ਤਾਂ ਰਾਤ ਵੇਲੇ ਗਾਇਬ ਹੋ ਜਾਂਦਾ, ਉਹ ਤਾਂ ਰਾਤ ਨੂੰ ਦਰਸ਼ਨ ਕਰ ਲੈ, ਦਿਨ ਨੂੰ ਕਰ ਲੈ, ਇੱਕੋ ਜਿਹਾ ਹੀ ਪ੍ਰਭਾਵ ਹੈ ਉਹਦਾ ਤਾਂ। ਬਿਜਲੀ ਦੇਖੋ ਨਾ, ਹੁਣ ਆਪ ਜਗਰਾਤੇ ਕਰਦੇ ਨੇ,
ਰਾਤ ਹੀ ਹੁੰਦੀ ਹੈ। ਰਾਤ ਨੂੰ ਕਿਹੜਾ ਉਹਦੀ ਮਾਨਤਾ ਘਟ ਜਾਂਦੀ ਹੈ। ਸੂਰਜ ਦੀ ਤਾਂ ਉਹ ਨਜ਼ਰ ਮਾਨਤਾ ਜਿੰਨਾ ਜਲਦੀ ਦਾ, ਫਿਰ ਉਹਦੀ ਮਾਨਤਾ ਜਿੱਥੇ ਹੋਊ ਉੱਥੇ ਹੋਊਗੀ ਨਹੀਂ, ਜਿੱਥੇ ਜੇ ਆ ਵੀ ਜਾਣ ਘਰ ਮੰਦਰ ਚੋਂ ਕਿਤੋਂ, ਘਰ ਆ ਕੇ ਕਿਹੜਾ ਮਾਨਤਾ ਘਟ ਗਈ। ਸੂਰਜ ਦੀ ਨਹੀਂ ਇੰਨੀ ਮਾਨਤਾ ਹੈਗੀ ਆਪਾਂ ਨੂੰ, ਸੂਰਜ ਦੀ ਤਾਂ ਜਿੰਨਾ ਚਿਰ ਹੈਗਾ ਉਹਨਾਂ ਚਿਰ ਮਾਨਤਾ ਹੈ। ਉਹ ਕੀ ਕਹਿਣਾ ਜਿਹੜਾ ਪਾਣੀ ਪੂਣੀ ਦਿੰਦੇ ਨੇ ਲੋਕ, ਉਹਦੀ ਗੱਲ ਹੋਰ ਹੈ। ਹਾਂ, ਰੋਜ਼ ਇਹ ਪਾਣੀ ਵੀ ਦਿੰਦੇ ਨੇ, ਉਹਦੀ ਗੱਲ ਹੋਰ ਹੈ। ਅਸ ਦਰੋਹ ਨਾਮ ਜੋਧਾ ਵੱਡੋ ਅਤੀ ਪ੍ਰਭਾਵ ਤੇ ਜਾਨੀਐ। ਐਸਾ ਪ੍ਰਭਾਵਸ਼ਾਲੀ ਯੋਧਾ ਹੈ ਦਰੋਹ ਨਾਮ ਜੋਧਾ। ਇਹ ਕੀ ਹੈ? ਦਰੋਹ ਹੈ, ਬਾਗੀ ਹੈ, बगावत बाकी की तो है, परमेश्वर तो भागी है। असद्रोह नाम जोधा बड़ो। वो जीदा जिने बनाया, आदमी ने एक आदमी बनाया, परमेश्वर ने आदमी बनाया, आदमी ने देवता पत्थर दा और कासे दा सोने दा बनाया। वो आदमी दे बनाए हुए ते तू मनदा है ਇਹ ਆ ਜਿਹੜਾ ਪਰਮੇਸ਼ਰ ਨੇ ਮੈਨੂੰ ਬਣਾਇਆ, ਮੈਂ ਉਹ ਆਪਣੇ ਆਪ ਨੂੰ ਪ੍ਰੋਜੈਕਟ ਕਰਦਾ ਵੀ ਮੈਂ ਉਹ ਰੱਬ। ਇਹਨੇ ਕਹਿ ਨਹੀਂ ਦਿੱਤਾ ਮੈਂ ਦੂਜਾ ਉਹ ਪਾਰਸਨਾਥ ਵੀ ਦੂਜਾ ਹੁਣ ਮੈਨੂੰ ਇਹ ਕਰਤਾ ਪੁਰਖ ਮੰਨੋ। ਉਹ ਨਹੀਂ, ਉਹ ਤਾਂ ਕਿਸੇ ਨੇ ਦੇਖਿਆ ਹੀ ਨਹੀਂ, ਛੱਡੋ ਉਹਨੂੰ, ਮੈਂ ਉਹ ਹਾਂ ਜੋ ਕੁਛ ਹਾਂ। ਫਿਰ ਇਹ ਬਗਾਵਤ ਹੈ, ਇਹ ਧਰੋਹ ਹੈ, ਇਹ ਬਗਾਵਤ ਵੀ ਹੈ। ਦਰੋਹ ਬਗਾਵਤ ਨੂੰ ਕਹਿੰਦੇ ਨੇ, ਧਰੋਹ ਕਹਿੰਦੇ ਨੇ ਕਿਸੇ ਦਾ ਕਿਸੇ ਨਾਲ ਗੱਦਾਰੀ ਕਰਨੀ। ਧਰੋਹ ਨਹੀਂ ਹੈ, ਦਰੋਹ ਲਿਖਿਆ। ਹਾਂ, ਦਰੋਹ ਹੈ। ਦਰੋਹ ਦਾ ਮਤਲਬ ਵਿਦਰੋਹ, ਵਿਦਰੋਹ ਕਹਿੰਦੇ ਨੇ ਆਪਾਂ। ਉਹ ਜਿਹਨੇ ਬਣਾਇਆ ਹੈ, ਜੀ ਤੋਂ ਸਭ ਕੁਝ ਦਿੰਦਾ ਹੈ, ਜਿਹਦੇ ਵਜ੍ਹਾ ਨਾਲ ਸਾਹ ਆਉਂਦਾ, ਉਹਦੇ ਖਿਲਾਫ ਇਹ ਦਰੋਹ ਕਰਤਾ। ਤਾਂ ਇਹ ਵਿਦਰੋਹੀ ਹੈ। ਜਿਹੜਾ ਦੁਨੀਆ ਤੇ ਇਹੋ ਜਿਹਾ ਪ੍ਰਭਾਵ ਛੱਡਦਾ ਉਹ ਵਿਦਰੋਹੀ ਹੈ। ਦੇਖੋ ਕਿੱਡੀ ਬੜੀ ਗੱਲ ਕਹਿਤੀ। ਉਹ ਪਰਮੇਸ਼ਰ ਨੇ ਤੈਨੂੰ ਪੈਦਾ ਕੀਤਾ, ਤੈਨੂੰ ਰਾਜ ਦੇ ਦਿੱਤਾ, ਸਭ ਕੁਝ ਦੇ ਦਿੱਤਾ, ਉਹਦੇ ਹੀ ਖਿਲਾਫ ਵਿਦਰੋਹ ਕਰਤਾ। ਤਾ ਉਹਨੇ ਇੰਨਾ ਅਹਿਸਾਨ ਕੀਤਾ ਤੇਰੇ ਤੇ, ਐਡਾ ਬੜਾ ਤੈਨੂੰ ਬਣਾ ਦਿੱਤਾ, ਬੜੇ ਘਰ ਕੀ ਪੈਦਾ ਕਰਤਾ ਉਹਨੇ, ਤਾਂ ਆਪਣੇ ਪੈਰ ਕੋਹੜਾ ਮਾਰ ਲਿਆ। ਦਾ ਮਤਲਬ ਹੈ ਉਹਦੇ ਹੀ ਖਿਲਾਫ ਦਾ ਵਿਦਰੋਹ ਕਰਤਾ। ਕੀ ਕਹਿਣ ਨੂੰ ਤੈਨੂੰ, ਕੀ ਕਰਨ ਨੂੰ ਭੇਜਿਆ ਸੀ? ਕਰਦਾ ਤੂੰ ਕੀ ਹੈ? ਤੈਨੂੰ ਜ਼ੁਲਮ ਕਰਨ ਵਾਸਤੇ ਭੇਜਿਆ ਸੀ, ਲੋਕਾਂ ਨੂੰ ਦਬਾ ਕੇ ਰੱਖਣ 'ਚ ਭੇਜਿਆ ਸੀ। ਇੱਕ ਨੂੰ ਦੂਆ ਦਬਾਵੇ ਨਾ, ਰਾਜਾ ਤਾਂ ਬਣਾਈਦਾ। ਕੋਈ ਕਿਸੇ ਦਾ ਹੱਕ ਮਾਰੇ ਨਾ, ਰਾਜਾ ਤਾਂ ਬਣਾਈਦਾ। ਕੋਈ ਕਿਸੇ ਨੂੰ ਮਾੜਾ ਤਕੜੇ ਨੂੰ ਤੰਗ ਨਾ ਕਰੇ, ਰਾਜਾ ਤਾਂ ਬਣਾਈਦਾ। ਰਾਜੇ ਤਾਂ ਬਣਾਏ ਸੀ, ਤੂੰ ਆਪੇ ਦਬਾਉਣ ਲੱਗ ਗਿਆ। ਤੇਰੇ ਨਾਲ ਪਾਰਟੀ ਵਾਲੇ ਦਬਾਉਣ ਲੱਗ ਗਏ, ਸਪੋਰਟਰ। ਉਹੀ ਹੋ ਰਿਹਾ ਜੋ ਅੱਜ ਕੀ ਹੋ ਰਿਹਾ। ਅੱਜ ਕਿਹੜੀ ਗੱਲ ਦਾ ਰੌਲਾ? ਇਹ ਪਰਮੇਸ਼ਰ ਦੇ ਖਿਲਾਫ ਵਿਦਰੋਹ ਹੈ। ਜੇ ਆਪ ਜਿਹੜਾ ਸਿਰਫ ਕੱਲਾ ਹੀ ਚੈਪਟਰ ਹੈ ਵਿਵੇਕ ਅਵਿਵੇਕ ਦਾ, ਕੱਲਾ ਅਵਿਵੇਕ ਦਾ ਜੇ ਚੈਪਟਰ ਪੜ੍ਹ ਲੈਂਦੇ ਸਿੱਖ, ਇੱਕ ਵੀ ਗਲਤੀ ਨਾ ਕਰਦੇ, ਭਾਵੇਂ ਰਾਜ ਵੀ ਕਰਦੇ। ਕੱਲਾ ਹੀ ਚੈਪਟਰ, ਕਮ ਤੋਂ ਕਮ ਆਦਮੀ ਗਲਤੀ ਨਹੀਂ ਕਰਦਾ। ਕੋਈ ਗਲਤੀ ਤੋਂ ਬਚ ਜਾਵੇ ਇੰਨਾ ਹੀ ਬਹੁਤ ਹੈ। ਘਾਟਾ ਤਾਂ ਨਹੀਂ ਪੈਂਦਾ ਇੱਥੇ ਆ ਕੇ। ਜੇ ਆਦਮੀ ਗਲਤੀਆਂ ਨਾ ਕਰੇ ਤਾਂ ਕਮ ਤੋਂ ਕਮ ਘਾਟੇ ਤੇ ਤਾਂ ਬਚ ਜਾਂਦਾ। ਹਰ ਗਲਤੀ ਸਾਨੂੰ ਘਾਟਾ ਪਾਉਂਦੀ ਹੈ। ਜੋ ਵੀ ਆਦਮੀ ਕਮਾਉਂਦਾ, ਚਾਹੇ ਰਿਕਸ਼ਾ ਚਲਾ ਕੇ ਕਮਾਉਂਦਾ, ਚਾਹੇ ਕੋਈ ਦੁਕਾਨ ਕਰਦਾ, ਕੋਈ ਨੌਕਰੀ ਕਰਦਾ, ਕੋਈ ਬਿਜ਼ਨਸ ਕਰਦਾ, ਉਹਦੀ ਗਲਤੀ ਨਾਲੇ ਘਾਟਾ ਪੈਂਦਾ ਨਾ। ਚਲ ਪੈਸੇ ਦਾ ਹੀ ਘਾਟਾ ਮੰਨ ਲੈਂਦੇ ਆਪਾਂ, ਗਲਤੀ ਕਰਕੇ ਘਾਟਾ ਪੈਂਦਾ। ਜੇ ਗਲਤੀਆਂ ਤੋਂ ਹੀ ਬਚ ਗਏ ਅਸੀਂ, ਘਾਟੇ ਤੋਂ ਤਾਂ ਬਚ ਗਏ ਨਾ। ਜੇ ਗਲਤੀਆਂ ਨਹੀਂ ਕਰਦਾ ਤਾਂ ਅਕਲ ਦੂਏ ਪਾਸੇ ਨੂੰ ਜ਼ਿਆਦਾ ਕੰਮ ਕਰਦੀ ਹੈ, ਗਲਤੀ ਵਾਲੇ ਪਾਸੇ ਨੂੰ ਘੱਟ ਕਰਦੀ ਹੈ। ਫਿਰ ਗਲਤੀਆਂ ਤੋਂ ਬਚਾਅ ਹੋ ਜਾਏ ਇੰਨਾ ਹੀ ਬਹੁਤ ਹੈ। ਨੁਕਸਾਨ ਕਰਕੇ ਤਾਂ ਜਾਊ ਨਹੀਂ ਕੁਛ, ਇੰਨਾ ਤਾਂ ਬਚੂ। ਫਿਰ ਉਹ ਵਿਵੇਕ ਵਾਲਾ ਚੈਪਟਰ ਪੜ੍ਹ ਲਓ ਜੇ ਕਿਸੇ ਨੇ ਲਾਭ ਉਠਾਉਣਾ। ਬਾਕੀ ਆ ਗਿਆ ਲਾਭ ਵਾਲੀ ਗੱਲ, ਗਾਹਾਂ ਵਧਣਾ। ਉਹ ਵਿਵੇਕ ਵਾਲਾ ਦੋਏ ਚੈਪਟਰ ਬਹੁਤ ਨੇ, ਸਿਰਫ ਇਹਦੇ 'ਚ ਦੋ ਹੀ ਚੈਪਟਰ ਬਹੁਤ ਨੇ 10ਵੇਂ ਗ੍ਰੰਥ ਵਾਲੇ। ਬਾਕੀ ਗੁਰਬਾਣੀ ਦੀ ਪੜ੍ਹਨ ਦੀ ਕੋਈ ਲੋੜ ਨਹੀਂ ਤੁਹਾਨੂੰ। ਬਾਕੀ ਤਾਂ ਉਹ ਪੜ੍ਹੋ ਨਾ ਜਿਹਨੇ ਜ਼ਿਆਦਾ ਕਰਨਾ। ਘੱਟੋ ਘੱਟ ਇੰਨਾ ਹੀ ਜੇ ਦ੍ਰਿੜ ਕਰਾ ਦਿੰਦੇ ਤਾਂ ਇਹ ਜ਼ਿਆਦਤੀ ਨਾ ਕਿਸੇ ਨਾਲ ਕਰਦੇ। ਜ਼ਿਆਦਤੀ ਕਰਨ ਵਾਲੇ ਕੌਮ ਬਦਨਾਮ ਹੋ ਜਾਂਦੀ ਹੁੰਦੀ ਹੈ।
ਜਾਤੀ ਕਰਨ ਵਾਲੀ ਕੌਮ ਤਾਂ ਨਹੀਂ ਮੈਂ ਕਹਿ ਸਕਦਾ, ਧਰਮ ਬਦਨਾਮ ਹੋ ਜਾਂਦਾ। ਕੌਮ ਤਾਂ 'ਚ ਕੋਈ ਹੁੰਦੀ ਹੋ ਨਹੀਂ। ਜਿਹੜੇ ਧਰਮ ਦੇ ਆਦਮੀ ਜਾਤੀ ਕਰਦੇ ਨੇ ਉਹ ਤਾਂ ਧਰਮ ਨੂੰ ਬਦਨਾਮ ਕਰ ਦਿੰਦੇ ਨੇ। ਆਪ ਦਾ ਬਦਨਾਮ ਖਾਸੋਂ ਨੂੰ ਖਾਣ, ਹੋਣ ਧਰਮ ਛੱਡ ਦੇਣ, ਫਿਰ ਕਹਿ ਦੇਣ ਅਸੀਂ ਸਿੱਖ ਨਹੀਂ, ਦਫਾ ਹੋਣ, ਕਿਤੇ ਜਾਣ ਕਿਤੇ ਨਾ ਜਾਣ। ਸਿੱਖੀ ਨੂੰ ਕਿਉਂ ਬਦਨਾਮ ਕਰਦੇ ਹੋ ਤੁਸੀਂ? ਛੱਡ ਦਿਓ। ਉਹ ਉਸ ਮਤ ਨੂੰ, ਉਸ ਧਰਮ ਨੂੰ ਬਦਨਾਮ ਕਰ ਦਿੰਦੇ ਨੇ, ਕਲੰਕ ਹੁੰਦੇ ਨੇ ਉਹ ਧਰਮ ਦੇ ਉੱਤੇ। ਜੇ ਆਪ ਇਹ ਜ਼ੁਲਮ, ਇੱਕ ਪਾਸੇ ਤੋਂ ਹੀ ਜ਼ੁਲਮ ਦੇ ਖਿਲਾਫ ਲੜਨ ਦੇ ਕਹਿੰਦੇ ਵੀ ਅਸੀਂ ਜ਼ੁਲਮ ਦੇ ਖਿਲਾਫ ਹੀ ਲੜਦੇ ਹਾਂ, ਸਾਨੂੰ ਬਣਾਇਆ ਜ਼ੁਲਮ ਦੇ ਆਪ ਹੀ ਅਸੀਂ ਜ਼ੁਲਮ ਕਰਨ ਲੱਗ ਜਾਈਏ। ਤੇ ਲੋਕ ਕਿਤੇ ਐਡੇ ਪਾਗਲ ਨੇ ਵੀ ਥੋੜੇ ਕੋਈ ਜੇ ਤਾਕਤ ਹੈ ਤੁਸੀਂ ਕਹਿੰਦੇ ਹੋ ਵੀ ਸਾਨੂੰ ਕੌਣ ਕਹੂਗਾ ਜ਼ੁਲਮ ਤੁਸੀਂ ਕਰਦੇ ਹੋ, ਅਸੀਂ ਤੁਹਾਡਾ ਮੂੰਹ ਬੰਦ ਕਰ ਦਾਂਗੇ। ਇੰਨਾ ਹੀ ਬਹੁਤ ਸੀ। ਅਸ ਦਰੋਹ ਨਾਮ ਜੋਧਾ ਬੜੋ, ਐਸਾ ਦਰੋਹ ਹੈ ਉਹ ਨਕਸ਼ਾ ਜਿਹੜਾ ਉੱਤੇ ਦਿਖਾਇਆ। ਦਰੋਹ ਕਿਹਦੇ ਖਿਲਾਫ ਹੈ? ਜਿਹਨੇ ਪੈਦਾ ਕੀਤਾ ਉਹਦੇ ਖਿਲਾਫ। ਜੇ ਤਾਂ ਸੋਨਾ ਇਕੱਠਾ ਕਰ ਲਿਆ, ਹਾਥੀ ਤੇ ਪਾ ਲਿਆ, ਕਿਉਂ ਤੈਨੂੰ ਕੱਲੇ ਕੱਲੇ ਨੂੰ ਸੋਨਾ ਇਹਨਾਂ ਦੇ ਸਾਰਿਆਂ ਨੂੰ, ਸਾਰਿਆਂ ਦਾ ਹੱਕ, ਸਾਰੀਆਂ ਚੀਜ਼ਾਂ ਤੇ ਤੂੰ ਹੀ ਕਿਉਂ ਇਕੱਠਾ ਕਰ ਲਿਆ? ਉਹ ਖਰਬਾਂ ਰੁਪਈਏ ਦੇ ਖਜ਼ਾਨੇ ਤੁਸੀਂ ਦੱਬ ਤੇ ਲਿਜਾ ਕੇ ਥੱਲੇ ਜ਼ਮੀਨ 'ਚ ਦੇਵਤਿਆਂ ਦੇ। ਉਹ ਦੇਵਤਾ ਤਾਂ ਉਹਨੂੰ ਕਹਿੰਦੇ ਨੇ ਜਿਹੜਾ ਪਬਲਿਕ ਨੂੰ ਸਭ ਕੁਝ ਦਿੰਦਾ ਹੀ ਦਿੰਦਾ, ਮੰਗਦਾ ਨਹੀਂ ਕੁਛ। ਤੁਸੀਂ ਉਹਨਾਂ ਦੇ ਨਾਂ ਦੇ ਖਜ਼ਾਨੇ ਥੱਲੇ ਦੱਬ ਤੇ ਹੀਰੇ ਜਵਾਹਰਾਤ ਉਹ ਪਬਲਿਕ ਨੂੰ ਦਿਓ। ਇਹਦਾ ਲੋਕ ਭੁੱਖੇ ਮਰਦੇ ਨੇ, ਤੁਸੀਂ ਖਜ਼ਾਨੇ ਦੱਬੀ ਬੈਠੇ ਹੋ। ਚੰਗਾ ਧਰਮ ਹੈ ਉਹ ਤੁਹਾਡਾ ਤਾਂ। ਸਰਕਾਰਾਂ ਚੰਗੀਆਂ ਨੇ ਚਾਹੇ ਕਰਪਟ ਨੇ, ਇਹ ਕੁਛ ਨਾ ਕੁਛ ਦਈ ਦਾ ਜਾਂਦੇ ਨੇ। ਉਹ ਜੇ ਰੋਟੀ ਖਾਂਦਾ ਭੋਰਾ ਚੂਰਾ ਵੀ ਡਿੱਗ ਜਾਂਦਾ, ਉਹ ਛੋਟੇ ਛੋਟੇ ਕੀੜੀਆਂ ਖਾ ਲੈਂਦੀਆਂ ਨੇ, ਉਹ ਕਿਹੜਾ ਉਹੀ ਜਾਂਦਾ। ਬਹੁਤ ਕੁਛ ਪੈਦਾ ਕੀਤਾ ਹੋਇਆ ਥੱਲੇ ਜ਼ਮੀਨ ਤੇ। ਜੇ ਕੋਈ ਗਰਬੀ ਜਾਂਦਾ ਰੋਟੀ ਖਾਂਦੇ ਤਾਂ ਉਹ ਥੱਲੇ ਦੇਖੋ ਜ਼ਮੀਨ ਤੇ ਕੀੜੀਆਂ ਵੀ ਤੁਰੀਆਂ ਫਿਰਦੀਆਂ ਹਰੇਕ ਘਰ 'ਚ, ਉਹੀ ਖਾ ਲੈਂਦੀਆਂ ਨੇ। ਚਾਹੇ ਤੁਸੀਂ ਕਹੇ ਜਾਈ ਪੱਥਰ ਲਾ ਲਿਆ, ਕੀੜੀ ਤੁਹਾਨੂੰ ਉੱਥੇ ਵੀ ਮਿਲ ਜੂ। ਪਰਮੇਸ਼ਰ ਦੇ ਪੈਦਾ ਕੀਤੇ ਨੇ ਜੀ, ਕੋਈ ਨਾ ਕੋਈ ਉਹਨੂੰ ਖਾਏ ਲੈਂਦਾ। ਉਹ ਚੱਲ ਜੇ ਰੋਟੀ ਖਾ ਲੈਂਦੇ ਨੇ, ਭੋਰਾ ਚੂਰਾ ਤਾਂ ਦਿਖਦਾ ਹੀ ਹੈ, ਪਬਲਿਕ ਨੂੰ ਮਿਲੇ ਜਾਂਦਾ, ਉਹ ਵੀ ਕਿਤੇ ਕੰਮ ਆ ਜਾਂਦਾ। ਤੁਸੀਂ ਤਾਂ ਉਹ ਵੀ ਨਹੀਂ ਕੱਢਦੇ। ਅਤੀ ਪ੍ਰਭਾਵ ਤੇ ਜਾਨੀ ਹੈ, ਅਤੀ ਪ੍ਰਭਾਵਸ਼ਾਲੀ ਹੈ ਦੁਨੀਆ 'ਚ, ਆਪਣਾ ਹੀ ਪ੍ਰਭਾਵ ਹੈ ਉਹਦਾ। ਮੈਂ ਫਿਰ ਉੱਥੇ ਤੂੰ ਭੁੱਲ ਗਿਆ, ਮੈਂ ਰਹਿ ਗਿਆ ਉੱਥੇ। ਉੱਥੇ ਤੂੰ ਗਾਇਬ ਕਰਤੀ, ਜਿੱਥੇ ਮੈਂ ਆ ਗਈ ਤੂੰ ਗਾਇਬ ਹੋ ਗਿਆ ਉੱਥੇ। ਹੁਣ ਤੂੰ ਦੀ ਗੱਲ ਰੱਟ ਲਾਉਣੀ ਸੀ, ਮੈਂ ਦੀ ਰੱਟ ਲਾ ਲਈ। ਜੇ ਤੂੰ ਕਰਦਾ ਤੂੰ ਪਿਆ। ਹਾਂਜੀ। ਜਲ ਥਲ ਵਿਦੇਸ਼ ਦੇਸਨ ਨਿਰਪਤੀ, ਆਣ ਜਮਨ ਕੀ ਮਾਨੀ ਹੈ। ਦੇਸ਼ ਵਿਦੇਸ਼ 'ਚ, ਆਪਣੇ ਦੇਸ਼ 'ਚ, ਵਿਦੇਸ਼ਾਂ 'ਚ। ਹੇ ਰਾਜਨ, ਉਹਨੂੰ ਪਾਰਥਨਾਥ ਨੂੰ ਕਹਿ ਰਿਹਾ ਵਿਵੇਕ, ਸਾਰੇ ਇਹਦੀ ਮੰਨਦੇ ਨੇ, ਇਹਦੇ ਅੰਡਰ ਨੇ। ਹੰਕਾਰ ਜੋ ਅੰਦਰੋਂ ਬੋਲਦਾ ਹੈ, ਜੋ ਮਨ ਬੋਲਦਾ ਨਾ ਹੰਕਾਰ 'ਚ, ਉਹੀ ਚੱਲਦਾ ਸਿੱਕਾ, ਉਹੀ ਬੁੱਧੀ ਮੰਨਦੀ ਹੈ। ਆਨ ਜਵਨ ਕੀ ਮੰਨੀ ਹੈ, ਇਹਦੀ ਆਨ ਮੰਨਦੇ ਨੇ ਸਾਰੇ। ਧਰੋਹ ਦੀ ਆਨ ਮੰਨਦੇ ਨੇ ਸਾਰੇ, ਸਾਰੇ ਹੀ ਮੰਨਦੇ ਨੇ ਇਹਨੂੰ। ਸਾਰੇ ਕਿਤੇ ਮੁਲਕ ਚਲਿਆ ਜਾਓ, ਸਿੱਖ ਕਿਤੇ ਮੁਲਕ 'ਚ ਬੈਠੇ ਨੇ, ਫਿਰ ਵੀ ਉਹ ਅਕਾਲ ਤਖਤ ਦੇ ਅੰਡਰ ਨੇ ਬੈਠੇ। ਲੇਕਿਨ ਉੱਥੇ ਕੀ ਹੈ? ਸਵਾਲ ਇਹ ਹੈ ਕਿ ਉੱਥੇ ਉਹ ਮੈਸੇਜ ਹੈ ਜਿਹੜਾ ਚਾਹੀਦਾ। ਜੇ ਉੱਥੇ ਉਹ ਨਹੀਂ ਹੈ ਤੇ ਮੰਨਣ ਵਾਲਿਆਂ ਨੂੰ ਤਾਂ ਹੁਣ ਵੀ ਜੋ ਛੱਡਦਾ ਹੈ। ਜ਼ਿੰਮੇਵਾਰ ਕੌਣ ਹੈ ਫਿਰ? ਜ਼ਿੰਮੇਵਾਰ ਉਹ ਜਿਹੜਾ ਉੱਥੇ ਬੈਠਾ। ਉੱਥੇ ਦਾ ਮੈਸੇਜ ਉਹ ਨਹੀਂ ਮਿਲਿਆ, ਆਹ ਮੈਸੇਜ ਉੱਥੋਂ ਮਿਲਣਾ ਚਾਹੀਦਾ ਸੀ, ਆਹ ਮੈਸੇਜ ਉੱਥੋਂ ਮਿਲਣਾ ਚਾਹੀਦਾ ਸੀ। ਇਹਨਾਂ ਨੇ ਉੱਥੋਂ ਗ੍ਰੰਥੇ ਹਟਾਤਾ ਹੈ, ਇਹਨੂੰ ਚੱਕਦੇ ਹੋ ਇੱਥੋਂ। ਕਿਉਂ? ਇਹੀ ਦਰੋਹ ਹੈ, ਇਹਨੂੰ ਦਰੋਹ ਕਹਿੰਦੇ ਨੇ। ਇਸੇ ਘਰ ਨਾਲ, ਇਸੇ ਗੁਰੂ ਨੇ ਤਾਕਤ ਦਿੱਤੀ, ਤੁਹਾਨੂੰ ਸਿੱਖੀ ਦਿੱਤੀ, ਇਸੇ ਗੁਰੂ ਨੇ ਰਾਜ ਦਿੱਤਾ, ਇਸੇ ਗੁਰੂ ਨੇ ਦੀ ਵਜ੍ਹਾ ਨਾਲ ਰਣਜੀਤ ਸਿੰਘ ਦਾ ਰਾਜ ਮਿਲਿਆ। ਰਣਜੀਤ ਸਿੰਘ ਨੇ ਉਹ ਸਾਰਾ ਗੁਰਦੁਆਰਾ ਬਣਾਇਆ, ਸੋਨਾ ਚਾੜਿਆ। ਉਹ ਗੁਰੂਆਂ ਦਾ ਹੀ ਤੁਸੀਂ ਖਿਲਾਫ ਹੋ ਗਏ, ਗੁਰੂ ਦਾ ਹੀ ਪ੍ਰਚਾਰ ਨਹੀਂ ਕਰਦੇ। ਜਗ੍ਹਾ ਕਿੱਥੇ ਮਿਲੂਗੀ?
ਜਗ੍ਹਾ ਨਹੀਂ ਮਿਲਣੀ ਕਿਤੇ ਜਗ੍ਹਾ ਨਹੀਂ ਹੈ, ਜਿੱਥੇ ਦੀ ਮਰਜ਼ੀ ਭੱਜ ਲੈਣ। ਮੂਸਾ ਭੱਜਿਆ ਮੌਤ ਤੋਂ ਅੱਗੇ, ਮੌਤ ਖੜੀ। ਜਿੰਨਾ ਮਰਜ਼ੀ ਭੱਜ ਲਓ, ਮੌਤ ਹੈ ਅੱਗੇ, ਕੁਛ ਨਹੀਂ ਹੈ ਕਿਸੇ ਪਾਸੇ ਭੱਜਣ ਨੂੰ। ਪੈਸੇ ਇਕੱਠੇ ਕਰਕੇ ਜਿੰਨੀ ਮਰਜ਼ੀ ਦੌਲਤ ਬਣਾ ਕੇ ਇੱਥੇ ਰੱਖ ਦੋ, ਇੱਥੇ ਕਿਹੜਾ ਨਾਲ ਜਾਂਦੀ ਹੈ? ਇਹ ਤਾਂ ਐਵੇਂ ਭੁਲੇਖਾ ਹੀ ਆ ਵੀ ਮੇਰੀ ਹੈ। ਇਹਨਾਂ ਕਿਸੇ ਦੇ ਨਾਲ ਗਈ ਹੈ। ਇੱਥੇ ਮੁਗਲਾਂ ਦਾ ਰਾਜ ਸੀ, ਕੀ ਲੈ ਕੇ ਕੋਈ ਨਾਂ ਲੈਣ ਵਾਲਾ ਵੀ ਨਹੀਂ, ਮੁਗਲਾਂ ਦਾ ਕੋਈ ਜਾਣਦਾ ਵੀ ਨਹੀਂ ਹੈ। ਬਥੇਰੇ ਇੱਥੇ ਰਾਜੇ ਹੋ ਕੇ, ਬਿਕਰਮਾਜੀਤ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ, ਅੰਗਰੇਜ਼ ਇੱਥੋਂ ਚਲੇ ਗਏ। ਇਹ ਤਾਂ ਹੁਣ ਜਾਣੀ ਹੈ ਦੁਨੀਆ। ਜਸ ਲੈ ਜੂ, ਆਪ ਜਸ ਲੈ ਜੂ ਇੱਥੋਂ, ਬਸ। ਦਰੋਹ ਨਾਲ ਜਸ ਨਹੀਂ ਜਾ ਸਕਦਾ, ਅਪਜਸ ਜਾਊਗਾ। ਸਭ ਤੋਂ ਬੁਰਾ ਰਾਜ ਇਸ ਵਕਤ ਹੈ ਸਿੱਖਾਂ ਦਾ, ਸਿੱਖੀ ਦੇ ਦ੍ਰਿਸ਼ਟੀਕੋਣ ਨਾਲ। ਅਸੀਂ ਤਾਂ ਗੁਰਮਤਿ ਦੇ ਗੁਰੂ ਦੀ ਤਕੜੀ ਤੋਲਣਾ। ਅਸੀਂ ਤਾਂ ਸਭ ਤੋਂ ਭੈੜਾ ਟਾਈਮ ਹੈ, ਪਰ ਹੁਣ ਇਹ ਪਲਟਾ ਆ ਜਾਣਾ। ਥੱਲੇ ਇਲਾਕਾ ਹੀ ਮੁੜਦਾ, ਫਿਰ ਮੱਛੀ ਪੱਥਰ ਚੱਟ ਕੇ ਹੀ ਮੁੜਦੀ ਹੈ। ਪੱਥਰ ਚੱਟ ਲਿਆ, ਪੱਥਰ ਚੱਟ ਕੇ ਹੁਣ ਵਾਪਸ ਆਉਣਗੇ। ਗਾਹਾਂ ਤੱਕ ਪਤਾ ਹੀ ਹੁਣ ਇੱਦੋਂ ਕੀ ਹੈ। ਬਦਨਾਮੀ ਤਾਂ ਹੋ ਚੁੱਕੀ, ਬਦਨਾਮੀ ਜਿੰਨੀ ਹੋਣੀ ਦੀ ਹੋ ਚੁੱਕੀ। ਆਪ ਲਿਖ ਕੇ ਦੇ ਬੈਠੇ, ਹਾਈ ਕੋਰਟ ਕਹਿ ਬੈਠੇ ਵੀ ਸਿੱਖ ਨਹੀਂ ਹੈਗਾ ਹੁਣ ਕੋਈ। ਚਲੋ ਜੀ। ਛਪੈ ਛੰਦ ਤਬਲਬਾਜ ਕੁੰਗਰਾਰ, ਸੀਸ ਕਲਗੀ ਜਹ ਸੋਹਤ। ਹਾਂ, ਸਿਰ ਤੇ ਕਲਗੀ ਹੈ, ਜਿਵੇਂ ਉਹ ਆਪਣੇ ਹੁੰਦੇ ਸੀ ਪਿੱਛੋਂ ਸੋਢੀ ਤੇ ਕਲਗੀ ਲਾ ਕੇ ਰੱਖਦੇ ਹੁੰਦੇ ਸੀ, ਤੇ ਉਹਦੇ ਸਾਹਮਣੇ ਕੀਰਤਨ ਹੁੰਦਾ ਹੋਵੇ। ਤਬਲਬਾਜ ਕੁੰਗਰਾਰ, ਆਹੋ, ਸੀਸ ਕਲਗੀ ਜੈ ਸੋਹਤ। ਹਾਂ, ਸਿਰ ਤੇ ਕਲਗੀ ਹੋਵੇ, ਕਲਗੀ ਅੱਗੇ ਵੀ ਲਾ ਕੇ ਨੱਚਦੇ, ਬਾਏ ਚੇਲੇ ਨੱਚਣ ਗੁਰ, ਉਹ ਵੀ ਕਲਗੀਆਂ ਲਾ ਕੇ ਰੱਖਦੇ ਸੀ। ਦਵੈ ਕਿਰਪਾਨ ਗਜਗਾ ਨਿਰਖਨਾਰੀ ਨਰ ਮੋਹਤ। ਕਿਰਪਾਨਾਂ ਦੋ ਨੇ, ਕਿਰਪਾਨਾਂ ਤਾਂ ਦੋ ਇੱਥੇ ਵੀ ਨੇ, ਛੇਵੇਂ ਪਾਤਸ਼ਾਹ ਨਹੀਂ ਪਾਈਆਂ ਨੇ। ਦਵੈ ਕਿਰਪਾਨ, ਆ ਦੋ ਕਿਰਪਾਨਾਂ ਨੇ। ਹੁਣ ਇਹ ਕਿਹਦੇ ਨੇ? ਪਹਿਲਾਂ ਦੀ ਗੱਲ ਹੈ, ਵਿਵੇਕ ਕਹਿ ਰਿਹਾ, ਪਾਰਸਨਾਥ ਵੇਲੇ ਦੀ। ਪਾਰਸਨਾਥ ਵੇਲੇ ਦੀ। ਇਹ ਦੋ ਕਿਰਪਾਨਾਂ ਕਿਹੜੀਆਂ ਨੇ? ਇਹ ਤਾਂ ਪਹਿਲਾਂ ਦੀ ਗੱਲ ਹੈ, ਪੁਰਾਣੀ। ਦੋ ਤਲਵਾਰਾਂ ਨੇ, ਇੱਕ ਪੀਰੀ ਦੀ, ਇੱਕ ਮੀਰੀ ਦੀ, ਇੱਕ ਅਜ਼ਮਤ ਦੀ। ਉਹ ਅਜ਼ਮਤ ਦੀ ਤਲਵਾਰ ਹੈ, ਉਹ ਗਿਆਨ ਖੜ ਗਿਆ। ਉਹ ਗਿਆਨ ਚਾਹੇ ਜਿਹੋ ਜਿਹਾ ਵੀ ਮਰਜ਼ੀ ਹੈ, ਵਕੀਲਾਂ ਕੋਲ ਵੀ ਤਾਂ ਗਿਆਨ ਹੀ ਹੁੰਦਾ। ਜਿਹਦੀ ਤਲਵਾਰ ਵਧੀਆ ਉਹ ਜਿੱਤ ਜਾਂਦਾ, ਉਹ ਜੱਜ ਨੂੰ ਆਪਣੇ ਸੈਟਿਸਫਾਈ ਕਰਾ ਲੈਂਦਾ। ਜਿਹਦੇ ਕੋਲ ਤਲਵਾਰ ਘਟੀਆ ਉਹ ਵਿਚਾਰਾ ਰਹਿ ਜਾਂਦਾ। ਜਿਹਦੇ ਕੋਲ ਠੋਸ ਸਬੂਤ ਨੇ, ਠੋਸ ਗੱਲਾਂ ਨੇ, ਉਹ ਜੱਜ ਨੂੰ ਕਨਵਿੰਸ ਕਰ ਲੈਂਦਾ, ਦੂਆ ਰਹਿ ਜਾਂਦਾ। ਦੁਨੀਆ ਨੂੰ ਕਨਵਿੰਸ ਕੌਣ ਕਰੂ? ਪਬਲਿਕ ਨੂੰ, ਜਿਹਦੇ ਕੋਲ ਸੱਚ ਹੋਊਗਾ। ਭਗਤਾਂ ਨੇ ਕਿਵੇਂ ਕਨਵਿੰਸ ਕਰ ਲਿਆ ਲੋਕਾਂ ਨੂੰ? ਭਗਤਾਂ ਨੂੰ ਕਿਉਂ ਲੋਕ ਦੁਨੀਆ ਮੰਨਦੀ ਹੈ? ਹੁਣ ਵੀ ਮੰਨਦੀ ਹੈ, ਹੁਣ ਸਾਰੇ ਹੀ ਮੰਨਦੇ ਨੇ। ਜਿਹੜੇ ਭਗਤਾਂ ਤੋਂ ਅੰਦਰ ਖਾਨੇ ਖਿਲਾਫ ਨੇ ਉਹ ਵੀ ਮੰਨਦੇ ਨੇ। ਉੱਤੋਂ ਨਹੀਂ ਕਹਿ ਸਕਦੇ ਭਗਤਾਂ ਦੇ ਖਿਲਾਫ ਕੋਈ ਬੋਲਦੇ। ਅੰਦਰ ਖਾਨੇ ਜੋ ਮਰਜ਼ੀ ਭਗਤਾਂ ਦੇ ਉਲਟ ਕੰਮ ਵੀ ਕਰੀ ਜਾਂਦੇ ਨੇ, ਭਗਤਾਂ ਨੂੰ ਚੰਗਾ ਵੀ ਕਹੀ ਜਾਂਦੇ ਨੇ। ਕਿਉਂ? ਪਬਲਿਕ ਜੋ ਸਾਰੀ ਮੰਨੀ ਬੈਠੀ ਹੈ। ਜੇ ਭਗਤਾਂ ਦੇ ਖਿਲਾਫ ਬੋਲਦੇ ਨੇ, ਪਬਲਿਕ ਖਿਲਾਫ ਹੋ ਜਾਂਦੀ ਹੈ। ਭਗਤਾਂ ਨੂੰ ਸਰਟੀਫਿਕੇਟ ਦੇਈ ਜਾਂਦੇ ਨੇ, ਕੰਮ ਭਗਤਾਂ ਤੋਂ ਖਿਲਾਫ ਹੀ ਕਰੀ ਜਾਂਦੇ ਨੇ। ਇਵੇਂ ਗੁਰੂਆਂ ਅੱਗੇ ਨੱਕ ਰਗੜੀ ਜਾਂਦੇ ਨੇ, ਕੰਮ ਗੁਰੂਆਂ ਤੋਂ ਪੁੱਠੇ ਕਰਦੇ ਨੇ। ਵਿਦਰੋਹ ਹੈ ਅੰਦਰੋਂ ਧਰੋਹ ਕਰਦੇ ਨੇ ਗੁਰੂ ਨਾਲ। ਉੱਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੀ ਸਤਿਕਾਰ ਵਾਸਤੇ ਲੜਾਈਆਂ ਕਰਦੇ ਨੇ ਲੋਕਾਂ ਨਾਲ। ਸਤਿਕਾਰ ਵਾਸਤੇ ਮਰ ਨੂੰ ਤਿਆਰ ਨੇ। ਗੱਲ ਜੋ ਗੁਰੂ ਨੇ ਕਿਹਾ, ਗੱਲ ਕੰਮ ਉਹ ਤੇ ਉਲਟ ਕਰਦੇ ਨੇ। ਚੰਗਾ ਸਤਿਕਾਰ ਹੈ। ਕੀ ਸਤਿਕਾਰ ਮਿਲ ਰਿਹਾ ਹੈ ਦੁਨੀਆ 'ਚ ਗੁਰਬਾਣੀ ਨੂੰ? ਜਿਹੜੇ ਤੁਹਾਡੇ ਲੱਛਣ ਨੇ, ਜੋ ਤੁਸੀਂ ਕਰ ਰਹੇ ਹੋ, ਇਹਦੇ ਨਾਲ ਸਤਿਕਾਰ ਮਿਲ ਰਿਹਾ ਹੈ? ਇਹਦੇ ਨਾਲ ਸਤਿਕਾਰ ਨਹੀਂ ਮਿਲਦਾ। ਗੁਰੂ ਨੇ ਕਹੇ, ਜੋ ਕਹਿਆ ਗੁਰ ਕਹਿਆ ਸੋ ਕਾਰ ਕਮਾਵੋ। ਉਹ ਕੰਮ ਕਰੋਗੇ ਸਤਿਕਾਰ ਮਿਲੂਗਾ। ਜੋ ਕੰਮ ਕਿਹਾ ਗੁਰਬਾਣੀ ਨੇ ਉਹੀ ਕੰਮ ਕਰੋਗੇ ਤਾਂ ਸਤਿਕਾਰ ਮਿਲੂਗਾ ਗੁਰੂ ਨੂੰ, ਔਰ ਤੁਹਾਨੂੰ ਵੀ ਮਿਲੂਗਾ। ਗੁਰੂ ਨੂੰ ਜੇ ਤੁਹਾਨੂੰ ਨਹੀਂ ਮਿਲਦਾ, ਗੁਰੂ ਨੂੰ ਕਿੱਥੋਂ ਮਿਲ ਜੂ? ਕੰਮ ਕਰਨ ਵਾਲੇ ਨੂੰ ਸਤਿਕਾਰ ਨਹੀਂ ਮਿਲਦਾ, ਇਹਦਾ ਮਤਲਬ ਗੁਰੂ ਤੇ ਉਲਟ ਕਰ ਰਿਹਾ ਕੰਮ। ਉਹ ਸਤਿਕਾਰ ਤੁਹਾਨੂੰ ਤਾਂ ਨਹੀਂ ਮਿਲਦਾ। ਜਿਹੜੀ ਗੱਲ ਦਾ ਤੁਹਾਨੂੰ ਸਤਿਕਾਰ ਨਹੀਂ ਮਿਲਦਾ ਤਾਂ ਗੁਰੂ ਨੂੰ ਕਿਵੇਂ ਮਿਲ ਜੂ ਸਤਿਕਾਰ? ਜੇ ਮੁੰਡਾ ਕੋਈ ਨਲਾਇਕ ਹੈ, ਪੁੱਠੇ ਕੰਮ ਕਰਦਾ ਬਾਹਰ, ਜੇ ਉਹਨੂੰ ਮਾੜਾ ਸਮਝਦੇ ਨੇ, ਘਰਦੇ ਤਾਂ ਪਹਿਲਾਂ ਹੀ ਮਾੜੇ ਨੇ। ਘਰਦਿਆਂ ਨੂੰ ਕੌਣ ਚੰਗਾ ਸਮਝੂ?
ਹਾਂ ਜੇ ਕਰਦੇ ਉਹ ਤਾਂ ਛਿੱਤਰ ਰੋਜ਼ ਫੇਰਦੇ ਨਾਲ ਉਹ ਤਾਂ ਬਥੇਰੇ ਛਿੱਤਰ ਫੇਰਦੇ ਨੇ। ਇਹੀ ਇਹ ਜਦ ਲੋਕ ਕਹਿੰਦੇ ਨੇ ਗੁਰੂ ਦਾ ਬਥੇਰੇ ਚੰਗੇ ਸੀ, ਉਹਨਾਂ ਨੇ ਤਾਂ ਸਾਰਾ ਕੁਝ ਬਾਰਤਾ, ਇਹੀ ਸਿੱਖੇ ਇਹ ਜਿਹੇ ਨੇ। ਗੁਰੂਆਂ ਨੂੰ ਨਹੀਂ ਕੋਈ ਕਹਿੰਦਾ, ਪਰ ਕੀ ਸਤਿਕਾਰ ਤੁਹਾਡੀ ਵਜ੍ਹਾ ਨਾਲ ਹੈ? ਸਵਾਲ ਇਹ ਹੈ। ਸਤਿਕਾਰ ਨਹੀਂ ਹੈ ਤੁਹਾਡੀ ਵਜ੍ਹਾ ਨਾਲ, ਕੋਈ ਸਤਿਕਾਰ ਨਹੀਂ। ਭਾਈ ਮਨੀ ਸਿੰਘ ਦਾ ਸਤਿਕਾਰ ਸੀ, ਉਹਨੇ ਬੰਦ ਕਟਾ ਲਏ, ਗੁਰੂਆਂ ਦੇ ਬਾਅਦ ਕਟਾਏ ਨੇ। ਕਿਸੇ ਨੇ ਖੋਪੜੀ ਲਹਾ ਲਈ, ਕਿਸੇ ਉਹਨਾਂ ਦਾ ਸਤਿਕਾਰ ਹੁਣ ਵੀ ਹੈ, ਉਹਨਾਂ ਦਾ ਹੀ ਰਹੂ ਜਿਨ੍ਹਾਂ ਨੇ ਕੁਛ ਕੀਤਾ ਹੈ। ਉਹੋ ਜਿਹਾ ਹੀ ਕੀਤਾ ਜੋ ਗੁਰੂ ਨੇ ਕਿਹਾ ਸੀ, ਜੋ ਗੁਰੂਆਂ ਨੇ ਕੀਤਾ ਉਹੋ ਜਿਹਾ ਕੰਮ ਕੀਤਾ, ਉਹਦਾ ਸਤਿਕਾਰ ਹੋਊ। ਦੈਨਾ ਕਰਕੇ ਸਰਸੇ ਵਾਲੇ ਤੇ ਜਾ ਚੜੇ ਉੱਤੇ ਅਸੀਂ ਜਿਹਦਾ ਸਤਸੰਗ ਨਹੀਂ ਹੋਣ ਦੇਣਾ, ਉਹ ਨਹੀਂ। ਇਹ ਸਤਿਕਾਰ ਵਾਲੀਆਂ ਗੱਲਾਂ ਨਹੀਂ ਹਨ। ਦਿਵਾਲੀਆ ਪੜਨਾ ਹੈ ਗਿਆਨ ਦਾ, ਗਿਆਨ ਤੋਂ ਦਿਵਾਲੀਆ ਹੋ ਗਏ ਤੁਸੀਂ। ਗੁਰਮਤਿ ਦੀ ਸੋਝੀ ਤੋਂ ਦਿਵਾਲੀਆ ਪੜਨਾ ਤੁਹਾਡਾ। ਸਤਿਕਾਰ ਕਰੀ ਜਾਂਦੇ। ਹਾਂਜੀ। ਦਵੈ ਕਿਰਪਾਨ ਗਜ ਗਾਹ, ਦੁਆ ਕਿਰਪਾਨ ਨੇ, ਦੋ ਤਲਵਾਰਾਂ ਨੇ। ਗਿਆਨ ਚਰਚਾ ਕਰ ਲਓ ਜਿਹਦੀ ਮਰਜ਼ੀ ਆਕੇ, ਗਜ ਗਾਹ ਗਿਆਨ ਚਰਚਾ ਕਰ ਲਓ। ਗਿਆਨ ਚਰਚਾ ਨਹੀਂ, ਦੂਈ ਜੰਗ ਕਰ ਲਓ। ਦੋਏ ਸ਼ਕਤੀਆਂ ਨੇ ਉਹਦੇ ਕੋਲ, ਗਿਆਨ ਦੀ ਸ਼ਕਤੀ ਵੀ ਹੈ, ਦੂਜੀ ਸ਼ਕਤੀ ਵੀ ਹੈ। ਹਾਂ। ਨਿਰਖ ਨਾਰੀ ਨਰ ਮੋਹਤ, ਨਿਰਖ ਨਾਰੀ ਨਰ ਮੋਹਤ। ਪਿੱਛੇ ਤਕਰੀਬਨ 200-250 ਸਾਲ ਤੋਂ ਦੋ ਹੀ ਤਾਕਤਾਂ ਸਰਕਾਰਾਂ ਕੋਲ ਰਹੀਆਂ ਨੇ। ਗਿਆਨ ਦੇ ਵਿੱਚ ਜਿਹੜੇ ਗਿਆਨਵਾਨ ਆਦਮੀ ਦੀ, ਉਹ ਸਰਕਾਰ ਦੇ ਜਿੰਨੇ ਸਾਇੰਸਦਾਨ ਤੇ ਉਹਨਾਂ ਨੂੰ ਕੋਈ ਚੈਲੰਜ ਨਹੀਂ ਕਰ ਸਕੇ। ਧਾਰਮਿਕ ਆਦਮੀਆਂ ਦੇ ਖਿਲਾਫ ਲੋਕ ਬੋਲਦੇ ਰਹੇ ਨੇ। ਧਰਮ ਨੂੰ ਫੀਮ ਕਹਿਤਾ ਕਮਿਊਨਿਸਟਾਂ ਨੇ, ਐਲਾਨ ਕਰਕੇ ਕਹਿੰਦੇ ਰਹੇ ਨੇ ਕਮਿਊਨਿਸਟਾਂ ਨੂੰ। ਕਿਸੇ ਨੇ ਨਹੀਂ ਸਾਬਤ ਨਹੀਂ ਕੀਤਾ, ਕਿਸੇ ਵੀ ਮੈਦਾਨ 'ਚ ਹਰਾਇਆ ਨਹੀਂ ਵੀ ਤੁਸੀਂ ਫੀਮ ਕਿਉਂ ਕਹਿੰਦੇ ਹੋ, ਕਿਵੇਂ ਕਹਿੰਦੇ ਹੋ। ਇਹਦਾ ਮਤਲਬ ਦੋਏ ਗਿਆਨ ਉਹਨਾਂ ਕੋਲ ਸੀ, ਸੰਸਾਰੀ ਤਾਕਤ ਵੀ ਉਹਨਾਂ ਕੋਲ ਸੀ, ਦੂਈ ਗਿਆਨ। ਕਿਉਂਕਿ ਦਿਵਾਲੀਆ ਜੋ ਹੋ ਚੁੱਕੇ ਸੀ ਸਾਰੇ। ਹਾਂ, ਬੁੱਧਵਾਲ ਵੀ ਉਹਨਾਂ ਕੋਲ ਸੀ, ਉਹ ਰੋਜ਼ ਸਾਇੰਸ ਦੀ ਖੋਜ ਕਰਦੇ ਸੀ। ਉਹਨਾਂ ਨੇ ਗਰੀਬ ਪਬਲਿਕ ਨੂੰ ਦਾ ਉਥਾਨ ਕੀਤਾ। ਤੇ ਇਹ ਜਿਹੜਾ ਧਾਰਮਿਕ ਗੁਰੂ ਸੀ, ਉਹ ਖੱਚਰਾਂ ਭਰ ਕੇ ਹੀਰਿਆਂ ਦੇ ਭਰੀ ਫਿਰਦਾ, ਦੁਨੀਆ ਪਬਲਿਕ ਭੁੱਖੀ ਮਰਦੀ ਉੱਥੇ ਦੀ। ਇਹ ਨਹੀਂ ਸੀ ਠੀਕ। ਤਾਂ ਕਰਕੇ ਲੋਕ ਕਹਿੰਦੇ ਵੀ ਇਹੋ ਜਿਹੇ ਬੰਦੇ ਨੂੰ ਧਾਰਮਿਕ ਮੰਨੀ ਜਾਂਦੇ, ਗੁਰੂ ਮੰਨੀ ਜਾਂਦੇ। ਨਸ਼ਾ ਹੈ ਫੀਮ ਦਾ, ਦਲਾਈ ਲਾਮਾ ਨੂੰ। ਉਹ ਇੰਨੇ ਖੱਚਰਾਂ ਹੀਰਿਆਂ ਦੀਆਂ ਭਰੀ ਫਿਰਦਾ, ਦੁਨੀਆ ਪਬਲਿਕ ਉੱਥੇ ਦੀ ਗਰੀਬ ਹੈ। ਉਹ ਗੱਲ ਅਲੱਗ ਹੈ। ਅੱਜ ਕਮਿਊਨਿਸਟਾਂ 'ਚ ਵੀ ਉਹ ਕਮਜ਼ੋਰੀਆਂ ਆ ਗਈਆਂ ਤੇ ਉਹਦੇ ਅਸ਼ਾਂਤੀ ਵੀ ਹੋ ਗਈ। ਇੱਕ ਵਾਰ ਤਾਂ ਪਬਲਿਕ ਉਹਨਾਂ ਦੀ ਮਗਰ ਲੱਗੀ ਨਾ। ਉਸ ਵੇਲੇ ਦੋਏ ਤਲਵਾਰਾਂ ਉਹਨਾਂ ਕੋਲ ਸੀ। ਅੱਜ ਇੱਕ ਤਲਵਾਰ ਉਹਨਾਂ ਦੀ ਵੀ ਕਮਜ਼ੋਰ ਹੁੰਦੀ ਜਾਂਦੀ ਹੈ, ਅਸ਼ਾਂਤੀ ਵੀ ਹੁੰਦੀ ਜਾਂਦੀ ਹੈ। ਪਿੱਛੇ 200-250 ਸਾਲ ਦੀਆਂ ਦੋਏ ਤਲਵਾਰਾਂ ਪੜ੍ਹਿਆ ਲਿਖਿਆ ਕੋਲੇ ਰਹੀਆਂ ਨੇ। ਜਿਹੜੇ ਗੁਰਮਤਿ ਦੀ ਸੋਝੀ ਵਾਲੇ ਨਹੀਂ ਸੀ, ਸੰਸਾਰੀ ਗਿਆਨ ਵਾਲੇ ਸੀ। ਸੰਸਾਰੀ ਸ਼ਕਤੀ ਵੀ ਉਹਨਾਂ ਕੋਲ ਸੀ, ਗਿਆਨ ਦੀ ਸ਼ਕਤੀ। ਉਹਨਾਂ ਨੂੰ ਇਹ ਮੰਨਿਆ ਲੋਕਾਂ ਨੇ। ਇੱਥੇ ਧਰਮ ਬਹੁਤ ਛੀਣ ਹੁੰਦਾ ਚਲਾ ਗਿਆ। ਧਰਮ ਲੋਕ ਧਰਮ ਤੇ ਥੇ ਹੀ ਨਹੀਂ, ਮਾਇਆਧਾਰੀ ਹੋ ਚੁੱਕੇ ਸੀ। ਸਿੱਖੀ ਹੋ ਸੀ ਧਰਮ, ਹੋਰ ਤਾਂ ਕੋਈ ਧਰਮ ਹੈ ਨਹੀਂ ਸੀ, ਮਾਇਆਧਾਰੀ ਹੋ ਚੁੱਕੇ ਸੀ। ਹਾਂਜੀ। ਅਮਿਤ ਰੂਪ ਅਮਿਤੋਜ ਵਿਕਟ ਬਨੈਤ ਅਮਿਤ ਭਟ। ਹਾਂ, ਅਮਿਤ ਰੂਪ ਰੂਪ ਕਹਿ ਜਾ ਉਹਦਾ ਅਮਿਤ ਹੈ, ਉਹਦਾ ਗਿਆਨ ਦਾ। ਦੇਖੋ ਨਾ, ਰੋਜ਼ ਗਾਹਾਂ ਤੇ ਗਾਹਾਂ ਖੋਜ ਹੁੰਦੀ ਚਲੀ ਜਾਂਦੀ ਹੈ। ਅਮਿਤ ਰੂਪ ਹੈ। ਕਿਸੇ ਖੇਤਰ ਦੇਖ ਲਓ, ਮਸ਼ੀਨਰੀ ਦੇ ਖੇਤਰ ਦੇਖ ਲਓ, ਸਾਇੰਸ ਦੇ ਖੇਤਰ ਦੇਖ ਲਓ, ਮੈਡੀਕਲ ਦੇ ਖੇਤਰ ਵਿੱਚ ਦੇਖ ਲਓ, ਕੰਪਿਊਟਰ ਦੇ ਖੇਤਰ ਵਿੱਚ ਦੇਖ ਲਓ। ਰੋਜ਼ ਤਰੱਕੀ ਕਰ ਰਹੇ ਤੇ, ਰੋਜ਼ ਗਿਆਨ ਵਧ ਰਿਹਾ ਸੀ, ਲੋਕਾਂ ਨੂੰ ਦੇ ਰਹੇ ਸੀ। ਲੋਕ ਇਹਨਾਂ ਦੇ ਵਿਸ਼ਵਾਸ ਕਰਦੇ, ਧਰਮ ਵਾਲੇ ਦਾ ਕੀ ਵਿਸ਼ਵਾਸ ਕਰ ਲੈਂਦੇ। ਉਹ ਤਾਂ ਬੇਸ਼ਰਧਾ ਸੀ। ਤੇ ਪੜ੍ਹੇ ਲਿਖੇ ਆਦਮੀ ਧਰਮ ਤੇ ਬਿਲਕੁਲ ਵਿਸ਼ਵਾਸ ਨਹੀਂ ਕਰਦੇ। ਉਹ ਕਰਦੇ ਕਾਹਦੇ ਨਾਲ ਵਿਸ਼ਵਾਸ? ਸਫਾਈ ਕਰਾਉਣ ਵਾਲੇ ਤਾਂ ਕੋਈ ਗੱਲ ਹੀ ਨਹੀਂ ਇਹਨਾਂ ਕਹੇਗੀ। ਇੰਨੀ ਸ਼ਰਧਾ ਦਾ ਵੇਚਦੇ ਸੀ, ਇੰਨੀ ਸ਼ਰਧਾ ਉਹ ਰੱਖਦੇ ਨਹੀਂ। ਹਾਂ, ਕਈ ਗੱਲਾਂ ਹੁੰਦੀਆਂ ਨੇ, ਸੋਸ਼ਲ ਗੱਲਾਂ ਨੇ। ਸਾਨੂੰ ਵਿਆਹ ਸ਼ਾਦੀਆਂ 'ਚ ਧਰਮ ਦੇ ਉੱਥੇ ਅਸਥਾਨਾਂ ਜਾਣਾ ਪੈਂਦਾ। ਕੋਈ ਆਪਣੇ ਹਿਸਾਬ ਨਾਲ ਵਿਆਹ ਕਰਦੇ ਨੇ। ਰਸਮਾਂ ਨੇ, ਜੰਮਣ ਮਰਨ ਦੀ ਰਸਮ ਹੈ, ਉਹ ਧਰਮ ਦੇ ਨਾਲ ਰਿਲੇਟਡ ਹੈ। ਵਿਆਹ ਸ਼ਾਦੀ ਦੀ ਰਸਮ ਹੈ, ਉਹ ਧਰਮ ਨਾਲ ਰਿਲੇਟਡ ਹੈ।
ਉਹ ਜਾਣਾ ਪੈਂਦਾ ਉਹਨਾਂ ਨੂੰ, ਅੰਦਰੋਂ ਸਭ ਜਾਣਦੇ ਨੇ ਵੀ ਕੁਝ ਨਹੀਂ ਹੈ। ਹਾਂ, ਅਮਿਤੋਜ ਵਿਕਟ ਬਾਨੈਤ ਅਮਿਟ ਭਟ। ਹਾਂ, ਅਮਤੋਜ ਜਿਹੜਾ ਉਹਦਾ ਹੈ ਤੇਜ ਹੈ, ਇੰਨਾ ਉਹਦੇ ਕੋਲ ਗਿਆਨ ਹੈ, ਤੇਜ ਹੈ, ਉਹਦਾ ਜਵਾਬ ਨਹੀਂ ਹੈਗਾ। ਵਿਕਟ ਕੱਟਿਆ ਨਹੀਂ ਜਾ ਸਕਦਾ ਉਹਨੂੰ, ਉਹਨਾਂ ਕੋਲ ਗਿਆਨ ਸਾਫ਼ ਹੈ। ਉਹਨੇ ਹੁਣ ਇਹ ਗ੍ਰਹਿ 9 ਬੰਦੇ ਸੀ ਹਜ਼ਾਰਾਂ ਸਾਲਾਂ ਤੋਂ, ਉਹਨਾਂ ਨੇ ਸਾਬਤ ਕਰਤੇ ਗ੍ਰਹਿ ਹੋਰ ਵੀ ਨੇ, ਤੇ ਇਹਨਾਂ ਦੀ ਆਪੇ ਫੱਟੀ ਪੋਚੀ ਗਈ ਜੋਤਿਸ਼ ਵਾਲਿਆਂ ਦੀ। ਉਹਨਾਂ ਨੇ ਤੁਹਾਨੂੰ ਦਿਖਾਤਾ ਅੱਖਾਂ ਨਾਲ, ਇਹ ਅੰਦਾਜ਼ੇ ਦੀਆਂ ਗੱਲਾਂ ਕਰਦੇ ਸੀ। ਇੱਕ ਤੁਹਾਨੂੰ ਅੱਖਾਂ ਨਾਲ ਟੈਲੀਸਕੋਪਾਂ ਬਣਾ ਕੇ ਦਿਖਾ ਦਿੱਤਾ, ਟੈਲੀਵਿਜ਼ਨ ਹੈ, ਕੋਈ ਤਾਰ ਨਹੀਂ, ਕੋਈ ਲੈਣ ਨਹੀਂ, ਕੋਈ ਦੇਣ ਨਹੀਂ, ਉਹ ਬਣਾ ਕੇ ਦਿਖਾਤੀ। ਲੋਕ ਹੈਰਾਨ ਹੋ ਗਏ 100 ਸਾਲ ਪਿਛਲੇ 70-80 ਸਾਲ ਦੇ ਵਿੱਚ। ਤਾਰ ਨਾਲ ਪਹਿਲਾਂ ਚਲੋ ਟੈਲੀਫੋਨ ਚੱਲਦੇ ਤੇ, ਹੁਣ ਬਿਨਾਂ ਤਾਰ ਤੇ ਹੀ ਚੱਲਦੇ ਨੇ, ਰਿਮੋਟ ਕੰਟਰੋਲ ਚਲੇ ਗਏ ਹੋ ਗਏ, ਕਿੱਥੇ ਕਿਤੇ ਸਾਡੇ ਕੋਲ ਰਾਖ ਬਣਾ ਕੇ ਕਿੱਥੇ ਪਹੁੰਚ ਗਏ। ਕਿ ਛੋਟੀ ਜੀ ਗੱਲ ਹੈ। ਧਰਮਾਂ ਦੇ ਵਿੱਚ ਕੱਖ ਵੀ ਨਹੀਂ ਛੱਡਿਆ ਇਹਨਾਂ ਨੇ, ਧਰਮ ਲੋਕਾਂ ਕੋਲ ਛੱਡਿਆ ਹੀ ਕੱਖ ਨਹੀਂ ਇਹਨਾਂ ਗੱਲਾਂ ਨੇ। ਹਾਂਜੀ, ਬਾਨੈਤ ਅਮਿਟ ਭਟ। ਹਾਂ, ਉਹ ਐਸਾ ਯੋਧਾ ਹੈ, ਉਹਦਾ ਜਿਹੜਾ ਗਿਆਨ ਹੈ ਅਮਿਤ ਹੈ। ਉਹ ਸਾਰਾ ਗਿਆਨ ਹੁੰਦਾ ਹੀ ਅਮਿਤ ਹੈ। ਗਿਆਨ ਦੀ ਕੋਈ ਸੀਮਾ ਥੋੜ੍ਹੀ ਹੈ, ਗਾਹਾਂ ਦੇ ਗਾਹਾਂ ਵਧੀ ਜਾਣਾ। ਅਤੀ ਸੁਬਾਹ ਅਤੀ ਸੂਰ ਅਜੈ ਅਨਭਿਦ ਸੋ ਅਨਕਟ। ਹਾਂ, ਉਹਦੇ ਕੋਈ ਵੀ ਜਿਹੜੇ ਗੱਲਾਂ ਨੇ, ਜਿਵੇਂ ਹੁਣ ਐਟਮ ਬਣਾ ਲਿਆ, ਐਟਮ ਵੀ ਕੱਟ ਦਿੱਤਾ, ਇਲੈਕਟ੍ਰੋਨ ਪ੍ਰੋਟੋਨ ਨਿਊਟਰੋਨ ਬਣਾਤੇ। ਹੁਣ ਇਹਨੂੰ ਕੱਟੂ ਕੌਣ? ਇਹਨਾਂ ਗੱਲਾਂ ਨੂੰ ਮੁਨਕਰ ਕੌਣ ਹੋਊਗਾ? ਇਹਨਾਂ ਤੋਂ, ਇਹਨਾਂ ਗੱਲਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਉਹ ਸਾਬਤ ਕਰਦੇ ਨੇ ਸਾਹਮਣੇ ਤੁਹਾਡੇ, ਇਕੱਠ ਨੇ ਉਹਨਾਂ ਦੀਆਂ ਗੱਲਾਂ, ਇਕੱਠ ਜੋ ਕੁਛ ਕਹਿੰਦੇ ਨੇ ਗੱਲਾਂ ਇਕੱਠ ਨੇ ਉਹਨਾਂ ਦੀਆਂ, ਪਰ ਹੈ ਮਾਇਆ ਦੀਆਂ। ਹੁਣ ਜਿਹੜਾ ਤਾਂ ਮਾਇਆ ਤੋਂ ਗਾਹਾਂ ਦਾ ਧਰਮ ਹੈ, ਉਹ ਤਾਂ ਉਹਨਾਂ ਨੂੰ ਕੱਟੇ। ਮਾਇਆ ਵਾਲੇ ਜਿਨ੍ਹਾਂ ਨੇ ਮੂਰਤੀ ਪੂਜਕ ਨੇ, ਉਹ ਕਿਵੇਂ ਕੱਟ ਦੇਣਗੇ? ਜਿਹੜੇ ਗ੍ਰੰਥ ਨੂੰ ਇਹ ਗੁਰੂ ਕਹਿਣ ਲੱਗ ਗਏ, ਪਰਮੇਸ਼ਰ ਤਿਆਗਤਾ, ਪਰਮੇਸ਼ਰ ਤੱਕ ਗੱਲੇ ਖਤਮ ਕਰਤੀ ਨਿਰਾਕਾਰ ਦੀ। ਨਿਰਾਕਾਰ ਦੀ ਖੋਜ ਜਦ ਖਤਮ ਹੋ ਗਈ ਤਾਂ ਸਾਇੰਸ ਪ੍ਰਧਾਨ ਆਪੇ ਹੋ ਗਈ। ਜੋ ਨਿਰਾਕਾਰ ਦੀ ਆਤਮਾ ਦੀ ਗੱਲ ਦੱਸੂਗਾ, ਆਤਮਾ ਦੀ ਖੋਜ ਸਾਇੰਸ ਕਰ ਨਹੀਂ ਰਹੀ। ਸਾਡਾ ਵਿਸ਼ਾ ਹੋਰ, ਉਹਨਾਂ ਦਾ ਵਿਸ਼ਾ ਹੀ ਹੋਰ। ਇੱਥੇ ਲਿਆ ਕੇ ਅਸੀਂ ਉਹਨਾਂ ਨੂੰ ਹਰਾ ਸਕਦੇ ਹਾਂ, ਪਰ ਉਹ ਤਾਂ ਸਾਡਾ ਹੀ ਛੱਡਿਆ ਹੋਇਆ। ਸਭ ਜਗ੍ਹਾ ਕੀ ਹੈ? ਮਾਇਆ ਪ੍ਰਧਾਨ। ਮਾਇਆ ਦੇ ਆਸਰੇ ਨਾਲ ਅਸੀਂ ਧਰਮ ਨੂੰ ਚਲਾ ਰਹੇ ਹਾਂ। ਜਿੱਥੇ ਮਾਇਆ ਦਾ ਆਸਰਾ ਆ ਗਿਆ, ਉੱਥੇ ਸੱਚ ਕਮਜ਼ੋਰ ਹੈ ਤੁਹਾਡਾ। ਤੁਹਾਡੇ ਕੋਲ ਕਮਜ਼ੋਰ ਸੱਚ ਹੈ, ਜੇ ਤੁਹਾਨੂੰ ਝੂਠ ਦਾ ਆਸਰਾ ਲੈਣਾ ਪੈਂਦਾ। ਕਮਜ਼ੋਰ ਆਦਮੀ ਨੂੰ ਆਪਾਂ ਠਾਲਦੇ ਹਾਂ, ਜਿਹੜਾ ਆਪ ਨਹੀਂ ਉੱਠ ਸਕਦਾ ਉਹਨੂੰ ਦੂਆ ਠਾਲਦਾ ਨਾ ਫੜ ਕੇ। ਬਿਮਾਰ ਹੋ ਜਾਂਦਾ ਕੋਈ, ਕਮਜ਼ੋਰ ਹੋ ਜਾਂਦਾ ਹੈ, ਤੇ ਉਹਨੂੰ ਦੂਏ ਦਾ ਸਹਾਰਾ ਲੈਣਾ ਪੈਂਦਾ ਠਾਲਣ ਵਾਸਤੇ। ਤੇ ਕੀ ਕਮਜ਼ੋਰ ਸੱਚ ਹੈ ਜਿਨ੍ਹਾਂ ਕੋਲ, ਉਹਨਾਂ ਨੂੰ ਮਾਇਆ ਦਾ ਆਸਰੇ ਨਾਲ ਉਹਨੂੰ ਖੜਾ ਕਰਨਾ ਪੈਂਦਾ, ਪ੍ਰਚਾਰਨਾ ਪੈਂਦਾ। ਸੱਚ ਨੂੰ ਪ੍ਰਚਾਰਨ ਵਾਸਤੇ ਮਾਇਆ ਦੀ ਲੋੜ ਨਹੀਂ ਹੈ। ਸੱਚ ਤਾਂ ਇੱਕ ਗੱਲ ਮੂੰਹੋਂ ਕੱਢੀ ਨਾਲ ਪ੍ਰਚਾਰਿਆ ਜਾਣਾ। ਭਗਤਾਂ ਨੇ ਮਾਇਆ ਨਾਲ ਪ੍ਰਚਾਰਿਆ ਸੀ ਸੱਚ, ਮਾਇਆ ਨਾਲ ਨਹੀਂ ਪ੍ਰਚਾਰਿਆ। ਗੁਰੂ ਨਾਨਕ ਨੇ ਮਾਇਆ ਨਾਲ ਨਹੀਂ ਪ੍ਰਚਾਰਿਆ, ਘਰੋਂ ਨਹੀਂ ਦਵਾਨੀ ਲੈ ਕੇ ਗਏ। ਇੱਥੋਂ ਤੱਕ ਕਿ ਧਰਮ ਦਾ ਪ੍ਰਚਾਰ ਤਾਂ ਪੈਸੇ ਤੇ ਬਿਨਾਂ ਹੀ ਹੁੰਦਾ। ਜੇ ਬੁੱਧ ਨੇ ਤਕਰੀਬਨ ਅੱਧੀ ਦੁਨੀਆ ਦੇ ਵਿੱਚ ਬੁੱਧ ਮਤ ਫੈਲਾਤਾ, ਤਾਂ ਭਿਕਸ਼ੂ ਤਾਂ ਦਵਾਨੀ ਲੈ ਕੇ ਘਰੋਂ ਨਹੀਂ ਗਏ। ਭਿਕਸ਼ੂਆਂ ਨੂੰ ਤਾਂ ਉਹਦਾ ਭਿੱਖਿਆ ਮੰਗ ਕੇ ਖਾਂਦੇ ਰਹੇ ਨੇ। ਬਸ ਜਦ ਭਿਕਸ਼ੂ ਹੀ ਇਹ ਪ੍ਰਚਾਰ ਕਰ ਸਕਦੇ ਨੇ। ਜਿਹੜਾ ਜੋ ਮਿਲ ਗਿਆ ਉਹ ਖਾ ਲਿਆ, ਜੋ ਪਹਿਲਾਂ ਨੂੰ ਮਿਲ ਗਿਆ ਤਾਂ ਪਾ ਲਿਆ, ਨਾ ਮਿਲਿਆ ਜਿਹੋ ਜਿਹਾ ਫਟਿਆ ਪੁਰਾਣਾ ਮਿਲ ਗਿਆ ਉਹ ਜਿਹਾ ਪਾ ਲਿਆ, ਜਿਹੋ ਜਿਹਾ ਮਿਲ ਗਿਆ ਉਹ ਜਿਹਾ ਖਾ ਲਿਆ। ਉਹ ਧਰਮ ਦਾ ਪ੍ਰਚਾਰ ਕਰ ਸਕਦਾ ਹੈ। ਜੇ ਪਹਿਲਾਂ ਹੀ ਕਰੋੜ ਰੁਪਏ ਦੀ ਕਾਰ ਚਾਹੀਦੀ ਹੈ, ਫਿਰ ਨਹੀਂ ਧਰਮ। ਫਿਰ ਤਾਂ ਉਹਦਾ ਇਹਨਾਂ ਦਾ ਟੀਚਾ ਕੀ ਸੀ? ਪ੍ਰਚਾਰਕ ਸੰਤਾਂ ਦਾ ਕਾਰ ਤੇ ਚੜ੍ਹਨਾ।
ਜਿਨ੍ਹਾਂ ਘਰਾਂ 'ਚ ਜੰਮੇ ਹੋਏ ਨੇ ਉਹਨਾਂ ਦਾ ਪਤਾ ਲੈ ਲਓ ਹਿਸਟਰੀ, ਘਰ ਦੇ ਭਾਈ ਕੀ ਕਰਦੇ ਨੇ, ਕਿਹੋ ਜਿਹੀ ਰੋਟੀ ਮਿਲਦੀ ਹੈ, ਕਾਰਾਂ ਹੈ ਕਿ ਨਹੀਂ ਹੈ ਉਹਨਾਂ ਦੇ ਘਰਾਂ 'ਚ। ਪਹਿਲਾਂ ਇਹਨਾਂ ਨੇ ਇਹ ਜਿਹਾ ਰਾਹ ਕਿਉਂ ਕੱਢਿਆ, ਇਹਨਾਂ ਨੇ ਮੁੰਡੇ ਕਿਉਂ ਜਾਂਦੇ ਨੇ ਕਾਰਾਂ ਚੜ੍ਹਨ ਵਾਸਤੇ, ਵਿਹਲੇ ਰਹਿਣ ਵਾਸਤੇ, ਵਧੀਆ ਸੂਟ ਪਾਉਣ ਵਾਸਤੇ, ਘੜੀਆਂ ਬੰਨ੍ਹਣ ਵਾਸਤੇ। ਘਰ ਉਹਨਾਂ ਨੂੰ ਮਿਲਣਾ ਨਹੀਂ ਸੀ ਕੰਮ ਕਰਕੇ ਵੀ। ਉਪਜ ਕਿੱਥੇ ਦੀ ਨੇ, ਧਰਮ ਦੇ ਨਾਂ 'ਤੇ ਸਾਰਾ ਹੀ ਫਰੋਡ ਹੈ। ਇਹਨਾਂ ਨੂੰ ਤਾਂ ਪੈਸੇ ਦੀ ਲੋੜ ਪੈਣੀ ਸੀ ਨਾ, ਅਸਲ 'ਚ ਪੈਸੇ ਦੀ ਲੋੜ ਇਹਨੂੰ ਆਪਣੇ ਵਾਸਤੇ ਪਈ ਹੈ। ਨਹੀਂ ਲੋੜ ਸੀ ਗੁਰਦੁਆਰਿਆਂ ਦੀ ਇੰਨੇ ਦੀ ਬਣਾਉਣ ਦੀ। ਜੇ ਗੁਰਦੁਆਰੇ ਇੰਨੇ ਬਣੇ ਨੇ ਪਾਰਟੀਬਾਜ਼ੀ ਵਧੀ ਹੈ, ਥੋਂ ਝਗੜੇ ਨੇ ਗੁਰਦੁਆਰਿਆਂ ਦੇ ਵਿੱਚ, ਗੋਲਕ ਦੇ ਥੋਂ ਚੌਧਰਾ ਬੜੀ ਗੁਰਦੁਆਰਿਆਂ 'ਚ ਨੁਕਸਾਨ ਹੋਇਆ। ਸੰਗਤ ਇਕਜੁੱਟ ਨਹੀਂ ਰਹੀ, ਖੇਰੂ ਹੋ ਗਈ। ਕੀ ਫਾਇਦਾ ਹੋਇਆ? ਪਹਿਲਾਂ ਹੀ ਪਤਾ ਹੋਣਾ ਚਾਹੀਦਾ ਸੀ ਵੀ ਜੇ ਅਸੀਂ ਬਣਾਵਾਂਗੇ ਤਾਂ ਫਾਇਦਾ ਹੋਊ ਕਿ ਨੁਕਸਾਨ ਹੋਊ। ਨੁਕਸਾਨ ਇਹ ਹੋਇਆ ਜੋ ਕੀਤਾ। ਹੁਣ ਅਕਾਲ ਤਖਤ ਵਾਲੇ ਵੀ ਕਹਿਣ ਲੱਗੇ ਵੀ ਭਾਈ ਇਹ ਕੰਮ ਨਾ ਕਰੋ, ਗੁਰਦੁਆਰੇ ਨਾ ਬਣਾਓ ਜ਼ਿਆਦਾ, ਕਿ ਹੁਣ ਤੇ ਹੀ ਸੁੱਤੇ ਪਏ ਸੀ ਤੁਸੀਂ। ਇਹਦਾ ਮਤਲਬ ਹੁਣ ਤੇ ਸੁੱਤੇ ਹੀ ਪਏ ਸੀ ਨਾ, ਸੁੱਤੇ ਹੀ ਪਏ ਨੇ ਸਾਰੇ। ਰਮਦਾਸੀਆਂ ਦੇ ਗੁਰਦੁਆਰੇ ਬਣਾਏ ਹੋਏ ਨੇ, ਕੀ ਲੋੜ ਸੀ? ਇੱਕੋ ਹੀ ਗੁਰਦੁਆਰਾ ਹੁੰਦਾ ਪਿੰਡ 'ਚ। ਰਮਦਾਸੀਆਂ ਨੂੰ ਕਹਿੰਦੇ ਭਾਈ ਤੁਸੀਂ ਦੇਖ ਸਜਾਓ, ਅਸੀਂ ਛਕਾਂਗੇ। ਦੇਖਾ ਭਲਾ ਦੂਆ ਗੁਰਦੁਆਰਾ ਬਣਾ ਲੈਂਦੇ ਹੋ। ਗੁਰੂ ਨੇ ਕੀ ਕਿਹਾ ਸੀ, ਤੁਸੀਂ ਕੀ ਕਰਦੇ ਸੀ? ਤੁਸੀਂ ਤਾਂ ਵਰਤਾਅ ਉਹੀ ਕਰਨ ਲੱਗੇ ਪੰਡਤ ਦੇ ਚੇਲੇ ਬਣ ਕੇ। ਫਿਰ ਉਹਨਾਂ ਨਾਲ ਅਸ਼ਾਂਤੀ ਪੈਦਾ ਹੁੰਦੀ ਨਾ। ਜਿੰਨੇ ਭਗਤ ਅਰਦਾਸ ਵਿੱਚ ਗੁਰੂਆਂ ਦੇ ਨਾਂ ਰੱਖ ਲਏ, ਭਗਤਾਂ ਦੇ ਕੱਢਤੇ। ਕਿਉਂ ਬਈ? ਉਹ ਕਦੇ ਕੱਢਤੇ? 18-17 ਪੰਡਤਾਂ ਦੇ ਨਾਂ ਨੇ ਉਹ ਕਦੇ ਛੱਡਤੇ? ਜਿਹੜੇ ਪੰਡਤ ਨੇ 12 ਦਾ ਭੱਟੇ ਹੀ ਨੇ, ਉਹ ਛੱਡਤੇ। ਗੁਰੂ ਰੱਖ ਲਏ। ਪਹਿਲਾਂ ਸਭ ਤੋਂ ਕਬੀਰ ਦੀ ਬਾਣੀ ਹੈ, ਭਗਤਾਂ ਦੀ ਬਾਣੀ ਪਹਿਲਾਂ, ਉਹ ਕਦੇ ਛੱਡਤੇ? ਉਹਦੀ ਵਿਆਖਿਆ ਹੀ ਕੀਤੀ ਹੈ ਗੁਰੂਆਂ ਨੇ। ਬੇਈਮਾਨੀ ਸੀ ਅੰਦਰ, ਕਪਟ ਸੀ ਅੰਦਰ। ਕਪਟ ਦੇ ਆਧਾਰ ਤੇ ਪ੍ਰਚਾਰ ਹੋ ਰਿਹਾ 150 ਸਾਲ ਦਾ, ਪਰ ਕਿ 300 ਸਾਲ ਦਾ ਹੀ ਹੋ ਰਿਹਾ ਗੁਰੂ ਤੇ ਬਾਅਦ। ਜਦੋਂ ਬੰਦਾ ਬਾਦਲ ਆ ਗਿਆ ਕਪਟੀ ਸੀ ਪੂਰਾ। ਜਦੋਂ ਇਹ ਕਪਟ ਪ੍ਰਧਾਨ ਹੋ ਗਿਆ, ਜਿਹੜੇ ਅਸਲੀ ਸੀ ਉਹ ਪਿੱਛੇ ਹਟ ਗਏ, ਖੁੱਲੇ ਲੱਗ ਗਏ। ਜਾਂ ਹੱਦ ਹੋ ਗਈ, ਫਿਰ ਅਸਲੀ ਹੁਣ ਮੂਹਰੇ ਆ ਗਏ ਤਲਵਾਰ ਫੜ ਕੇ। ਉਹਨਾਂ ਨੂੰ ਆਉਣਾ ਹੀ ਪੈਣਾ ਸੀ। 2 ਤਲਵਾਰਾਂ ਦਵੈ ਕਿਰਪਾਨ ਗਜਗਾ, ਦੂਈ ਤਲਵਾਰ ਆਈ ਆ ਹੁਣ। ਇਹਨਾਂ ਨੇ ਇੱਕ ਦੀਆਂ ਹੀ 2 ਲੋਹੇ ਵਾਲੀਆਂ ਬਣਾਈਆਂ ਸੀ। ਇਹਨਾਂ ਨੂੰ ਹੁਣ ਦੂਈ ਤਲਵਾਰ ਦੱਸਿਆ ਵੀ ਦੂਈ ਕੀ ਹੁੰਦੀ ਹੈ। ਉਹ ਗਾਹ ਪਾ ਦਿੰਦੀ ਹੈ ਇਕੱਲੀ ਹੋਈ। ਜਿਹੜੇ ਬੜੇ ਗਾਜ ਨੇ ਨਾ, ਹਾਥੀ ਨੇ, ਉਹ ਵੀ ਉਦੋਂ ਭੱਜਦੇ ਨੇ। ਗਾਜਾ ਗਾਹ ਦਿੰਦੀ ਹੈ ਤਲਵਾਰ ਉਹ ਗਿਆਨ ਦੀ। ਸਾਰੇ ਗਾਹ ਕੇ ਰੱਖ ਦੇਣੇ ਨੇ। ਇਹਦੇ ਮੂਹਰੇ ਹਾਥੀ ਤਲਵਾਰ ਮੂਹਰੇ ਭੱਜਦਾ ਹੁੰਦਾ। ਹਾਥੀ ਦੀ ਤਲਵਾਰ ਮੂਹਰੇ ਨਹੀਂ ਭੱਜਦਾ। ਵੇ ਤੇ ਹਾਥੀ ਵੀ ਭੱਜਣਗੇ। ਹਾਥੀ ਨੂੰ ਤਲਵਾਰ ਕੀ ਕਰ ਲੂ ਬਈ? ਤਲਵਾਰ ਵਾਲੇ ਦੀ ਲੜਾਈ ਹਾਥੀ ਨਾਲ ਨਹੀਂ ਹੁੰਦੀ, ਪਰ ਗਿਆਨ ਖੜਖੜ ਦੀ ਲੜਾਈ ਹਾਥੀ ਨਾਲੇ ਹੁੰਦੀ ਹੈ। ਉਹ ਦੂਏ ਨੂੰ ਕੀ ਕਰਨਾ? ਉਹਨੇ ਹਾਥੀ ਨੂੰ ਟੱਕਰਨਾ ਜਾ ਕੇ ਸਿੱਧਾ। ਹੰਕਾਰ ਨਾਲੇ ਟੱਕਰਨਾ ਉਹਨੇ, ਹੋਰ ਕਿਹਦੇ ਨਾਲ ਟੱਕਰਨਾ? ਹੰਕਾਰ ਹਾਥੀ ਹੁੰਦਾ। ਅਤੀ ਸੁਬਾਹ ਅਤੀ ਸੂਰ ਅਜੈ ਅਣਭਿੱਦ ਸੋ ਅਣਕਟ। ਉਹ ਅਤੀ ਸੂਰ ਅਤੀ ਸੁਬਾਹ ਸੀ। ਪਹਿਲਾਂ ਸਾਇੰਸਦਾਨ ਹੈ ਅਤੀ ਸੂਰ ਅਤੀ ਸੁਬਾਹ ਸੀ। ਕਿਸੇ ਨੇ ਚੱਲ ਨਹੀਂ ਕੀਤਾ ਅੱਜ ਤੱਕ ਸਾਇੰਸਦਾਨਾਂ ਨੂੰ। ਉਹੀ ਸੀਗੇ। ਉਹਨਾਂ ਨੂੰ ਚੈਲੰਜ ਕਰੂਗਾ ਜਿਹਦੇ ਕੋਲ ਤਲਵਾਰਾਂ 2 ਹੋਣਗੀਆਂ, ਪਰ ਉਹਦੇ ਕੋਲ ਇੱਕ ਤਲਵਾਰ ਦੇ ਵਿੱਚ ਗੁਣ ਹੋਊ। ਉਹਨੂੰ 3 ਲੋਕ ਦਾ ਗਿਆਨ ਹੋਊ। 3 ਲੋਕ ਜੜ ਔਰ ਚੇਤਨ ਦੋਹਾਂ ਦਾ ਗਿਆਨ ਹੋਊ। ਇਹਨਾਂ ਨੂੰ ਇਕੱਲੇ ਜੜ ਦਾ ਗਿਆਨ ਹੈ, ਚੇਤਨ ਦਾ ਹੈ ਨਹੀਂ। ਉਹਨਾਂ ਕੋਲ ਚੇਤਨ ਦਾ ਗਿਆਨ ਹੈ ਨਹੀਂ, ਡਾਕਟਰਾਂ ਕੋਲ ਜੜ ਦਾ ਹੈ। ਸਾਇੰਸਦਾਨਾਂ ਕੋਲ ਚੇਤਨ ਦਾ ਗਿਆਨ ਹੈ ਨਹੀਂ, ਜੜ ਦਾ ਹੈ। ਇਹਦੇ ਕੋਲ ਤਲਵਾਰ ਇਹਦੇ ਵਾਲੀ ਇਹ ਹੋਊਗੀ, ਜੜ ਔਰ ਚੇਤਨ ਦਾ ਦੋਹਾਂ ਦਾ ਗਿਆਨ ਹੋਊਗਾ। ਬਸ ਇਹਦੀ ਚਮਕ ਇੰਨੀ ਫਰਕ ਹੋਊਗਾ। ਅਜੈ ਅਣਭਿੱਦ। ਉਹਦੀ ਤਲਵਾਰ ਇੱਕ ਪਾਸੇ ਤੇ ਚਮਕਦੀ ਹੈ, ਇੱਕ ਪਾਸੇ ਤੇ ਕਾਲੀ ਹੈ। ਸਾਇੰਸਦਾਨ ਦੀ ਤਲਵਾਰ ਇੱਕ ਪਾਸਾ ਚਮਕ। ਤਲਵਾਰ ਦੇ ਵੀ 2 ਪਾਸੇ ਹੁੰਦੇ ਨੇ ਨਾ। ਇੱਕ ਪਾਸਾ ਹੀ ਚਮਕਦਾ ਮਾਇਆ ਵਾਲਾ ਪਾਸਾ ਹੀ, ਦੂਏ ਪਾਸੇ ਤੇ ਕਾਲੀ ਹੈ। ਇਹ ਦੋਹਾਂ ਪਾਸਿਆਂ ਤੇ ਚਮਕੂ।
ਤੇ ਫਿਰ ਦੋਹਾਂ ਤਲਵਾਰਾਂ ਨੂੰ ਦੇਖ ਕੇ ਦੁਨੀਆ ਨੇ ਕਹਿ ਦੇਣਾ ਵੀ ਨਹੀਂ ਬਈ ਆਹ ਠੀਕ ਹੈ, ਤੁਹਾਡੀ ਇੱਕ ਪਾਸੇ ਤੇ ਕਾਲੀ ਹੈ ਤਲਵਾਰ। ਹਾਂਜੀ, ਅਜੈ ਅਣਭਿੱਦ ਸੋ ਅਣਖੱਟ। ਅਣਭਿੱਦ ਹੈ, ਨਹੀਂ ਭੇਜਿਆ ਜਾ ਸਕਦਾ, ਉਹਦੀ ਗੱਲ ਨੂੰ ਝੂਠਾ ਨਹੀਂ ਸਾਬਤ ਕੀਤਾ ਜਾ ਸਕਦਾ ਸਾਇੰਸਦਾਨ ਦੀ ਨੂੰ। ਸੋ ਅਣਖੱਟ, ਅਣਖੱਟ ਹੈ, ਕੱਟੀ ਵੀ ਨਹੀਂ ਜਾ ਸਕਦੀ ਉਹਦੀ ਗੱਲ। ਸੱਚ ਹੈ ਉਹਨਾਂ ਕੋਲ ਵੀ, ਸੰਸਾਰੀ ਸੱਚ ਹੈ ਉਹਨਾਂ ਕੋਲ, ਸੱਚ ਜ਼ਰੂਰ ਹੈ, ਉਹਨਾਂ ਨੇ ਦੁਨੀਆ ਨੂੰ ਦੱਸਿਆ ਹੈ। ਦੇਖੋ ਹਾਰਟ ਬਦਲਤਾ, ਗੁਰਦੇ ਬਦਲਤੇ, ਇਹ ਕੋਈ ਅਣਖੱਟ ਹੈ ਚੀਜ਼ਾਂ ਹੈ। ਜਿਗਰ ਵੀ ਬਦਲਤਾ, ਜਿਗਰ ਬਦਲਤਾ, ਕੁਛ ਇੰਨਾ ਕੁਛ ਕਰਤਾ ਉਹਨਾਂ ਨੇ ਕਿ ਉਹ ਤਾਂ ਮੁਨਕਰ ਹੋਇਆ ਜਾ ਸਕਦਾ ਹੈ, ਨਹੀਂ ਮੁਨਕਰ ਹੋਇਆ ਜਾ ਸਕਦਾ ਉਹ ਤਾਂ, ਉਹ ਵੀ ਅਣਘੱਟ ਹੈ ਉਹਨਾਂ ਦੀ ਗੱਲ। ਪਰ ਆਤਮਾ ਬਾਰੇ ਜਦ ਆਪਰੇਸ਼ਨ ਹੁੰਦਾ ਉਹ ਡਾਕਟਰਾਂ ਨੂੰ ਕਹਿੰਦੇ ਨੇ, ਡਾਕਟਰ ਕਹਿੰਦੇ ਦੇਖੋ ਜੀ ਇਹ ਤਾਂ ਪਰਮੇਸ਼ਰ ਕੁਦਰਤ ਦੇ ਪਾਸ ਹੈ, ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ। ਉੱਥੇ ਜਾ ਕੇ ਉਹ ਵੀ ਹੱਥ ਖੜੇ ਕਰ ਦਿੰਦੇ ਨੇ ਬਈ ਮੌਤ ਤੋਂ ਬਚਾਉਣਾ ਸਾਡੇ ਮਰੀਜ਼ ਨੂੰ, ਜਦ ਬਚਾ ਲਓ ਕਹਿੰਦੇ ਵੀ ਬਚਾਉਣਾ ਸਾਡੇ ਵੱਸ ਦੀ ਗੱਲ ਨਹੀਂ, ਇਲਾਜ ਕਰਨਾ ਸਾਡੇ ਵੱਸ ਦੀ ਗੱਲ ਹੈ। ਅਸੀਂ ਇਲਾਜ ਕਰਦੇ ਹਾਂ, ਬਚਣਾ ਬਚਾਉਣਾ ਸਾਡੇ ਹੱਥ 'ਚ ਹੈ ਨਹੀਂ। ਉੱਥੇ ਜਾ ਕੇ ਉਹ ਮੰਨ ਲੈਂਦੇ ਨੇ ਵੀ ਹਾਂ ਹੈ। ਜਿਉਂ ਗਿਆਨ ਗਾਹਾਂ ਨੂੰ ਜਾਂਦਾ ਖੁਦ ਵੀ ਮੰਨਦੇ ਜਾਂਦੇ ਨੇ ਕੋਈ ਐਸੀ ਸ਼ਕਤੀ ਹੈ ਜਿਹਦੇ ਬਾਰੇ ਅਸੀਂ ਖੋਜ ਨਹੀਂ ਕੀਤੀ, ਸਾਡੀ ਖੋਜ ਤੋਂ ਪਰੇ ਹੈ। ਇਹ ਭਾਂਤ ਭਰਮ ਅਨਭਿੱਦ ਭਟ, ਜੇ ਦਿਨ ਕ੍ਰੁੱਧ ਜੀ ਧਾਰ ਹੈ। ਇਸ ਤਰੀਕੇ ਨਾਲ ਜਿਹੜਾ ਭਰਮ ਗਿਆਨ ਹੈ ਨਾ, ਭਰਮ ਅਣਭਿੱਜ ਭਟ ਹੈ। ਭਰਮ ਉਹਨਾਂ ਨੂੰ ਹੈ, ਭਰਮ ਕਾਹਦਾ? ਚੇਤਨ ਬਾਰੇ ਭਰਮ ਹੈ। ਸਾਇੰਸਦਾਨਾਂ ਨੂੰ, ਡਾਕਟਰਾਂ ਨੂੰ ਰਿਮੋਟ ਬਣਾਤਾ, ਪੂਰਾ ਆਦਮੀ ਬਣਾਤਾ, ਆਦਮੀ ਨੂੰ ਸ਼ਕਤੀਸ਼ਾਲੀ ਬਣਾਤਾ ਰਿਮੋਟ। ਫੌਜਾਂ ਵੀ ਬਣਾ ਸਕਦੇ ਨੇ ਰਿਮੋਟ ਦੀਆਂ, ਪਰ ਇਹ ਜਿਹਾ ਆਦਮੀ ਨਹੀਂ ਬਣਾ ਸਕਦੇ ਜਿਹੜਾ ਕੁਦਰਤ ਨੇ ਬਣਾਇਆ, ਇਹ ਜਿਹਾ ਨਹੀਂ ਬਣਦਾ। ਇਸ ਕਰਕੇ ਉਹਨਾਂ ਨੂੰ ਚੇਤਨ ਬਾਰੇ, ਸੋਲ ਬਾਰੇ ਗਿਆਨ ਨਹੀਂ ਹੈ। ਇੱਧਰਲਾ ਪਾਸਾ ਕਾਲਾ ਹੈ ਉਹਨਾਂ ਦਾ, ਭਰਮ ਹੈ। ਇੱਕ ਪਾਸਾ ਤਲਵਾਰ ਦਾ ਕਾਲਾ, ਚੇਤਨ ਬਾਰੇ ਗਿਆਨ ਨਹੀਂ ਹੈ। ਚੇਤਨ ਬਾਰੇ ਉਹ ਕਹਿੰਦੇ ਵੀ ਇਹਦਾ ਨਹੀਂ ਸਾਨੂੰ ਪਤਾ। ਦਿਮਾਗ ਹੈ, ਦਿਮਾਗ ਚੱਲਦਾ, ਚਲਾਉਂਦਾ ਕੌਣ? ਕਹਿੰਦੇ ਇਹ ਨਹੀਂ ਪਤਾ ਚਲਾਉਣਾ। ਹਾਰਟ ਚੱਲਦਾ, ਚਲਾਉਂਦਾ ਕੌਣ? ਰੈਸਪੀਰੇਸ਼ਨ ਆਰਟੀਫੀਸ਼ੀਅਲ ਦੇ ਵਿੱਚ ਤੁਸੀਂ ਪਾਵਰ ਦਿੰਦੇ ਹੋ, ਸ਼ਕਤੀ ਦਿੰਦੇ ਹੋ, ਉਹ ਸ਼ਕਤੀ ਜਿਹੜੀ ਕਮਜ਼ੋਰ ਹੋ ਜਾਂਦੀ ਹੈ ਤਾਂ ਦਿੰਦੇ ਹੋ ਨਾ। ਪਹਿਲਾਂ ਕੌਣ ਚਲਾਉਂਦਾ? ਉਹ ਵੀ ਤਾਂ ਸ਼ਕਤੀ ਹੈ ਕੋਈ, ਉਹਦੇ ਬਾਰੇ ਗਿਆਨ ਨਹੀਂ। ਉਧਰਲਾ ਪਾਸਾ ਕਾਲਾ, ਇਹ ਭਰਮ ਹੈ। ਇਹ ਭਰਮ ਗਿਆਨ ਕਹਿੰਦੇ ਨੇ ਇਹਨੂੰ। ਅਸਲ 'ਚ ਭਰਮ ਗਿਆਨ ਹੈ। ਗਿਆਨ ਵੀ ਹੈ, ਭਰਮ ਵੀ ਹੈ। ਸੱਚ ਬਾਰੇ ਭਰਮ ਹੈ, ਝੂਠ ਬਾਰੇ ਗਿਆਨ ਹੈ। ਮਾਇਆ ਝੂਠੀ ਹੈ ਨਾ। ਸੱਚ ਬਾਰੇ ਭਰਮ ਹੈ, ਝੂਠ ਬਾਰੇ ਗਿਆਨ ਹੈ। ਮਾਇਆ ਬਾਰੇ ਗਿਆਨ ਹੈ, ਭਰਮ ਗਿਆਨ ਹੈ। ਇੱਕ ਭਰਮ ਗਿਆਨ ਉਹ ਹੁੰਦਾ ਸੱਚ ਨੂੰ ਹੀ ਰੋਲ ਦੇਣਾ, ਭ੍ਰਮਿਤ ਕਰ ਦੇਣਾ, ਸੱਚ ਦੀ ਮੂਰਤੀ ਬਣਾ ਕੇ ਰੱਖ ਦੇਣੀ। ਇੱਕ ਭਰਮ ਗਿਆਨੀ ਉਹ ਨੇ। ਉਹ ਭਰਮ ਗਿਆਨੀ ਅਪਰਾਧੀ ਨੇ, ਇਹ ਭਰਮ ਗਿਆਨੀ ਅਪਰਾਧੀ ਨਹੀਂ ਹੈ। ਹਾਂ, ਇਹ ਅਪਰਾਧੀ ਨਹੀਂ ਹੈ, ਉਹ ਅਪਰਾਧੀ ਨੇ। ਹਾਂ, ਇਹ ਮੰਨ ਵੀ ਲਈ ਇਹਨਾਂ ਨੇ, ਇਹ ਅਗਿਆਨੀ ਨੇ। ਅਪਰਾਧੀ ਹੋਰ ਹੋਣਾ, ਅਗਿਆਨੀ ਹੋਰ ਹੈ। ਇੱਕ ਪਾਸੇ ਦਾ ਗਿਆਨ ਹੈ, ਇੱਕ ਪਾਸੇ ਦਾ ਹੈ ਨਹੀਂ। ਅਗਿਆਨੀ ਦੋਹਾਂ ਪਾਸਿਆਂ ਤੇ ਨੇ। ਹੁਣ ਮੰਨਦੇ ਨੇ ਵੀ ਜੋ ਕੁਛ ਅਸੀਂ ਕੀਤਾ ਗਲਤ ਕੀਤਾ। ਹਥਿਆਰ ਬਣਾਏ, ਆਦਮੀ ਦੀ ਮੌਤ ਆਦਮੀ ਨੇ ਬਣਾ, ਆਪਣੀ ਮੌਤ ਆਦਮੀ ਨੇ ਬਣਾ ਲਈ। ਹਥਿਆਰ ਤਾਂ ਉੱਥੇ ਵੀ ਚੱਲ ਸਕਦੇ ਨੇ ਜਿੱਥੇ ਪਏ ਨੇ। ਦੇਖੋ ਨਾ, ਬੰਬ ਬਣਾਉਂਦੇ ਨੇ, ਉੱਥੇ ਚੱਲ ਜਾਂਦਾ, ਬਣਾਉਣ ਵਾਲੇ ਮਰ ਜਾਂਦੇ ਨੇ। ਇੱਧਰ ਨੂੰ ਗਏ, ਕੋਈ ਫਾਇਦਾ ਨਹੀਂ ਹੋਇਆ, ਨੁਕਸਾਨ ਹੀ ਹੋਇਆ। ਹੁਣ ਮਹਿਸੂਸ ਕਰਦੇ ਨੇ ਦੁਨੀਆ ਸਾਰੀ ਉਹ ਮਰ ਜੂਗੀ, ਇਹਨਾਂ ਨੂੰ ਨਸ਼ਟ ਕਰ ਦਿਆ ਹਥਿਆਰਾਂ ਨੂੰ। ਪਹਿਲਾਂ ਬਣਾਏ ਸੀ ਉਹ, ਇਹਦਾ ਮਤਲਬ ਗਿਆਨੀ ਸੀ। ਗਿਆਨ ਉਦੋਂ ਨਹੀਂ ਸੋਚਿਆ ਵੀ ਅਸੀਂ ਕੀ ਕਰ ਰਹੇ ਹਾਂ, ਇਹਨਾਂ ਨੁਕਸਾਨ ਕਰ ਰਹੇ ਹਾਂ ਪੈਸੇ ਤੇ। ਇਹ ਵੀ ਅਗਿਆਨਤਾ ਹੀ ਸੀ ਉਹਨਾਂ ਦੀ। ਇੱਛਾ ਕੀ ਸੀ? ਕਰਵਾਇਆ ਕਿਹਨੇ? ਕਰਵਾਇਆ ਕਿਹਨੇ? ਕਰਵਾਇਆ ਹੰਕਾਰ ਨੇ। ਉਦੋਂ ਉਹਨੇ ਕਰਤੇ ਹੰਕਾਰ ਨੇ। ਹੰਕਾਰ ਪਹਿਲਾਂ ਆਇਆ ਨਾ, ਪਰ ਪਿੱਛੋਂ ਆਇਆ।
ਅੰਨੇ ਕੀਤੇ ਹੰਕਾਰ ਨੇ। ਮੈਂ ਸਾਰਿਆਂ ਤੇ ਕਾਬੂ ਕਰਨਾ, ਸਾਰਿਆਂ ਨੂੰ ਜਿੱਤਣਾ। ਇਹ ਉੱਥੇ ਚੱਲਦਾ, ਵਰਲਡ ਲੈਵਲ ਦੀ ਗੱਲ ਚੱਲਦੀ ਹੈ। ਇਹ ਜੋ ਆਦਮੀ ਹੈ ਸੰਸਾਰ ਪਾਰਸਨਾਥ ਦਾ ਬਹਾਨਾ ਹੈ। ਦੁਨੀਆ ਦਿਖਾਤੀ ਤੁਹਾਨੂੰ, ਅੱਜ ਵੀ ਉਹੀ ਹੋ ਰਿਹਾ। ਹੋਇਆ ਨਹੀਂ ਹੁਣ ਪਿੱਛੇ ਰਸ਼ੀਆ ਕਹਿੰਦਾ ਸੀ ਮੈਂ ਕਬਜ਼ਾ ਕਰਨਾ ਦੁਨੀਆ ਤੇ, ਅਮਰੀਕਾ ਕਹਿੰਦਾ ਮੈਂ ਕਬਜ਼ਾ ਕਰਨਾ ਸਾਰੀ ਦੁਨੀਆ ਤੇ। ਇੱਕ ਦੂਏ ਦਾ ਡਰ, ਹੰਕਾਰ ਸੀ ਉੱਥੇ ਪ੍ਰਧਾਨ। ਹੋਰ ਕੀ ਸੀ? ਹੰਕਾਰ ਕਾਰਨ ਸੀ, ਹੋਰ ਕੀ ਸੀ ਕਾਰਨ? ਪਰ ਜਿਨ੍ਹਾਂ ਨੂੰ ਹੰਕਾਰ ਸੀ ਉਹਨਾਂ ਨੂੰ ਨਹੀਂ ਸੀ ਪਤਾ ਹੰਕਾਰ ਹੈ। ਕੋਈ ਦੱਸਣ ਵਾਲਾ ਵੀ ਨਹੀਂ ਸੀ ਹੰਕਾਰ ਹੈ। ਰਸਤਾ ਉਲਟੇ ਜਾ ਰਹੇ ਹੋ ਤੁਸੀਂ, ਕਿਸੇ ਨੇ ਨਹੀਂ ਕਿਹਾ ਹੈ। ਜਿਨ੍ਹਾਂ ਨੂੰ ਪਤਾ ਸੀ ਉਹ ਬੋਲੇ ਨਹੀਂ। ਉਹ ਕਹਿੰਦੇ ਚੱਲਣ ਤੋਂ ਆਪਾਂ ਨੇ ਕੀ ਲੈਣਾ, ਗਾਹਾਂ ਜਾ ਕੇ ਆਪੇ ਪਤਾ ਲੱਗ ਜੂ। ਨਿਆਣੇ ਨੂੰ ਜਿੰਨਾ ਮਰਜ਼ੀ ਕਹਿ ਲਈ, ਉਹ ਕਿਹੜਾ ਮੰਨਦੇ ਹੁੰਦੇ ਨੇ? ਜਾਂ ਜਵਾਨ ਅਵਸਥਾ ਹੁੰਦੀ ਹੈ ਨਿਆਣੇ ਦੀ, ਫਿਰ ਨਹੀਂ ਮੰਨਦੇ ਹੁੰਦੇ। ਇਹਨਾਂ ਦੀ ਅਵਸਥਾ ਉਦੋਂ ਜਵਾਨ ਸੀ ਨਾ, ਨਵੇਂ ਨਵੇਂ ਇਹਨਾਂ ਨੂੰ ਹਥਿਆਰਾਂ ਦਾ ਪਤਾ ਲੱਗਣ ਲੱਗਿਆ ਸੀ। ਨਵਾਂ ਨਵਾਂ ਗਿਆਨ ਹੁੰਦਾ ਬੱਚੇ ਨੂੰ, ਉਹ ਸਮਝਦਾ ਵੀ ਮੈਨੂੰ ਇਹ ਅਕਲ ਹੈ, ਇਹਨਾਂ ਨੂੰ ਹੈ ਹੀ ਨਹੀਂ। ਬਜ਼ੁਰਗਾਂ ਨੂੰ ਤਾਂ ਹੱਥਾਂ 'ਚ ਜੰਮਿਆ ਹੁੰਦਾ। ਉਹ ਕਹਿੰਦੇ ਵੀ ਅਜੋ ਕਿਹੜਾ ਇਹਨਾਂ ਨੇ ਆਪਣੀ ਗੱਲ ਸੁਣਨੀ ਹੈ, ਤੁਸੀਂ ਚਲੇ ਜਾਣ ਦਿਓ, ਆਪੇ ਅਕਲ ਆ ਜੂਗੀ। ਆਪਾਂ ਵੀ ਕਹਿੰਦੇ ਵੀ ਆਪੇ ਅਕਲ ਆ ਜੂ, ਸਿਆਣਾ ਹੋ ਜੂ। ਅਸੀਂ ਵੀ ਮੰਨ ਲਿਆ ਵੀ ਸਿਆਣੇ ਹੋਣਗੇ, ਆਪੇ ਅਕਲ ਆ ਜੂਗੀ। ਹੁਣ ਆ ਵੀ ਗਈ ਅਕਲ, ਅਕਲ ਆ ਵੀ ਗਈ ਆਪੇ। ਕਹੇ ਤੇ ਨਹੀਂ ਆਉਂਦੀ ਹੁੰਦੀ, ਕਹੀ ਨਾ ਉਪਜੈ ਉਪਜੀ ਜਾਣ। ਇਹ ਵੀ ਪਹਿਲੀ ਗੱਲ ਹੈ। ਕਹੀ ਹੋਈ ਗੱਲ ਜਿਹੜੀ ਹੈ ਉਹਨੂੰ ਨਹੀਂ ਮੰਨਦਾ। ਜਦ ਤਜਰਬਾ ਆਪਣਾ ਆ ਜਾਂਦਾ ਨਾ, ਜਾਂ ਗਿਰਦਾ ਫਿਰ ਪਤਾ ਲੱਗਦਾ ਹੈ। ਜੇ ਗਲਤੀ ਕਰਕੇ ਉਹ ਮਹਿਸੂਸ ਕਰਦਾ ਵੀ ਗਲਤੀ ਹੋ ਗਈ, ਫਿਰ ਅਕਲ ਆਉਂਦੀ ਹੈ। ਹਾਂਜੀ, ਇਹ ਭਾਂਤ ਭਰਮ ਅਨਪਿੱਧ ਭੱਟ, ਜੇ ਦਿਨ ਕੁਰਦ ਜੀ ਧਾਰ ਹੈ। ਇਹ ਤਰੀਕੇ ਦਾ ਭਰਮ ਜਿਹੜਾ ਹੈਗਾ ਉਹ ਪਿੱਧ ਭੱਟ, ਇਹਨੂੰ ਭੇਦਿਆ ਨਹੀਂ ਜਾ ਸਕਦਾ ਭਰਮ ਨੂੰ। ਭਰਮ ਦਾ ਕੋਈ ਇਲਾਜ ਨਹੀਂ ਹੈ ਕਿਸੇ ਕੋਲ। ਦੇਖੋ ਇਹਦਾ ਇਲਾਜ ਨਹੀਂ ਦੱਸਿਆ, ਨਾ ਪਹਿਲੇ ਦਾ ਦੱਸਿਆ ਇਲਾਜ। ਪਹਿਲਾਂ ਇਲਾਜ ਦੱਸਦੇ ਆਏ ਨੇ, ਇਹਦੇ ਸ਼ਾਂਤੀ ਆਊਗੀ ਮੂਹਰੇ, ਇਹਦੇ ਫਲਾਨਾ ਇੱਥੇ ਮੂਹਰੇ ਨਹੀਂ ਕੋਈ ਆ ਰਿਹਾ, ਹੁਣ ਪਿੱਛੇ ਵੀ ਨਹੀਂ ਆ ਰਿਹਾ ਮੂਹਰੇ। ਭਰਮ ਦੇ ਮੂਹਰੇ ਕੋਈ ਨਹੀਂ ਆਇਆ। ਉੱਥੇ ਕੋਈ ਨਹੀਂ ਹੈ, ਉਹਦਾ ਇਲਾਜ ਕੋਈ ਨਹੀਂ ਹੈ। ਉਹਦਾ ਇਲਾਜ ਪਹਿਲਾਂ ਹੀ ਵਿਵੇਕ ਹੋਊਗਾ ਤਾਂ ਉਹ ਪੈਦਾ ਹੀ ਨਹੀਂ ਹੁੰਦਾ। ਇਹਨੂੰ ਪੈਦਾ ਨਾ ਹੋਣ ਦੇਣਾ ਹੀ ਇਲਾਜ ਹੈ। ਪੈਦਾ ਹੋਏ ਦਾ ਕੋਈ ਇਲਾਜ ਨਹੀਂ ਇਹਦਾ। ਪੈਦਾ ਹੋਏ ਦਾ ਇਲਾਜ ਤਾਂ ਫਿਰ ਗੁਰੂ ਹੈ, ਕਿਸੇ ਨੂੰ ਗੁਰੂ ਧਾਰਨ ਕਰੇ। ਗੁਰੂ ਕਿਸੇ ਨੂੰ ਧਾਰਨ ਕਰਦੇ ਨਹੀਂ, ਇਹ ਤਾਂ ਆਪੇ ਬਣੇ ਬੈਠੇ ਨੇ। ਤਪੋ ਰਾਜ ਰਾਜੋ ਨਰਕ ਤਾਂ ਹੀ ਹੈ। ਥੱਲੇ ਨਰਕ ਹੁਣ ਮੱਛੀ ਚੱਟ ਕੇ ਵੜੂ ਪੱਥਰ ਨੂੰ। ਇਹ ਰਾਜੇ ਤਾਂ ਆਪਣੇ ਹੋਏ ਨੇ। ਤਪੋ ਰਾਜ ਹੈ ਨਾ, ਪਿੱਛੇ ਤਪ ਕੀਤਾ ਸੀ ਮਛਿੰਦਰਨਾਥ ਨੇ, ਤਪ ਤੋਂ ਰਾਜ ਮਿਲ ਗਿਆ। ਜਾਂ ਤਾਂ ਮੰਨ ਲੂ ਵਿਵੇਕ ਦੀ ਗੱਲ, ਜਾਂ ਫਿਰ ਨਰਕ ਜਾਊਗਾ। ਫਿਰ ਥੱਲੇ ਚੜੂਗਾ ਪੌੜੀ, ਹਾਂ ਸਿਰੋਂ ਡਿੱਗੂਗਾ। ਫਿਰ ਕੀੜਾ ਲੈ ਗਿਆ, ਨੇੜੇ ਹੀ ਚਲਿਆ ਗਿਆ ਨਾ, ਪਰ ਉੱਤੋਂ ਡਿੱਪਿਆ ਦਾਣਾ ਲੈ ਕੇ ਥੱਲੇ ਵੀ ਚੜੂ। ਫਿਰ ਰਾਜ ਤਾਂ ਅਟਕਣਾ ਨਹੀਂ। ਦੀਵਾਰ ਚੜ੍ਹਦਾ ਸੀ, ਸਾਰਿਆਂ ਨੂੰ ਉੱਤੇ ਸੀ, ਥੱਲੇ ਸੀ ਬਾਕੀ। ਕਹਿੰਦਾ ਮੈਂ ਉੱਤੇ ਹਾਂ ਸਾਰਿਆਂ ਨੂੰ। ਉਹ ਥੱਲੇ ਨੂੰ ਦੇਖਣ ਲੱਗੇ, ਉੱਤੋਂ ਡਿੱਪਿਆ, ਧਿਆਨ ਉੱਧਰੋਂ ਹਟ ਗਿਆ ਨਾ। ਥੱਲੇ ਵਾਲਿਆਂ ਨੂੰ ਦੇਖਣ ਲੱਗ ਗਏ, ਮੈਂ ਉੱਚਾ ਬਾਕੀ ਥੱਲੇ ਨੇ। ਥੱਲੇ ਡਿੱਪਿਆ, ਥੱਲੇ ਚੜ੍ਹੋ, ਲਾਈਨ 'ਚ ਲੱਗ ਜਾ। ਪਿੱਛੇ ਲਾਈਨ 'ਚ ਲੱਗਣਾ ਪਊਗਾ। ਲਾਈਨ ਜੋ ਛੱਡਤੀ। ਹਾਂਜੀ, ਜੇ ਦਿਨ ਕ੍ਰੋਧ ਜੀ ਧਾਰ ਹੈ। ਜਿਸ ਦਿਨ ਇਹ ਕ੍ਰੋਧ ਆ ਜਾਏ, ਇੱਥੇ ਆ ਕੇ ਕ੍ਰੋਧ ਆ ਜਾਏ, ਇਸ ਅਵਸਥਾ 'ਚ ਕ੍ਰੋਧ ਆ ਜਾਏ, ਫਿਰ ਵਰਲਡ ਵਾਰ ਹੋ ਜਾਂਦੀ ਹੈ। ਫਿਰ ਕਲੰਗਾ ਦੀ ਲੜਾਈ ਹੋ ਜਾਂਦੀ ਹੈ। ਫਿਰ 1 ਲੱਖ ਆਦਮੀ ਇੱਕੋ ਦਿਨ 2 ਦਿਨ 'ਚ ਮਰ ਜਾਂਦਾ ਹੈ ਜੰਗ 'ਚ। ਫਿਰ ਪਛਤਾਉਂਦਾ ਹੈ। ਜਾਂ ਲੋਥਾਂ ਹੀ ਲੋਥਾਂ ਦੇਖਦਾ ਇਹ ਕੀ ਕਰਤਾ। ਇੰਨੇ ਬੱਚੇ ਯਤੀਮ ਕਰਤੇ, ਇੰਨੀਆਂ ਔਰਤਾਂ ਵਿਧਵਾ ਕਰਤੀਆਂ, ਕਾਹਦੇ ਵਾਸਤੇ ਕਰਤੀਆਂ? ਮੇਰੀ ਹੜ ਧਰਮੀ ਵਾਸਤੇ। ਬਹੁਤ ਬੁਰਾ ਹੋਇਆ। ਐਸਾ ਨਹੀਂ ਸੀ ਕਰਨਾ ਚਾਹੀਦਾ। ਫਿਰ ਲੜਾਈ ਕਰਨ ਤੋਂ ਤੋਬਾ ਕਰ ਲੈਂਦਾ। ਇਹ ਬਹੁਤ ਜ਼ੁਲਮ ਹੋਇਆ। ਹੁਣ ਐਟਮ ਬੰਬ 2 ਚੱਲੇ ਨੇ, ਤੋਬਾ ਕਰਦੇ ਨੇ ਐਟਮ ਬੰਬ ਨਹੀਂ ਚੱਲਣਾ ਚਾਹੀਦਾ। ਬਣਾਏ ਉਦੋਂ ਪਤੰਦਰ ਕਾਸਰੂ ਸੀ ਤੁਸੀਂ, ਤੇ ਪਹਿਲਾਂ ਚਲਾ ਕੇ ਤੁਹਾਨੂੰ ਪਤਾ ਲੱਗ ਗਿਆ ਸੀ ਆਹ ਕੁਛ ਹੋਇਆ। ਉਦੋਂ ਵੀ ਜ਼ਬਰਦਸਤ ਕਿਉਂ ਬਣਾ ਲਏ?
बड़े बड़े बस हंकार दे ने कीते हसी उदों हंकार ना कर दिंदा। हाँ जी बिन एक विचार विचार नृप सो और न आन उभार है। इतों तुसीं उभर सकते हो, परम च उभर सकते हो। विचार और अविचार जे तुसीं विचार वाले पासे पै गए अपने मन च, फिर तुसीं उभर सकते हो चो। होर कोई बाहरों कुछ नहीं, कोई विचार दूआ कहूगा जे उन्होंने मनोगे तां ही विचारोगे। हुण किसी की गल मन के विचारवान की गल मन के ही उभर सकते हो। भरम का इलाज थोड़े कोल कुछ नहीं है, थोड़े अंदर नहीं है। अगे अंदर सी शांति अंदर है, तुहाडे मूहरे खड़ी हो जूगी। शांति किसी तो नहीं मिलती होंगी। हाँ जी छपै छंद लाल माल सुभ बंधै नगन सर पेच खचत सिर। हाँ हीरे लाल जवाहरात की माला पाई हुई है, माला पाई लेंदे ने जी हार पाउंदे ने गलां च। आम तौर पर चिट्टियां दी पाउंदे ने, ये लाल जिहड़े ने उन्हां दी माला दी गल है, रंगदार लाल माल शुभ बंधै। हाँ शुभ शुभ वधिया वधिया छांट के जिहड़े नगन सर कुछ जिहड़े शुभ ने ज़्यादा शुभ जिहड़े ने ना पत्थर बने हुए, उन्हें शुभ शुभ पत्थरों की बनी है माला बनाई हुई है। हाँ नगन सर सिर नंगा है, सिर नहीं टकिया है। देखो नगन सर सिर नंगे का मतलब है सिर ते हथ नहीं है, कोनू नहीं मनता। नगन सर आहो वो कोनू नहीं मनता, सिर नंगा रखा है। माला ही लपेटी हुई है पग के थों, वो पग नहीं बनी हुई, वो हीरे जवाहरात लपेटे ने थों, पेज ਉਹਦੇ ही मारे हुए ने सिर ते। सर पेज खचत सिर, सारे पेज दिते ने माला दे हीरियां दे, हीरियां दी माला ही लपेटी है सिर ते। जिवें सिर ते आपां पेज दिंदे साफे दे, ऐ पेज दिते हुए ने सारे पेज खचित सर। हाँ वो नंगा सर मन्निया जांदा है, वो कपड़े ते बिना नंगा सर मन्निया जांदा है। जे डिप पे वही धस जाणगे पत्थरे सिर च, या कोई चीज उत्तों डिप पे वो पत्थर समा नुकसान करनगे। कोई चीज उत्तों सट बजे उन्होंने नुकसान ही करना। कपड़ा तां हुंदा, कपड़ा बचाउंदा है। अति बलिष्ठ अनिभेद अजय सवंत पटावर। अति बलिष्ठ है, अति बलवान है, शरीर करके अति बलवान है। बलवान होवे, बलिष्ठ है, अनिभेद अनिभेद है। कोई मतलब है शस्त्र अस्त्र यानी बुद्ध करके भी बलवान है, कोई उन्होंने हरा नहीं सकता। ज्ञान चर्चा दे विच, ज्ञान चर्चा च नहीं हरा सकता, जंग च भी नहीं हरा सकता। वो राजा भी है ना, दोए पावर ने उहदे कोल, संसारी पावर भी है, ज्ञान दी पावर भी है। अजय सावंत पटावर, सावंत पटावर चंगे चंगे जिहड़े उहदे सलाहकार ने, ज्ञानवान ने, उहदे सहमत ने उहदे नाल। ज्ञानवान नाल चर्चा होनी है, ज्ञानवान उहदे मतहत ने, अधीन ने। कट किरपान सहती तजत धारा बानन कर। लक नूं किरपान बन के रखदा है। कट किरपान अगे कातरे नहीं सी हुंदे, किरपान जिहड़ी हुंदी पेटी हुंदी सी, पेटी नाल अटैच हुंदी सी, बन्नी हुई बंदे सी उहनूं। कट होंदी है कमर, कमर नूं कटार और किरपान बन के रखदा सी। कटार छोटी हुंदी है, किरपान लंबी हुंदी है, जिहड़ी सहती उदों छोटी हुंदी है। सहती छोटी हुंदी है, दाह जिहा। कट किरपान सहती तजत धारा बानन कर। हाँ जद कमान भी है नाल, तीर कमान भी है। बाणा की धारा ही जद धारा चलाउंदा बाणा दी करके नहीं चलाउंदा, जब चलाउंदा ऐ लगदा भी एक तो लाइन बन दिंदा बाणा दी, यानी जब मूँह तो बोलदा तरकां दी लाइन ही बन दिंदा, अगले दी मत मार दिंदा। इन्नियां गल्लां एकदम सवाल कर दिंदा, दूए नूं दूए दी बोलती बंद हो जाती है। हाँ देखत हस्त प्रभाव लजत तड़ता धारा धर।
ਜਿਹੜੀ ਬਿਜਲੀ ਹੈ ਜਦ ਹੱਸਦਾ ਨਾ ਬਿਜਲੀ ਵੀ ਸ਼ਰਮਾਉਂਦੀ ਹੈ। ਬਿਜਲੀ ਇੱਕ ਵਾਰ ਕੜਕੜ ਕਰਕੇ ਚੁੱਪ ਕਰ ਜਾਂਦੀ ਹੈ ਨਾ, ਲਗਾਤਾਰ ਉਹਦੀ ਕੜਕੜ ਹੋਈ ਜਾਂਦੀ ਹੈ ਬਹੁਤ ਦੇਰ ਤੱਕ। ਕਈ ਵਾਰ ਬਿਜਲੀ ਦੀ ਜਿਹੜੀ ਧਾਰਾ ਹੁੰਦੀ ਹੈ ਨਾ, ਬਿਜਲੀ ਵੀ ਇੱਦਾਂ ਹੀ ਚਮਕਦੀ ਹੈ, ਕਈ ਵਾਰ ਹੋਈ ਜਾਂਦੀ ਹੈ। ਉਹ ਜਿਹੜੀ ਲਗਾਤਾਰ ਬਿਜਲੀ ਹੁੰਦੀ ਹੈ ਨਾ ਬਦਲਾਂ 'ਚ ਕਈ ਵਾਰ ਬੋਲਦੀ, ਉਹਦੀ ਜਿਹੜੀ ਬਿਜਲੀ ਉਹਨੂੰ ਧਾਰਾ ਕਹਿੰਦੇ ਨੇ। ਧਾਰਾ ਬਿਜਲੀ ਦੀ ਧਾਰਾ ਹੁੰਦੀ ਹੈ ਇੱਕ ਵਾਰ ਕੜਕੜ ਕਰਕੇ ਚੁੱਪ ਕਰ ਗਈ, ਉਹ ਹੋਰ ਹੁੰਦੀ ਹੈ। ਜਦੋਂ ਮਿੱਟੀ ਇਹਦੀ ਬਿਜਲੀ ਦੀ ਆਵਾਜ਼ ਆਉਂਦੀ ਹੈ, ਲਗਾਤਾਰ ਆਉਂਦੀ ਰਹਿੰਦੀ ਹੈ ਬਦਲਾਂ 'ਚ, ਥੋੜਾ ਦੋ ਅੱਧਾ ਮਿੰਟ ਰੁਕ ਕੇ ਜਾਂ ਸਕਿੰਟ 2 ਸਕਿੰਟ ਰੁਕ ਕੇ ਆਉਂਦੀ ਰਹਿੰਦੀ ਹੈ ਲਗਾਤਾਰ, ਉਹਨੂੰ ਧਾਰਾ ਕਹਿੰਦੇ ਨੇ। ਤਰਤਾ ਦੀ ਲਗਾਤਾਰ ਚੱਲਣੀ ਧਾਰਾ। ਹਾਂ, ਐ ਹੱਸਦਾ ਉਹ ਜਦ ਹੱਸਦਾ ਨਾ, ਜਦ ਹੱਸਦਾ ਐ ਹੱਸਦਾ ਜਿਵੇਂ ਬਿਜਲੀ ਦੀ ਧਾਰਾ ਹੁੰਦੀ ਆ ਉਹ। ਅਸ ਬ੍ਰਹਮ ਦੋਖ ਅਨਮੋਖ ਭਟ ਅਕਟ ਅਜੈ ਤਹਿ ਜਾਨੀ ਹੈ। ਇਹ ਕੌਣ ਹੈ? ਇਹ ਹੈ ਬ੍ਰਹਮ ਹੈ ਇਹ, ਪਰ ਇਹ 'ਚ ਦੋਖ ਹੈ ਬ੍ਰਹਮ 'ਚ। ਅਸ ਬ੍ਰਹਮ ਦੋਖ ਹੈ ਬ੍ਰਹਮ ਹੈ, ਇਹ ਬ੍ਰਹਮ 'ਚ ਦੋਖ ਹੈ, ਕਮੀ ਹੈ। ਅਨਮੋਖ ਭਟ ਮੁਕਤੀ ਤੋਂ ਰਹਿਤ ਹੈ, ਅਨਮੋਖ ਹੈ, ਮੁਕਤ ਨਹੀਂ ਹੈਗਾ। ਮਾਇਆ 'ਚ ਗਰਸਿਆ ਹੋਇਆ ਬ੍ਰਹਮ ਹੈ, ਭਰਮ 'ਚ ਗਰਸਿਆ ਹੋਇਆ ਬ੍ਰਹਮ। ਅਕਟ ਅਜੈ ਤਹਿ ਜਾਨੀ ਹੈ, ਪਰ ਅਕਟ ਅਜੈ ਹੈ, ਗਿਆਨ ਦੇ ਵਿੱਚ ਅਕਟ ਹੈ। ਸੰਸਾਰ ਦੇ ਨਾਲ ਅਕਟ ਹੈ ਨਾ, ਸੰਸਾਰ ਦੇ ਲੈਵਲ ਤੇ ਅਕਟ ਹੈ, ਬਾਕੀਆਂ ਨਾਲ ਜ਼ਿਆਦਾ ਗਿਆਨ ਹੈ। ਆਪ ਅਜੋ ਮੁਕਤੀ ਵੀ ਨਹੀਂ ਮਿਲੀ, ਦੋਖ ਵੀ ਹੈਗਾ, ਕਮੀ ਵੀ ਹੈ। ਕਮੀ ਕਿਉਂ? ਭਰਮ ਹੈ ਅਜੋ ਹੈਗਾ, ਸ਼ੰਕਾਵਾਂ ਹੈਗੀਆਂ ਨੇ। ਅਰੀ ਦਵਨ ਅਜੈ ਆਨੰਦ ਕਰ ਨਿਰਪ ਅਵਿਵੇਕ ਕੋ ਮਾਨੀਐ। ਨੌ ਕੀ ਹੈ ਇਹਦਾ? ਅਵਿਵੇਕ। ਦੁਸ਼ਮਣੀ ਕਿਹਦੇ ਨਾਲ ਹੈ? ਅਰੀ ਦਮਨ। ਕੰਮ ਕੀ ਕਰਦਾ? ਆਪਣੇ ਦੁਸ਼ਮਣਾਂ ਦਾ ਦਮਨ ਕਰਨਾ। ਅਰੀ ਦਮਨ। ਵੇਦ ਨੂੰ ਪੁਠੇਰਾ ਪਾਉਣਾ। ਪੰਡਤ ਪਾੜੀ ਬਾਟ ਪੰਡਤ ਹੈ। ਇਹਦਾ ਧਰਮ ਕੀ ਹੈ ਕਿ ਕਦੇ ਵੀ ਸੱਚ ਨੂੰ ਪ੍ਰਗਟ ਨਹੀਂ ਹੋਣ ਦੇਣਾ। ਬ੍ਰਹਮ ਦੋਖ ਵਾਲਾ, ਬ੍ਰਹਮ ਦੋਖ ਵਾਲਾ ਹੈ। ਬ੍ਰਹਮ ਹੈਗਾ, ਇਹ ਸ਼ੁਰੂ ਤੋਂ ਹੀ ਰਿਹਾ, ਹੁਣ ਵੀ ਹੈਗਾ। ਜਿਨ੍ਹਾਂ ਨੇ ਪੰਡਤ ਨੇ ਬਾਟ ਪਾੜੀ ਸੀ, ਭਗਤਾਂ ਨੇ ਲਿਆ ਕੇ ਲਾਈਨ ਤੇ ਲਾਈ। ਭਗਤਾਂ ਦਾ ਬ੍ਰਹਮ ਦੋਖ ਰਹਿਤ ਸੀ, ਪੰਡਤ ਦਾ ਬ੍ਰਹਮ ਦੋਖ ਸਹਿਤ ਹੈ। ਪਰ ਬ੍ਰਹਮ ਸਾਰਿਆਂ ਦੇ ਅੰਦਰ ਹੈ, ਬ੍ਰਹਮ ਤੋਂ ਕੋਈ ਖਾਲੀ ਨਹੀਂ ਹੈ, ਪਰ ਉਸ ਬ੍ਰਹਮ 'ਚ ਦੋਖ ਹੈ। ਜਦ ਬ੍ਰਹਮ 'ਚ ਦੋਖ ਹੋਇਆ, ਬ੍ਰਾਹਮਣ ਤੋਂ ਪੰਡਤ ਬਣ ਗਿਆ। ਕੌਰੇ ਪੰਡਿਆ ਕੱਬ ਕੇ ਬ੍ਰਾਹਮਣ ਹੋਏ। ਕੱਬ ਕੇ ਬਾਹਮਣ ਹੋਏ। ਬਾਹਮਣ ਜਿਹੜਾ ਹੈ ਦੋਖ ਰਹਿਤ ਹੈ, ਪੰਡਤ ਹੈ ਦੋਖ ਸਹਿਤ ਹੈ। ਦੋਖ ਹੈ ਉਹਦੇ ਵਿੱਚ, ਵਿਦਵਾਨ ਹੈ ਨਾ। ਮੂਰਖ ਪੰਡਤ, ਪੰਡਤ ਮੂਰਖ ਤਾਂ ਦੋਖ ਹੈ, ਉਹਦੀ ਅਕਲ 'ਚ ਦੋਖ ਹੈ। ਬ੍ਰਾਹਮਣ ਦੀ 'ਚ ਨਹੀਂ ਹੈ। ਜੇ ਦੋਖ ਹੈ, ਬ੍ਰਾਹਮਣ ਮੰਨਦਾ ਵੀ ਮੇਰੇ ਦੋਖ ਹੈ। ਜਿਹੜਾ ਮੰਨਦਾ ਉਹਦੇ ਵੀ ਦੋਖ ਹੁੰਦਾ ਨਹੀਂ। ਜਿਹੜਾ ਮੰਨਦਾ ਨਹੀਂ ਮੇਰੇ ਦੋਖ, ਆਪਣੇ ਦੋਖ ਨੂੰ ਮੰਨਦਾ ਨਹੀਂ, ਉਹਦੇ ਦੋਖ ਹੈ। ਜਿਹੜਾ ਮੰਨਦਾ ਹੈ ਉਹ ਦੂਰ ਕਰ ਰਿਹਾ, ਉਹ 'ਚ ਹੋਮ ਨਹੀਂ, ਉਹ ਹੋਮੇ ਵੀ ਨਹੀਂ ਕਰਦਾ। ਉਹ ਸਿੱਖਿਆ ਲੈਂਦਾ ਹੈ, ਉਹ ਸੱਚ ਦਾ ਵਿਰੋਧ ਨਹੀਂ ਕਰਦਾ। ਉਹ ਬ੍ਰਾਹਮਣ ਕਹਾ ਸਕਦਾ ਹੈ। ਆਪਣੇ ਦੁਸ਼ਮਣਾਂ ਦੇ ਦਲ ਨੂੰ ਦਮਨ ਕਰਨਾ, ਸਿੱਖਾਂ ਨੂੰ, ਸਿੱਖੀ ਨੂੰ ਖਤਮ ਕਰਨਾ, ਉਹਨਾਂ ਦੇ ਗੁਰਮੁਖਾਂ ਦੇ ਪ੍ਰਚਾਰ ਨੂੰ, ਭੱਟਾਂ ਦੇ ਭਗਤਾਂ ਦੇ ਪ੍ਰਚਾਰ ਨੂੰ ਲਗਾਤਾਰ ਖਤਮ ਕਰਨਾ, ਪਬਲਿਕ ਨੂੰ ਹੋਰ ਉਲਟੇ ਪੜ੍ਹਾਈ ਪੜ੍ਹਾਉਣੀ, ਇਹ ਲਗਾਤਾਰ ਉਹਦਾ ਧਰਮ ਹੈ। ਉਹ ਕਾਸ਼ੀ ਦਾ ਧਰਮ ਹੈ ਪੰਡਤ ਦਾ। ਇਹ ਉੱਥੇ ਪੜ੍ਹ ਕੇ ਆਇਆ ਸੀ ਭਾਈ ਗੁਰਦਾਸ। ਉਹ 12 ਨੇ ਸਾਡੇ ਕੋਲ ਗੁਰਦਾਸ ਦੀਆਂ, ਇਹ ਉਹਨਾਂ ਦਾ ਧਰਮ ਹੈ। ਹੁਣ ਮਿਸ਼ਨਰੀਆਂ ਦਾ ਉਹੀ ਧਰਮ ਹੈ, ਕਿ ਗੁਰਦਾਸ ਦੇ ਜੋ ਚੇਲੇ ਨੇ ਉਹ ਹੁਣ ਉਹ ਦੱਸਣ ਵੀ ਉਹ ਇਹਨਾਂ ਦਾ ਧਰਮ ਹੈ ਜਾਂ ਨਹੀਂ ਹੈ। ਜੇ ਧਰਮ ਹੈ ਤਾਂ ਗੁਰਦਾਸ ਨਾਲ ਰਿਸ਼ਤਾ ਤੋੜੋ,
नहीं अपने धर्म ते अड़े रहो। असीं कद कहने धर्म नहीं छड्डना चाहिदा आदमी नूं, चाहे पुट्ठा होवे चाहे सिद्धा होवे। असीं कद कहने धर्म छड्डो। ਜਿਹੜੇ ਧੜੇ 'ਚ ਖੜ ਗਿਆ, ਰਾਵਣ ਵੀ ਕਹਿ ਰਿਹਾ ਮੈਂ ਨਹੀਂ ਛੱਡਣਾ, ਹੁਣ ਇਕੱਲਾ ਰਹਿ ਗਿਆ, ਚਾਹੇ ਮੈਨੂੰ ਮਰਨਾ ਪ੍ਰਵਾਨ ਹੈ। ਬੁੱਢਾ ਮਰਾਤਾ, ਟੱਬਰ ਸਾਰਾ ਮਰਾਤਾ, ਜਿਹੜੇ ਯੋਧੇ ਮਰਾਤੇ, ਭਾਈ ਮਰਾਤੇ, ਹੁਣ ਕਹਿੰਦੇ ਵੀ ਸੀਤਾ ਦੇ ਦੇ ਛੱਡ ਦਿੰਦੇ ਆ, ਮੈਨੂੰ ਨਹੀਂ ਮਨਜ਼ੂਰ ਇਹ। ਠੀਕ ਹੈ, ਅੜੇ ਰਹੋ ਰਾਵਣ ਨੂੰ। ਪਰ ਕਿੰਨੀ ਦੁਨੀਆ ਹੁਣ ਤੁਹਾਨੂੰ ਮੰਨੂਗੀ, ਕਿੰਨੀ ਦੁਨੀਆ ਹੁਣ ਤਾਂ ਦੇਖੋ ਨਾ, ਇਹ ਤਾਂ ਬਾਜ਼ਾਰ ਹੈ, ਕੋਈ ਨਵੀਂ ਚੀਜ਼ ਬਣਦੀ ਹੈ, ਨਵੀਂ ਦੁਕਾਨ ਖੁੱਲ੍ਹਦੀ ਹੈ, ਪੁਰਾਣੀ ਦੁਕਾਨ ਦੀ ਮੋਨੋਪੋਲੀ ਖਤਮ ਕਿਵੇਂ ਕਰਦੀ ਹੈ ਉਹ? ਇਹ ਤਾਂ ਉਹਨਾਂ ਦੀ ਟੈਕਨੀਕ ਹੈ ਨਾ। ਵਧੀਆ ਚੀਜ਼ ਦਿੰਦੀ ਹੈ ਦੁਨੀਆ ਨੂੰ, ਸਸਤੀ ਚੀਜ਼ ਦਿੰਦੀ ਹੈ ਦੁਨੀਆ ਨੂੰ, ਉਹਨਾਂ ਨੂੰ ਹਰ ਪਾਸੇ ਤੇ ਸਹੂਲਤ ਦਿੰਦੀ ਹੈ ਦੁਨੀਆ ਨੂੰ। ਦੁਨੀਆ ਪੁਰਾਣੀ ਨੂੰ ਆਪੇ ਛੱਡ ਦਿੰਦੀ ਹੈ। ਤੁਸੀਂ ਵੇਚੋ ਆਪਣਾ ਸੌਦਾ ਝੂਠ ਦਾ, ਸੱਚ ਦੇ ਸਾਹਮਣੇ ਕਿੰਨਾ ਚਿਰ ਤੁਸੀਂ ਟਿਕਦੇ ਹੋ, ਦੇਖਣ ਵਾਲੀ ਗੱਲ ਇਹ। ਅਰੀ ਦਮਨ ਅਜੈ ਆਨੰਦ। ਅਰੀ ਦਮਨ ਦਾ ਮਤਲਬ ਹੈ ਦੁਸ਼ਮਣਾਂ ਨੂੰ ਸਾੜਨਾ, ਆਪਣਿਆਂ ਨੂੰ ਦਮਨ ਕਰਨਾ। ਦਮਨ ਨਹੀਂ ਲਫ਼ਜ਼ ਆਉਂਦਾ। ਜਿਵੇਂ ਸਰਕਾਰ ਦਮਨ ਕਰਦੀ ਹੈ, ਆਪਣੇ ਦੁਸ਼ਮਣਾਂ ਨੂੰ ਦਮਨ ਕਰਨਾ। ਇਹਦੇ ਦੁਸ਼ਮਣ ਕੌਣ ਨੇ? ਦੁਸ਼ਮਣ ਉਹ ਹੁੰਦਾ ਜਿਹੜਾ ਮੈਨੂੰ ਜੀ ਤੋਂ ਖਤਰਾ ਹੋਵੇ। ਜਿਹੜਾ ਦੋਖੀ ਬ੍ਰਹਮ ਹੈ ਉਹਨੂੰ ਨਿਰਦੋਖ ਬ੍ਰਹਮ ਤੋਂ ਖਤਰਾ ਹੈ। ਉਹਨੇ ਦੋਖ ਰਹਿਤ ਹੋਣਾ ਨਹੀਂ, ਦੋਖ ਰਹਿਤ ਕਿਸੇ ਨੂੰ ਹੋਣ ਦੇਣਾ ਨਹੀਂ। ਪੰਡਤ ਨੇ ਬਾੜ ਕਿਉਂ ਪਾੜੀ? ਮੂਰਤੀ ਪੂਜਾ ਕਿਉਂ ਸ਼ੁਰੂ ਹੋਈ? ਕਿਉਂ ਨਹੀਂ ਹੁਣ ਹਟਦੇ? ਕਿਉਂ ਨਹੀਂ ਮੰਨਦੇ? ਇਹ ਹਰੀ ਦਮਨ ਨੇ, ਸੱਚ ਦੇ ਦੁਸ਼ਮਣ ਨੇ। ਮਾਇਆ ਦਾ ਝੂਠ ਹੈ, ਮਾਇਆ ਝੂਠ ਹੈ, ਨਾਲੇ ਝੂਠੀ ਮਾਇਆ ਮੰਨਦੇ ਹੋ, ਨਾਲੇ ਮਾਇਆ ਦੀ ਪੂਜਾ ਕਰਦੇ ਹੋ। ਇਹ ਹੁਣ ਜਵਾਬ ਦੇਣਗੇ ਵੀ ਅਰੀ ਦਮਨ ਤੁਸੀਂ ਹੈਗੇ ਕੀ? ਵੇਦ ਤੁਸੀਂ ਮੰਨਣੇ ਨੇ, ਇਹ ਉੱਤੋਂ ਉੱਤੋਂ ਵੇਦ ਦੀ ਗੱਲ ਕਰੀ ਜਾਣੀ, ਅੰਦਰੋਂ ਵੇਦ ਦੀ ਮੁਖਾਲਫਤ ਕਰਨੀ ਹੈ। ਇਹ ਦੋਖ ਹੈ। ਬ੍ਰਹਮਲੀਨ ਹੋਣਾ, ਬ੍ਰਹਮਲੀਨ ਜਦ ਹੋਊਗਾ ਜੇ ਦੋਖ ਹੈ ਜਿਹੜੇ ਬ੍ਰਹਮ 'ਚ, ਉਹ ਨਿਰਦੋਖ ਹੋ ਕੇ ਬ੍ਰਹਮਲੀਨ ਹੋ ਸਕਦਾ। ਇਹ ਬ੍ਰਹਮ ਦੋਖ ਹੈ ਨਾ। ਜਦ ਦੋਖ ਰਹਿਤ ਹੋਊ, ਹਸਪਤਾਲ 'ਚ ਇੱਕ ਮਰੀਜ਼ ਗਿਆ ਹੋਇਆ ਹੈ, ਉਹਦੀ ਬਿਮਾਰੀ ਨਾ ਲੱਗ ਜਾਵੇ ਦੂਜਿਆਂ ਨੂੰ, ਤਾਂ ਉਹ ਹਸਪਤਾਲ 'ਚ ਅੱਡ ਰੱਖੇ ਹੋਏ ਨੇ। ਉਹ ਡਾਕਟਰ ਵੀ ਉੱਥੇ ਜਾਂਦੇ ਨੇ, ਮੂੰਹ ਬੰਨ ਕੇ ਜਾਂਦੇ ਨੇ, ਉਹ ਮੂੰਹ ਬੰਨ ਕੇ ਹੀ ਰੱਖਦੇ ਨੇ ਸੰਤੋਖੀ ਮਾਇਆ ਤੋਂ। ਚੁੱਪ ਨਹੀਂ ਕਰਾਇਆ ਮਨ ਨੂੰ, ਮੂੰਹ ਨਹੀਂ ਬੰਨਿਆ ਇਹਦਾ, ਮੂੰਹ ਬੰਨ ਕੇ ਰੱਖਦੇ ਨੇ। ਉਹ ਮੂੰਹ ਬੰਨਣ ਦਾ ਮਤਲਬ ਹੈ ਮੂੰਹ ਤੇ ਕੰਟਰੋਲ ਰੱਖਣਾ, ਬੁਲਾਇਆ ਹੀ ਬੋਲਣਾ, ਜਦ ਹੁਕਮ ਹੈ ਉਨਾ ਹੀ ਖਾਣਾ, ਹੁਕਮ ਹੈ ਉਹੀ ਪਹਿਨਣਾ, ਹੁਕਮ ਹੈ ਉਨਾ ਹੀ ਬੋਲਣਾ। ਤੇ ਉਹਨਾਂ ਨੂੰ ਜਦ ਨਿਰਦੋਖ ਹੋ ਜਾਣਗੇ ਤਾਂ ਦੁਨੀਆਂ ਦੇ ਵਿੱਚ ਵੜਨਾ, ਨਹੀਂ ਉਹਨਾਂ ਦੀ ਜਿਹੜੀ ਬਿਮਾਰੀ ਹੈ ਬਾਹਰ ਫੈਲ ਜੂਗੀ। ਜਿਹੜੇ ਮਾਇਆ ਦੇ ਵਿੱਚ ਨੇ, ਭਵਸਾਗਰ 'ਚ ਨੇ, ਸਾਰੇ ਦੋਖ ਵਾਲੇ ਨੇ। ਨਿਰਦੋਖ ਹੋ ਜਾਊਗਾ, ਸੱਚਖੰਡ ਚਲਿਆ ਜਾਊਗਾ, ਮੁਕਤ ਹੋ ਜਾਊਗਾ। ਨਿਰਦੋਖ ਮੁਕਤ ਹੈ, ਦੋਖੀ ਮੁਕਤ ਨਹੀਂ। ਕੀ ਇਹ ਦੋਖੀ ਰੱਖਣਾ ਚਾਹੁੰਦੇ ਨੇ? ਇਹ ਮੁਕਤੀ ਦਾ ਮਾਰਗ ਕੋਈ ਦੱਸਦਾ? ਜਿਹੜੇ ਮੁਕਤੀ ਦਾ ਮਾਰਗ ਨਹੀਂ ਦੱਸਦੇ ਉਹ ਧਰਮ ਦੇ ਆਗੂ ਕਿਉਂ ਬਣੇ ਹੋਏ ਨੇ? ਕਿੱਥੇ ਖੜੇ ਨੇ? ਮੁਕਤੀ ਦਾ ਮਾਰਗ ਦੱਸਿਆ ਗੁਰਬਾਣੀ 'ਚ। ਮੁਕਤੀ ਦਾ ਮਾਰਗ ਕਲੀਅਰ ਨਹੀਂ ਹੈ ਸਾਫ ਸੁਥਰੇ ਟੀਕੇ 'ਚ। ਇਹ ਦੱਸਣ ਮੁਕਤੀ ਦਾ ਮਾਰਗ ਦੱਸਣ ਕੀ ਹੈ ਪਬਲਿਕ ਨੂੰ। ਜੇ ਨਹੀਂ ਦੱਸਦੇ, ਨਹੀਂ ਦੱਸਣ ਦੇਣਾ, ਜਿਹੜਾ ਦੱਸਦਾ ਉਹਦਾ ਵਿਰੋਧ ਕਰਨਾ, ਫਿਰ ਇਹ ਇਹ ਕੈਟਾਗਰੀ 'ਚ ਖੜੇ ਨੇ। ਇਹ ਐਸ ਕੈਟਾਗਰੀ 'ਚ ਖੜੇ ਨੇ। ਇਹ ਉਹੀ ਨੇ ਜਿਹੜੇ ਸਿੱਖਾਂ ਦਾ 5-5 ਰੁਪਈਏ ਲੈ ਕੇ ਮੁੱਲ ਪਾਉਂਦੇ ਸੀ। ਇਹਨਾਂ ਦੇ ਬਜ਼ੁਰਗ ਇਹਨਾਂ ਦੇ ਹੀ ਹੋਣੇ ਨੇ, ਫਿਰ ਉਹ ਵਿੱਚੋਂ ਹੀ ਸੀਗੇ। ਉਹ ਧੀਰ ਮੱਲੀਏ ਕੌਣ ਸੀ? ਰਾਮ ਰਹੀਏ ਕੌਣ ਸੀ? ਵਿੱਚੋਂ ਹੀ ਸੀ। ਹਾਂ, ਇਹ ਉਹ ਖਾਨਦਾਨ ਹੈ ਸਾਰਾ। ਇਹ ਸ੍ਰੀ ਚੰਦੀਏ ਕੌਣ ਸੀ? ਉਹ ਵੀ ਇਹੀ ਸੀ। ਮੀਣੇ ਕੌਣ ਸੀ? ਬਸੰਤ ਕੌਣ ਸੀ? ਸਭ ਇਹੀ ਸੀ। ਇਹਨਾਂ ਦੀ ਤਾਦਾਦ ਬਹੁਤ ਜ਼ਿਆਦਾ ਸੀ।
ਹੁਣ ਵੀ ਹੈਗੀ। ਜਿਹੜੇ ਗੁਰਮਤਿ ਤੋਂ ਖਿਲਾਫ ਖੜੇ ਨੇ ਜਿੰਨੇ ਵੀ ਕੇਸ ਵੱਟ ਲੈਂਦੇ ਨੇ ਵੀ ਚਲੋ ਛੱਡੋ ਇਹ ਤਾਂ ਕੀ ਲੈਣਾ, ਉਹ ਸਾਰੇ ਇਹਦੇ ਨਾਲ ਖੜੇ ਨੇ। ਅਜੈ ਆਨੰਦ ਕਰ, ਅਜੈ ਨੇ ਆਨੰਦ ਕਰਦੇ ਨੇ ਆਪਣੇ ਮਾਇਆ ਚ। ਆਨੰਦ ਨੂੰ ਆਨੰਦ ਸਭ ਕੋ ਕਹਾਂ। ਉਹ ਜਿਹੜੇ ਸਾਰੇ ਆਨੰਦ ਕਹਿਣੇ ਵਾਲੇ ਸੰਤ ਤੇ ਉਹ ਸਾਰੇ ਹੀ ਵਿੱਚ ਨੇ ਇਹਦੇ। ਅਵਿਵੇਕ ਕੋ ਮਾਨੀ ਹੈ, ਇਹ ਅਵਿਵੇਕ ਹੈ, ਇਹ ਵਿਵੇਕ ਦਾ ਵਿਰੋਧੀ ਅਵਿਵੇਕ ਰਾਜਾ ਹੈ। ਇਹ ਵਿਵੇਕ ਰਾਜੇ ਦੀ ਸੈਨਾ ਸਾਰੀ। ਉਹ ਜਿੰਨੇ ਸੰਸਾਰ ਦੇ ਵਿੱਚ ਧਰਮ ਮਤਾਂ ਨੇ ਸਵਾਏ ਗੁਰਮਤਿ, ਉਹ ਵਿਵੇਕ ਰਾਜੇ ਦੀ ਸੈਨਾ ਸਾਰੀ। ਇਸ ਕਰਕੇ ਸਾਰੀਆਂ ਇੱਕ ਪਾਸੇ ਹੋ ਜਾਂਦੀਆਂ ਨੇ। ਸਾਰੀਆਂ ਨੂੰ ਇਹ ਕਿਹਾ, ਸਾਰੀਆਂ 'ਚ ਜਿਹੜੇ ਫਸਾਏ ਹੋਏ ਨੇ ਲੋਕ, ਸਾਰਿਆਂ ਨੂੰ ਅਲਰਟ ਕੀਤਾ ਵੀ ਤੁਸੀਂ ਭਾਈ ਜੇ ਮੁਕਤੀ ਚਾਹੁੰਦੇ ਹੋ, ਜਨਮ ਤੁਹਾਨੂੰ ਮਿਲਿਆ ਹੈ, ਬੜੀ ਮੁਸ਼ਕਲ ਨਾਲ ਮਿਲਿਆ ਮਨੁੱਖਾ, ਜੇ ਤੁਸੀਂ ਚਾਹੁੰਦੇ ਹੋ ਤਾਂ ਇਹਨਾਂ ਦੇ ਚੁੰਗਲ 'ਚੋਂ ਬਾਹਰ ਆ ਜਾਓ। ਕਬੀਰ ਬੇੜਾ ਜਰਜਰਾ ਫੂਟੇ 6000, ਹਰੂਏ ਤਰ ਗਏ ਬੂਟੇ ਜਿਨ ਸਰਪਾਰ। ਜੇ ਸਰੀਰ ਨਾਲ ਲੈ ਕੇ ਚੱਲੋਗੇ, ਮੂਰਤੀ ਪੂਜਾ ਕਰੋਗੇ, ਪਾਹਨ ਬੋਰੀ ਪ੍ਰਥਮੀ ਪੰਡਤ ਬਾੜੀ ਬਾਟ। ਜੇ ਦੇਹ ਨੂੰ ਪੂਜੋਗੇ, ਆਦਮੀ ਦੀ ਵੀ ਦੇਹ ਨੂੰ ਜੇ ਪੂਜੋਗੇ, ਉਹਦੀ ਉਹ ਮੂਰਤੀ ਬਣ ਜਾਣੀ ਹੈ। ਆਦਮੀ ਦੀ ਦੇਹ ਦੀ ਉਹ ਬਣਨੀ ਹੈ ਮੂਰਤੀ। ਆਦਮੀ ਵੀ ਜਿਹੜਾ ਤੁਹਾਨੂੰ ਗੱਲ ਦੱਸਦਾ ਉਹਦੀ ਗੱਲ ਨਾਲ ਪ੍ਰੇਮ ਕਰਿਓ, ਬੰਦੇ ਨਾਲ ਪ੍ਰੇਮ ਨਾ ਕਰਿਓ। ਗੱਲ ਨਾਲ ਪ੍ਰੇਮ ਕਰਕੇ ਗੱਲ ਜਿਹੜਾ ਬੋਲਣ ਵਾਲਾ ਉਹਦੇ ਨਾਲ ਪ੍ਰੇਮ ਜਾ ਜੁੜੂਗਾ। ਜੇ ਗੱਲ ਨਾਲ ਪ੍ਰੇਮ ਹੈ ਤੁਹਾਡਾ, ਜੇ ਗੱਲ ਦੀ ਕਦਰ ਹੈ ਤਾਂ ਉਹਦੀ ਕਦਰ ਹੈ ਜਿਹਨੇ ਬੋਲੀ ਹੈ। ਗੱਲ ਦੀ ਅਟੈਚਮੈਂਟ ਉਹਦੇ ਨਾਲ ਹੈ ਜਿਹੜਾ ਬੋਲਦਾ ਹੈ। ਸਰੀਰ ਨਾਲ ਕੋਈ ਅਟੈਚਮੈਂਟ ਨਹੀਂ ਗੱਲ ਦੀ। ਸਾਜ਼ ਵਜਾਉਂਦਾ ਵਜਾਉਣ ਵਾਲਾ, ਉਹ ਸਾਜ਼ ਤਾਂ ਵੱਜਦਾ, ਵਜਾਉਣ ਵਾਲਾ ਵਜਾਉਂਦਾ। ਸਾਜ਼ ਦੂਏ ਨੂੰ ਦੇ ਦੇ ਖਬਰ ਵਜਾ ਦੂ ਉਹੀ। ਉਹ ਉਹੀ ਰਾਗ ਕੱਢ ਸਕਦਾ ਹੈ ਜਿਹੜਾ ਵਜਾਉਂਦਾ ਹੈ। ਜਿਹੜਾ ਰਾਗ ਕੱਢਦਾ ਉਹ ਉਹਦੀ ਗੱਲ ਕਰੋ। ਜੇ ਆਵਾਜ਼ ਨਾਲ ਜੁੜਦਾ ਹੈ ਤਾਂ ਉਹਦੇ ਨਾਲ ਜੁੜਦਾ ਹੈ ਜਿਹੜਾ ਬੋਲਦਾ ਹੈ। ਬੋਲੇ ਭਰਤਰੀ ਸਤ ਸਰੂਪ, ਬੋਲਣ ਵਾਲਾ ਸਤ ਸਰੂਪ ਹੈ। ਪਰਮ ਤੱਤ ਮੈਂ ਰੇਖ ਨ ਰੂਪ, ਪਰਮ ਤੱਤ ਦੀ ਰੇਖ ਰੂਪ ਨਹੀਂ ਹੁੰਦੀ, ਸਰੀਰ ਦੀ ਰੇਖ ਰੂਪ ਹੁੰਦੀ ਹੈ। ਇਹਨਾਂ ਨੇ ਫਿਰ ਮੂਰਤੀਆਂ ਕਿੱਥੋਂ ਬਣਾ ਲਈਆਂ? ਦੁਬਾਰਾ ਮੂਰਤੀ ਪੂਜਾ ਦੀ ਜਿਹੜੀ ਰੋਜ਼ ਕੋਸ਼ਿਸ਼ ਹੋ ਰਹੀ ਹੈ, ਕੌਣ ਕਰ ਰਿਹਾ? ਇਹਦੇ ਪਿੱਛੇ ਕਿਹੜੀਆਂ ਤਾਕਤਾਂ ਨੇ? ਕਿੱਥੋਂ ਪੈਦਾ ਹੋਈਆਂ ਨੇ? ਕਿ ਉਹ ਜਿਹੜੇ ਬੰਦੇ ਨੇ ਉਹ ਧਾਰਮਿਕ ਨੇ, ਇਹ ਧਰਮ ਦੇ ਭੇਜ 'ਚ ਕੁਛ ਹੋਰ ਨੇ। ਉਹਨਾਂ ਸਾਰਿਆਂ ਦੀ ਲਿਸਟ ਆ ਰਹੀ ਹੈ ਵਿਵੇਕ ਦੇ ਵਿੱਚ। ਇਹ ਫੇਰ ਬਿਮਾਰੀ ਨਾ ਪੈਦਾ ਹੋ ਜਾਵੇ ਸਿੱਖੀ 'ਚ। ਇਹ ਬਿਮਾਰੀਆਂ ਨੂੰ ਕਿਵੇਂ ਡਾਇਗਨੋਜ਼ ਕਰਨਾ, ਇਹ ਪੂਰੀ ਡਾਕਟਰੀ ਹੈ ਸਾਡੇ ਕੋਲ। ਡਾਕਟਰੀ ਆਪਰੇਸ਼ਨ ਨਹੀਂ ਹੁੰਦਾ। ਗੁਰਦੇ ਅੱਡ ਨੇ ਸਾਡੇ ਸਰੀਰ 'ਚ, ਹਾਰਟ ਅੱਡ ਹੈ, ਹਾਰਟ ਦੀਆਂ ਬਿਮਾਰੀਆਂ ਅੱਡ ਨੇ, ਗੁਰਦਾਂ ਦੀਆਂ ਅੱਡ ਨੇ, ਦਿੱਲੀ ਅੱਡ ਹੈ, ਜਿਗਰ ਅੱਡ ਹੈ, ਪਿੱਤਾ ਅੱਡ ਹੈ। ਇਹ ਸਾਰੇ ਅੱਡ ਅੱਡ ਨੇ ਅੰਗ ਦੱਸੇ ਹੋਏ ਮਸ਼ੀਨਰੀ ਦੇ। ਸਾਰਿਆਂ ਦੇ ਆਪਰੇਸ਼ਨ ਤੁਸੀਂ ਕਰ ਸਕਦੇ ਹੋ ਇੱਥੇ ਬੈਠੇ ਹੀ। ਇਹ ਕੌਣ ਹੈ, ਕਿੱਥੇ ਹੈ, ਕਿੱਥੋਂ ਬੋਲਦਾ? ਦੋਹਾਂ ਗ੍ਰੰਥਾਂ ਦੇ ਵਿੱਚ ਜਿਹੜਾ ਵਿਵੇਕ ਅਰ ਵਿਵੇਕ ਦਾ ਚੈਪਟਰ ਹੈ ਸਾਰਿਆਂ ਨੂੰ ਇੰਪੋਰਟੈਂਟ ਹੈ। ਕਿਉਂਕਿ ਆਪਰੇਸ਼ਨ ਦਾ ਜਿਹੜਾ ਕੰਮ ਹੈ ਉਹ ਥਿਊਰੀ ਹੈ। ਉੱਥੇ ਥਿਊਰੀ ਪ੍ਰੈਕਟੀਕਲ 'ਚ ਆ ਕੇ ਸਾਰੀ ਥਿਊਰੀ ਕੰਮ ਆਉਂਦੀ ਹੁੰਦੀ ਹੈ। ਜਿੱਥੇ ਪ੍ਰੈਕਟੀਕਲ ਆ ਜਾਵੇ ਉੱਥੇ ਥਿਊਰੀ ਨਹੀਂ ਕੰਮ ਹੋਣਾ। ਪੜ੍ਹੀ ਹੋਈ ਨੇ, ਪੜ੍ਹੀ ਹੋਈ ਸਾਰੀ ਥਿਊਰੀ ਇੱਥੇ ਲਾਗੂ ਹੋ ਜਾਣੀ ਆ। ਜੇ ਥਿਊਰੀ ਨਹੀਂ ਪੜ੍ਹੀ ਤਾਂ ਪ੍ਰੈਕਟੀਕਲ ਨਹੀਂ ਕਰ ਸਕਦਾ। ਇਹ ਨਹੀਂ ਪ੍ਰੈਕਟੀਕਲ ਪਹਿਲਾਂ ਕਰ ਲਓ, ਥਿਊਰੀ ਬਾਅਦ ਦੇ ਵਿੱਚ। ਥਿਊਰੀ ਪਹਿਲਾਂ ਪੜ੍ਹਨੀ ਹੈ, ਪ੍ਰੈਕਟੀਕਲ ਇਹ ਤਾਂ ਪ੍ਰੈਕਟੀਕਲ ਹੈ। ਹੁਣ ਸਾਰਾ ਹੋ ਰਿਹਾ, ਤੁਸੀਂ ਪਛਾਣਨਾ ਕਿਵੇਂ ਹੈ? ਜਿਹਨੇ ਜਾਣਿਆ ਤਿਨੇ ਪਛਾਣਿਆ। ਜਾਣਿਆ ਪਹਿਲਾਂ ਥਿਊਰੀ ਹੈ। ਕਬੀਰ ਜੀ ਨੇ ਜਾਣਿਆ ਤਿਨੇ ਪਛਾਣਿਆ, ਜਿਉਂ ਗੂੰਗੇ ਸਾਕਰ ਮਨ ਮਾਨਿਆ। ਸ਼ੱਕਰ ਖਾ ਕੇ ਜਿਵੇਂ ਗੂੰਗੇ ਦਾ ਵੀ ਮਨ ਮੰਨ ਜਾਂਦਾ ਵੀ ਹਾਂ ਮਿੱਠੀ ਹੁੰਦੀ ਹੈ, ਮਿੱਠਾ ਕੀ ਹੈ, ਤੇ ਮਨ ਤਾਂ ਮੰਨੂਗਾ ਜਦ ਹੀ ਸ਼ੱਕਰ ਮਿਲੂਗੀ। ਇਹ ਸ਼ੱਕਰ ਮਿਲ ਗਈ। ਹੁਣ ਤੁਹਾਨੂੰ ਪਤਾ ਲੱਗ ਜੂਗਾ ਵੀ ਆਹ ਕੌਣ ਹੈ, ਕੌਣ ਹੈ, ਕੌਣ ਹੈ। ਦੱਸਣ ਦੀ ਲੋੜ ਨਹੀਂ।
तो समझ आ जूगी सारी। हाँ जी।